ਹੈਲੋ ਦੋਸਤੋ, ਮੋਸਟ ਵੈਲਕਮ ਇੱਕ ਹੋਰ ਵੀਡੀਓ ਦੇ ਵਿੱਚ। ਤਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕੈਮਿਸਟਰੀ ਦੇ ਆਪਣੇ 4 ਚੈਪਟਰ ਹੋ ਚੁੱਕੇ ਹੈ। ਕਿਹੜੇ ਹੈ? ਐਟਮ ਤੇ ਮੋਲੀਕਿਊਲਸ। ਉਸ ਤੋਂ ਬਾਅਦ ਆਪਾਂ ਐਸਿਡ ਸੋਲਟ ਬੇਸ ਵਾਲਾ ਕਰ ਲਿਆ ਸੀਗਾ, ਨਾਲ ਕੀਤਾ ਸੀ ਕੈਮੀਕਲ ਰਿਐਕਸ਼ਨ ਤੇ ਇਕੁਏਸ਼ਨ, ਤੇ ਮੈਟਲ ਤੇ ਨੋਨ ਮੈਟਲ ਵੀ ਆਪਾਂ ਕਰ ਲਿਆ ਸੀ। ਇਹਦੇ ਜਿੰਨੇ ਬੇਸਿਕਸ ਹੋ ਸਕਦੇ ਆ ਤੁਹਾਨੂੰ ਮੈਂ ਸਾਰੇ ਕਰਾਤੇ ਸੀਗੇ। ਜਿਹੜੇ ਬੱਚਿਆਂ ਨੇ ਨਹੀਂ ਦੇਖੇ ਤਾਂ ਪੂਰੇ ਸੌਖੇ ਵੇ ਨਾਲ ਐਕਸਪਲੇਨ ਕੀਤੇ ਹੋਏ ਆ। ਤਾਂ ਅੱਜ ਆਪਾਂ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ, ਮੈਟਰ ਇਨ ਆਵਰ ਸਰਾਊਂਡਿੰਗਸ। ਤਾਂ ਮੈਂ ਇਹ ਤੁਹਾਨੂੰ ਕਹਿ ਲਓ ਕਿ 99 ਪੁਆਇੰਟ ਸ਼ੋਰਟੀ ਹੈ ਮੈਨੂੰ ਕਿ ਜਿੰਨੀ ਡਿਟੇਲ ਦੇ ਵਿੱਚ ਅੱਜ ਮੈਂ ਤੁਹਾਨੂੰ ਕਰਾਊਂਗਾ ਉਨੀ ਡਿਟੇਲ ਦੇ ਵਿੱਚ ਪੰਜਾਬੀ ਦੇ ਵਿੱਚ ਤੁਸੀਂ ਕਦੇ ਨਹੀਂ ਕੀਤਾ ਹੋਣਾ। ਠੀਕ ਹੈ, ਮੈਂ ਨਿੱਕੇ ਨਿੱਕੇ ਪੁਆਇੰਟਸ ਨੂੰ ਜਾਂ ਕਹਿ ਲਓ ਜਿਹੜੇ ਤੁਹਾਨੂੰ ਔਖੇ ਲੱਗਦੇ ਆ ਨਾ, ਉਹ ਵੀ ਇੰਨੇ ਕੁ ਸੌਖੇ ਵੇ ਨਾਲ ਸਮਝਾਉਂਗਾ ਨਾ, ਤੁਸੀਂ ਖੁਦ ਕਹੋਗੇ ਕਿ ਇਹ ਤਾਂ ਚੈਪਟਰ ਸਭ ਤੋਂ ਸੌਖਾ ਚੈਪਟਰ ਹੈ। ਇੱਕ ਚੀਜ਼ ਬਸ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਮੰਨ ਲਿਓ ਕਿ ਕਿਸੇ ਵੀ ਬੱਚੇ ਨੇ ਸਕਿਪ ਨਹੀਂ ਕਰਕੇ ਜਾਣਾ ਇਹ। ਠੀਕ ਹੈ, ਇਹਦਾ 1 ਸੈਕਿੰਡ ਵੀ ਸਕਿਪ ਕੀਤਾ ਤੁਹਾਨੂੰ ਕਹਿ ਲਓ ਕਿ ਸਾਰਾ ਚੈਪਟਰ ਖਰਾਬ ਕਰ ਸਕਦਾ ਤੁਹਾਡਾ। ਠੀਕ ਹੈ, ਜਿਹੜੇ ਬਾਅਦ ਚੋਂ ਵੀ ਦੇਖ ਰਹੇ ਹੋ, ਪ੍ਰੀਮੀਅਰ ਦੇਖ ਰਹੇ ਹੋ, 1 ਵੀ ਸੈਕਿੰਡ ਸਕਿਪ ਨਾ ਕਰਿਓ। ਤੇ ਮੈਂ ਇਸ ਤੋਂ ਬਾਅਦ ਤੁਹਾਨੂੰ ਕਿ ਦੱਸ ਦੇਣਾ ਕਿ ਕੋਈ ਕਿਸੇ ਤਰ੍ਹਾਂ ਲਾਈਕ ਸ਼ੇਅਰ ਕਮੈਂਟ ਦੀ ਗੱਲ ਨਹੀਂ ਕਰੂੰਗਾ ਜਿੰਨਾ ਚਿਰ ਇਹ ਚੈਪਟਰ ਚੱਲੂਗਾ। ਕੋਸ਼ਿਸ਼ ਕਰੂੰਗਾ ਕਿ ਪੂਰੇ ਚੈਪਟਰ ਨੂੰ 1 ਵੀਡੀਓ ਦੇ ਵਿੱਚ ਹੀ ਖਤਮ ਕਰ ਦਈਏ। ਠੀਕ ਹੈ, ਇਹਦੇ ਨਾਲ ਕੀ ਹੈ, ਤੁਹਾਡਾ ਸਾਰਾ ਤੇ ਸਾਰਾ ਚੈਪਟਰ ਹੀ ਕੰਪਲੀਟ ਹੋ ਜਾਊਗਾ ਇੱਕ ਵੀਡੀਓ 'ਚ, ਤੇ ਨਾਲੇ ਤੁਹਾਨੂੰ ਜ਼ਿਆਦਾ ਕੀ ਹੈ ਵੇਟ ਕਰਨ ਦੀ ਵੀ ਲੋੜ ਪੈਣਗੀ। ਤਾਂ ਆਪਣਾ ਚੈਪਟਰ ਦਾ ਨਾਮ ਕੀ ਹੈ, ਚਲੋ ਸ਼ੁਰੂ ਕਰਦੇ ਹਾਂ ਹੁਣ। ਬਿਲਕੁਲ ਜਿਹੜੇ ਪੁਆਇੰਟ ਤੋਂ ਸ਼ੁਰੂ ਕਰੂੰਗਾ ਤੇ ਪੂਰੇ ਸਰਕਲ ਕਰਾ ਦੂੰਗਾ ਤੁਹਾਨੂੰ ਪੂਰਾ ਵੱਡਾ ਸਾਰਾ। ਬਸ ਤੁਸੀਂ ਧਿਆਨ ਦੇਣਾ, ਤੁਹਾਡਾ ਹੋਰ ਕੋਈ ਕੰਮ ਨਹੀਂ। ਮੈਟਰ ਇਨ ਆਵਰ ਸਰਾਊਂਡਿੰਗ। ਠੀਕ ਹੈ, ਕੈਮਿਸਟਰੀ ਦਾ ਚੈਪਟਰ 5 ਹੈ ਚੈਪਟਰ ਆਪਣੇ ਕੋਲੇ, ਮੈਟਰ ਇਨ ਆਵਰ ਸਰਾਊਂਡਿੰਗ। ਹੁਣ ਜਿਹੜੇ ਬੱਚਿਆਂ ਦੇ ਡਾਊਟ ਦਿਲ 'ਚ ਹੋਊਗਾ ਪੰਜਾਬੀ, ਤਾਂ ਮੈਂ ਹਰ ਇੱਕ ਚੀਜ਼ ਨਾਲ ਦੱਸੂਗਾ। ਬਸ ਜਿਹੜੇ ਵਰਡ ਹੁੰਦੇ ਆ ਨਾ ਥੋੜੇ ਜਿਹੇ ਇੰਗਲਿਸ਼ 'ਚ ਵੀ ਯਾਦ ਰੱਖ ਲਿਆ ਕਰੋ, ਕਿਉਂਕਿ ਇਹ ਸੌਖੇ ਲੱਗਦੇ ਆ ਇੰਗਲਿਸ਼ 'ਚ ਯਾਦ ਰੱਖਾਂਗੇ ਜਦੋਂ ਆਪਾਂ। ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਚੈਪਟਰ ਕੀ ਹੈ, ਮੈਟਰ ਇਨ ਆਵਰ ਸਰਾਊਂਡਿੰਗ। ਤਾਂ ਆਪਣੇ ਕੋਲ ਮੈਟਰ ਹੈ ਕੀ? ਸਭ ਤੋਂ ਪਹਿਲਾਂ ਆਪਾਂ ਗੱਲ ਹੀ ਇਹ ਕਰਾਂਗੇ ਕਿ ਮੈਟਰ ਕਹਿੰਦੇ ਕਿਹਨੂੰ ਹੈ। ਉਹ ਵਾਲਾ ਮੈਟਰ ਨਹੀਂਗਾ ਕਿ ਮੇਰਾ ਤਾਂ ਇਹਦੇ ਨਾਲ ਜੀ ਮੈਟਰ ਚੱਲੀ ਜਾਂਦਾ, ਮੈਂ ਨਹੀਂ ਇਹਦੇ ਨਾਲ ਬੋਲਦਾ ਜਾਂ ਮੈਂ ਇਹਨੂੰ ਅੱਗੇ ਦੇ ਨਾਲ ਗੱਲ ਨਹੀਂ ਕਰੂੰਗਾ, ਉਹ ਵਾਲਾ ਮੈਟਰ ਨਹੀਂ। ਆਪਾਂ ਗੱਲ ਕਰਨਾ ਸਾਇੰਸ ਦੇ ਅਕੋਰਡਿੰਗ ਮੈਟਰ। ਠੀਕ ਹੈ, ਕਿ ਸਾਇੰਸ ਦੇ ਅਕੋਰਡਿੰਗ ਆਪਣੇ ਕੋਲ ਮੈਟਰ ਹੈ ਕੀ। ਦੇਖੋ, ਕੋਈ ਜਮਾਂ ਸੌਖੇ ਤਰੀਕੇ ਨਾਲ ਕੋਈ ਵੀ, ਕਿਉਂਕਿ ਉੱਥੇ ਤੁਸੀਂ ਥਿਊਰੀ ਨਹੀਂ ਦੱਸਣੀ, ਸਿਰਫ ਤੁਸੀਂ ਥਿਊਰੀ ਯਾਦ ਰੱਖਣੀ ਹੈ। ਕੋਈ ਵੀ ਅਜਿਹੀ ਚੀਜ਼, ਠੀਕ ਹੈ, ਕੋਈ ਵੀ ਅਜਿਹੀ ਚੀਜ਼ ਜਿਹੜੀ ਨਾ ਤੁਹਾਡੇ ਆਲੇ ਦੁਆਲੇ ਹੈ, ਜਿਹੜੀ ਤੁਹਾਡੇ ਆਲੇ ਦੁਆਲੇ ਹੈ। ਠੀਕ ਹੈ, ਤੁਹਾਡੇ ਆਲੇ ਦੁਆਲੇ ਹੈ, ਉਹਨੂੰ ਕੀ ਕਵਾਂਗੇ ਆਪਾਂ? ਉਹ ਹੈਗੀ ਆਪਣੇ ਕੋਲੇ ਮੈਟਰ, ਉਹਨੂੰ ਕਵਾਂਗੇ ਮੈਟਰ। ਹੁਣ ਸਰ ਇਹਦੀ ਐਗਜ਼ਾਮਪਲ ਵੀ ਦਿਓ। ਸਾਡੇ ਆਲੇ ਦੁਆਲੇ ਤਾਂ ਬਹੁਤ ਕੁਛ ਹੈ। ਸਾਡੇ ਆਲੇ ਦੁਆਲੇ ਮੇਰੇ ਕੋਲ ਚੇਅਰ ਪਈ ਹੈ, ਮੈਂ ਬੈੱਡ ਤੇ ਬੈਠਾ ਹੋਇਆ, ਮੇਰੇ ਹੱਥ 'ਚ ਮੋਬਾਈਲ ਫੜਿਆ ਹੋਇਆ। ਠੀਕ ਹੈ, ਮੇਰੇ ਕੋਲ ਪੈਨ ਤੇ ਕਾਪੀ ਵੀ ਪਈ ਹੈ, ਮੈਂ ਸਾਹਮਣੇ ਮੇਰਾ ਜਿਹੜਾ ਕਹਿ ਲਓ ਕਿ ਦਰਵਾਜ਼ਾ ਲੱਗਿਆ ਹੋਇਆ, ਮੈਂ ਰੂਮ ਦੇ ਵਿੱਚ ਬੈਠਾ ਹੋਇਆ, ਪੱਖਾ ਚੱਲੀ ਜਾਂਦਾ ਸਿਰ ਤੇ। ਇਹ ਸਾਰੀਆਂ ਚੀਜ਼ਾਂ ਕੀ ਆ ਆਪਣੇ ਕੋਲੇ? ਇਹ ਹੈਗੀਆਂ ਮੈਟਰ। ਮੈਟਰ ਜੇ ਸਰ ਹੁਣ ਤੁਸੀਂ ਕਹੋਗੇ ਕਿ ਇਹ ਤਾਂ ਸਾਰੀਆਂ ਮੈਟਰ ਹੈ, ਤਾਂ ਇਹ ਫਿਰ ਸਾਰੀਆਂ ਸੇਮ ਚੀਜ਼ ਦੀਆਂ ਬਣਦੀਆਂ, ਤੇ ਇਹ ਸ਼ੇਪ ਕਿਉਂ ਅਲੱਗ-ਅਲੱਗ ਹੈ ਇਹਨਾਂ ਦੀ? ਚਲੋ ਇਹ ਚੀਜ਼ ਤੇ ਆਪਾਂ ਚੱਲਦੇ ਹਾਂ ਥੋੜੀ ਦੇਰ ਬਾਅਦ। ਪਹਿਲਾਂ ਦੇਖ ਲਓ ਇਹਦੇ ਵਿੱਚ ਆਂਦਾ ਕੀ ਹੈ। ਇਹਦੇ ਵਿੱਚ ਸੋਲਿਡ ਹੈ ਕੋਈ ਵੀ ਚੀਜ਼, ਉਹ ਵੀ ਆਊਗੀ। ਆਪਣੇ ਕੋਲੇ ਗੈਸ ਹੈ, ਉਹ ਵੀ ਆ ਜਾਊਗੀ, ਤੇ ਲਿਕੁਇਡ ਵਾਲੀ ਵੀ ਆ ਜਾਊਗੀ। ਠੀਕ ਹੈ, ਤਰਲ ਹੋ ਗਿਆ, ਤੇ ਆਪਣੇ ਕੋਲ ਠੋਸ ਹੋ ਗਿਆ, ਗੈਸ ਹੋ ਗਏ, ਸਾਰੀਆਂ ਚੀਜ਼ਾਂ ਮੈਟਰ ਦੇ ਵਿੱਚ ਆਉਂਦੀਆਂ। ਹੁਣ ਅੱਗੋਂ ਕੀ ਕਰਨਾ ਆਪਾਂ? ਹੁਣ ਇਹਨੂੰ ਤੁਸੀਂ ਜੇ ਕਹਿ ਲਓ ਕਿ ਸਾਇੰਸ ਦੀ ਲੈਂਗੁਏਜ ਦੇ ਵਿੱਚ ਇੱਕ ਛੋਟੀ ਜਿਹੀ ਡੈਫੀਨੇਸ਼ਨ ਪੁੱਛੀ ਜਾਵੇ, ਤੈਨੂੰ ਯਾਦ ਕਿਵੇਂ ਕਰੋਗੇ? ਤਾਂ ਇਹਦੇ ਵਿੱਚ ਕੀ ਹੈ ਕਿ ਐਨੀਥਿੰਗ, ਪੰਜਾਬੀ 'ਚ ਵੀ ਦੱਸੂਗਾ ਸਾਰਾ ਕੁਝ। ਐਨੀਥਿੰਗ that has mass, that has mass। ਠੀਕ ਹੈ, ਮਾਸ ਕੀ ਹੁੰਦਾ? ਪੁੰਜ ਹੁੰਦਾ ਆਪਣੇ ਕੋਲੇ। ਉਸ ਤੋਂ ਬਾਅਦ ਕੀ ਹੈ? ਐਂਡ occupy space। ਠੀਕ ਹੈ, ਕੋਈ ਵੀ ਇਹੋ ਜਿਹੀ ਚੀਜ਼, ਕੋਈ ਵੀ ਇਹੋ ਜਿਹੀ ਚੀਜ਼, ਕੋਈ ਵੀ ਮਤਲਬ ਕੋਈ ਵੀ ਇਹੋ ਜਿਹੀ ਚੀਜ਼ ਜਿੰਨਾ ਮਾਸ ਹੁੰਦਾ ਤੇ ਜਿਹੜੀ ਥਾਂ ਘੇਰਦੀ ਹੈ। ਠੀਕ ਹੈ, ਉਹਨੂੰ ਕੀ ਕਹਿੰਦੇ ਆ? ਉਹਨੂੰ ਕਹਿੰਦੇ ਆ ਮੈਟਰ। ਕਲੀਅਰ ਹੋ ਗਿਆ ਉਹਨਾਂ ਨਾਲ ਕਿ ਉਹਨੂੰ ਕੀ ਕਹਿੰਦੇ ਆ? ਮੈਟਰ। ਜਾਂ ਇੱਕ ਹੋਰ ਸੌਖੀ ਦੱਸ ਦਿੰਦਾ ਤੁਹਾਨੂੰ, ਮੈਟਰ ਰਟਾ ਕੇ ਛੱਡੂਗਾ ਮੈਂ, ਇੰਨੀ ਮੇਰੀ ਗਰੰਟੀ ਹੈ। ਬਸ ਤੁਸੀਂ ਸਿਰਫ ਇੱਕ ਟਾਈਮ ਦੇਣਾ ਆਪਦਾ। ਹੁਣ ਇੱਕ ਹੋਰ ਸੌਖੀ, we can either, ਇਹਦਾ ਕੀ ਹੁਣ ਮਤਲਬ ਕਰਾਂਗੇ ਆਪਾਂ ਅੱਗੇ? ਸੀ, ਠੀਕ ਹੈ, ਟੱਚ, ਉਸ ਤੋਂ ਬਾਅਦ ਕੀ ਹੈ ਆਪਣੇ ਕੋਲ? ਟੇਸਟ, ਫੀਲ। ਹੁਣ ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈ ਕਿ ਕੋਈ ਵੀ ਇਹੋ ਜਿਹੀ ਚੀਜ਼ ਜਿਹਨੂੰ ਆਪਾਂ ਟੱਚ ਕਰ ਸਕਦੇ ਹਾਂ,
ਉਹ ਦੇਖ ਸਕਦੇ ਆ, ਟੇਸਟ ਕਰ ਸਕਦੇ ਆ, ਫੀਲ ਕਰ ਸਕਦੇ ਆ, ਉਹਨੂੰ ਕੀ ਕਹਿੰਦੇ ਆ? ਮੈਟਰ ਕਹਿੰਦੇ ਆ। ਠੀਕ ਹੈ, ਉਹਨੂੰ ਕੀ ਕਹਿੰਦੇ ਆ? ਮੈਟਰ ਕਹਿੰਦੇ ਆ। ਹੁਣ ਫੀਲ ਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਫੀਲ ਦਾ ਅੱਗੋਂ ਡੈਫੀਨੇਸ਼ਨ ਵੀ ਦੱਸੂਗਾ, ਪਰ ਫੀਲ 'ਚ ਇਹ ਨਹੀਂ ਕਹਿਣਾ ਕਿ ਸਰ ਸਾਨੂੰ ਤਾਂ ਜੀ ਕਹਿ ਲਓ ਦੁੱਖ ਹੋਈ ਜਾਂਦਾ, ਉਹ ਵੀ ਮੈਟਰ ਹੈ। ਨਹੀਂ, ਚਲੋ ਤੁਹਾਡੀ ਗੱਲ ਮੰਨ ਲਈ ਕਿ ਮੈਂ ਕਹਤਾ ਜੀ ਫੀਲ ਹੈ, ਤੁਸੀਂ ਮੇਰੇ ਅੱਗੇ ਕੁਐਸਚਨ ਰੱਖਤਾ ਕਿ ਸਰ ਸਾਨੂੰ ਦੁੱਖ ਹੋਈ ਜਾਂਦਾ, ਕੀ ਉਹ ਮੈਟਰ ਹੈ? ਚਲੋ ਮੈਨੂੰ ਅੱਗੋਂ ਇਹ ਕੁਐਸਚਨ ਦੱਸੋ ਕਿ ਦੁੱਖ ਦਾ ਮਾਸ ਹੈਗਾ? ਦੁੱਖ ਸਪੇਸ ਘੇਰੀ ਜਾਂਦਾ? ਨਹੀਂ ਨਾ, ਤਾਂ ਦੁੱਖ ਕੀ ਹੈ? ਮੈਟਰ ਨਹੀਂ ਹੈਗਾ। ਇਹੀ ਚੀਜ਼ਾਂ ਯਾਦ ਰੱਖਣ ਵਾਲੀਆਂ ਜਿਹੜੀਆਂ ਤੁਹਾਨੂੰ ਨੰਬਰ ਦਵਾਉਣਗੀਆਂ। ਠੀਕ ਹੈ, ਚਲੋ ਹੁਣ ਚੱਲਦੇ ਆਪਾਂ ਅਗਲੇ ਪੁਆਇੰਟ ਤੇ। ਅਗਲਾ ਪੁਆਇੰਟ ਕੀ ਹੈ ਆਪਣੇ ਕੋਲੇ? ਉਹਨੇ ਬੰਦੇ ਕਾਦੇ? ਦੇ ਆਰ ਮੇਡ ਆਫ ਪਾਰਟੀਕਲਸ। ਜਿੰਨਾ ਮਰਜ਼ੀ ਟਾਈਮ ਲੱਗ ਜਾਏ, ਮੈਂ ਬੜੇ ਆਰਾਮ ਨਾਲ ਸਮਝਾਉਂਗਾ, ਬੜੇ ਵਧੀਆ ਢੰਗ ਨਾਲ ਸਮਝਾਉਂਗਾ, ਤੁਸੀਂ ਸਿਰਫ ਟਾਈਮ ਦੇਣਾ। ਹੁਣ ਇਹ ਬੰਦੇ ਕਾਦੇ? ਇਹ ਬੰਦੇ ਪਾਰਟੀਕਲਸ ਦੇ। ਠੀਕ ਹੈ, ਇਹ ਕਾਦੇ ਬੰਦੇ ਆਪਣੇ ਕੋਲੇ? ਪਾਰਟੀਕਲਸ ਦੇ ਬੰਦੇ ਆ। ਜਿਵੇਂ ਐਗਜ਼ਾਮਪਲ, ਜਿਵੇਂ ਹੁਣ ਮੰਨ ਕੇ ਚਲੋ ਕਾਰਬਨ। ਕਾਰਬਨ ਕਾਹਦਾ ਬਣਿਆ? ਕਾਰਬਨ ਦੇ ਐਲੀਮੈਂਟ ਦਾ ਬਣਿਆ। ਐਲੀਮੈਂਟ ਕੀ ਹੈ? ਐਟਮ ਦਾ ਬਣਿਆ। ਐਟਮ ਆਪਣੇ ਕੋਲ ਕੀ ਹੈ? ਇੱਕ ਪਾਰਟੀਕਲ ਹੈ, ਸਭ ਤੋਂ ਛੋਟਾ ਪਾਰਟੀਕਲ ਹੈ। ਹੁਣ ਤੁਸੀਂ ਕਹੋਗੇ ਸਰ ਸਾਰੀਆਂ ਚੀਜ਼ਾਂ ਜੇ ਐਟਮ ਦੀਆਂ ਬਣੀਆਂ ਤਾਂ ਸੇਮ ਕਿਉਂ ਨਹੀਂ? ਉਹੀ ਕੁਐਸਚਨ ਫਿਰ ਦਿਮਾਗ 'ਚ ਆ ਗਿਆ ਕਿ ਸਾਰੀਆਂ ਚੀਜ਼ਾਂ ਜੇ ਐਟਮ ਦੀਆਂ ਬਣੀਆਂ ਤਾਂ ਸੇਮ ਕਿਉਂ ਨਹੀਂ? ਹੁਣ ਤੁਸੀਂ ਬਲੈਕ ਬੋਰਡ ਤੇ ਲਿਖੀ ਜਾਂਦੇ ਆ, ਪੈਨ ਨਾਲ ਲਿਖੀ ਜਾਂਦੇ ਆ, ਲੈਪਟਾਪ ਚਲਾਈ ਜਾਂਦੇ ਆ, ਇਹ ਐਟਮ ਦੇ ਬਣੇ ਆ ਤੇ ਸੇਮ ਕਿਉਂ ਨਹੀਂ? ਦੇਖੋ, ਹਰ ਇੱਕ ਚੀਜ਼ ਆਪਦੇ ਆਪਦੇ ਐਟਮ ਦੀ ਬਣੀ ਹੈ। ਠੀਕ ਹੈ, ਹੁਣ ਚਲੋ ਇਸੇ ਦੀ ਐਗਜ਼ਾਮਪਲ ਆਪਣੀ ਦੇਸੀ ਭਾਸ਼ਾ 'ਚ ਲੈ ਲੈਂਦੇ ਆ। ਜੇ ਮੰਨ ਕੇ ਚਲੋ ਕੁਲਵਿੰਦਰ। ਕੁਲਵਿੰਦਰ ਦੇ ਪਾਪਾ ਦਾ ਨਾਮ ਹੈ ਸੁਖਚੈਨ ਸਿੰਘ। ਠੀਕ ਹੈ, ਤੇ ਮੰਮਾ ਦਾ ਨਾਮ ਕੀ ਹੈ? ਉਧਰੋਂ ਉਸ ਤੋਂ ਮੰਨ ਕੇ ਚਲੋ ਕੁਲਵਿੰਦਰ ਦੇ ਮੰਮਾ ਦਾ ਨਾਮ ਹੈਗਾ ਸੀਤਾ ਕੌਰ। ਚਲੋ ਕੋਈ ਵੀ ਨਾਮ ਮੈਨੂੰ ਹੁਣ ਦਿਮਾਗ 'ਚ ਨਹੀਂ ਆ ਰਿਹਾ ਜਿਹੜਾ ਸੈੱਟ ਬੈਠਦਾ ਹੋਵੇ, ਪਰ ਐਗਜ਼ਾਮਪਲ ਜ਼ਰੂਰ ਸੁਣ ਲਿਓ। ਹੁਣ ਹੈ ਤਾਂ ਇਹ ਵੀ ਮੰਨ ਕੇ ਚਲੋ ਇੱਕ ਜੈਂਟਸ, ਇਹ ਕੀ ਹੈ? ਲੇਡੀਜ਼। ਠੀਕ ਹੈ, ਜੈਂਟਸ ਤੇ ਲੇਡੀਜ਼ ਤੋਂ ਕੀ ਬੰਦਾ? ਉਹਨਾਂ ਦੇ ਬੰਦੇ ਆ ਮੰਨ ਕੇ ਚਲੋ ਸਨ, ਡਾਟਰ। ਠੀਕ ਹੈ, ਚਿਲਡਰਨ ਉਹਨਾਂ ਦੇ। ਠੀਕ ਹੈ, ਜੈਂਟਸ ਤੇ ਲੇਡੀਜ਼ ਤੋਂ ਹੀ ਆ ਨਾ, ਕਿ ਅੱਗੋਂ ਅੱਗੋਂ ਆਪਣੀ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੁੰਦਾ ਸਾਰਾ ਕੁਝ। ਹੁਣ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਜੀ ਬਣੇ ਤਾਂ ਜੈਂਟਸ ਤੇ ਲੇਡੀਜ਼ ਤੋਂ ਹੀ ਆ ਸਾਰੇ ਜਣੇ, ਤਾਂ ਸਾਰੇ ਸੇਮ ਕਿਉਂ ਨਹੀਂ? ਸਾਰਿਆਂ ਦੇ ਜੀਨਸ ਡੀਐਨਏ ਅਲੱਗ-ਅਲੱਗ ਹੈ। ਇਹੀ ਰੀਜ਼ਨ ਹੈ, ਬੰਦੇ ਸਾਰੇ ਐਟਮ ਤੋਂ ਹੀ ਆ, ਪਰ ਉਹਨਾਂ ਦੇ ਜਿਹੜੇ ਕਹਿ ਲਓ ਕੈਮੀਕਲ, ਜਿਹੜੇ ਕੈਮੀਕਲ ਚੀਜ਼ਾਂ ਜਿਹੜੀਆਂ, ਠੀਕ ਹੈ, ਫਿਜ਼ੀਕਲ ਸਟੇਟਸ ਹੈ, ਕੈਮੀਕਲ ਸਟੇਟਸ ਹੈ, ਸਾਰੀਆਂ ਕੀ ਹੈ? ਅਲੱਗ-ਅਲੱਗ ਹੈ। ਇਦੋਂ ਸੌਖੀ ਐਗਜ਼ਾਮਪਲ ਨਹੀਂ ਤੁਹਾਨੂੰ ਮੈਂ ਕੋਈ ਵੀ ਦੇ ਸਕਦਾ। ਚਲੋ ਮੈਟਰ ਸਮਝ ਲੱਗ ਗਿਆ ਸਾਰਿਆਂ ਨੂੰ। ਲਾਸਟ ਵਾਰੀ ਇੱਕ ਹੋਰ ਦੱਸ ਦਿੰਦਾ ਕਿ ਜਿਹੜੀਆਂ ਵੀ ਚੀਜ਼ਾਂ ਨੂੰ ਆਪਾਂ ਦੇਖ ਸਕਦੇ ਹਾਂ, ਛੂ ਸਕਦੇ ਹਾਂ, ਫੀਲ ਕਰ ਸਕਦੇ ਹਾਂ, ਤੇ ਇੱਕ ਸਪੈਸ਼ਲ ਮੈਂਸ਼ਨ ਕੀਤਾ ਹੋਣਾ ਚਾਹੀਦਾ ਕਿ ਉਹਨਾਂ ਦਾ ਮਾਸ ਹੋਵੇ ਤੇ ਓਕਿਊਪਾਈ ਕਰਦੇ ਹੋਣ, ਸਪੇਸ ਘੇਰਦੇ ਹੋਣ, ਥਾਂ ਘੇਰਦੇ ਹੋਣ, ਉਹਨਾਂ ਨੂੰ ਕੀ ਕਹਿੰਦੇ ਆ? ਮੈਟਰ ਕਹਿੰਦੇ ਆ। ਹੁਣ ਇੱਥੋਂ ਆਪਣੀ ਨੀਂਹ ਪੱਥਰ ਰੱਖਿਆ ਗਿਆ ਲੈਸਨ ਦਾ। ਹੁਣ ਚੱਲਦੇ ਆ ਭਾਗੇ। ਹੁਣ ਦੇਖੋ, ਹੁਣ ਆਪਾਂ ਜੇ ਕੋਈ ਚੀਜ਼ ਹੈਗੀ ਹੈ ਤਾਂ ਦੂਸਰੀ ਚੀਜ਼ ਕੀ ਹੈ? ਮਤਲਬ ਨਹੀਂ ਵੀ ਹੋਊਗੀ। ਜਿਵੇਂ ਮੈਂ ਤੁਹਾਨੂੰ ਦੁੱਖ ਦੀ ਐਗਜ਼ਾਮਪਲ ਦਿੱਤੀ ਸੀਗੀ, ਤੇ ਜੇ ਦੁੱਖ ਤਾਂ ਹੁਣ ਚਲੋ ਆਪਣਾ ਐਗਜ਼ਾਮਪਲ ਇੰਨੀ ਛੇਤੀ ਨਹੀਂ ਪਾਉਂਦੇ, ਉਹ ਸੌਖੀ ਨਹੀਂ ਪਾਉਂਦੇ ਐਗਜ਼ਾਮਪਲ। ਜੇ ਮੰਨ ਕੇ ਚਲੋ ਤੁਹਾਨੂੰ ਪੁੱਛਿਆ ਜਾਵੇ ਕਿ ਲਾਈਟ, ਉਸ ਤੋਂ ਬਾਅਦ ਸ਼ੈਡੋ, ਇਹ ਮੋਸਟ ਇੰਪੋਰਟੈਂਟ ਲਿਖਾਣ ਲੱਗਿਆ ਤੁਹਾਨੂੰ ਮੈਂ। ਇਹਨਾਂ ਦੇ ਕੁਐਸਚਨ ਆਣਗੇ ਪੱਕਾ। ਸਾਊਂਡ, ਠੀਕ ਹੈ, ਆ ਪੇਨ, ਔਰ ਉਸ ਤੋਂ ਬਾਅਦ ਹੈਪੀਨੈਸ, ਜਿਹੜਾ ਹੁਣੇ ਤੁਹਾਨੂੰ ਦੱਸਿਆ ਸੀਗਾ ਮੈਂ, ਦੁੱਖ। ਤੇ ਉਸ ਤੋਂ ਬਾਅਦ ਆ ਖੁਸ਼ੀ ਹੋ ਗਈ ਆਪਣੇ ਕੋਲੇ, ਦੁੱਖ ਵੀ ਲਾ ਲਓ। ਠੀਕ ਹੈ, ਤੇ ਇਹ ਕਿਉਂ? ਇਹ ਕੀ ਆਪਣੇ ਕੋਲੇ? ਇਹ ਸਭ ਮੈਟਰ ਨਹੀਂ ਹੈਗੇ। ਮੈਟਰ ਨਹੀਂ ਹੈਗੇ, ਨਹੀਂ ਹੈਗੇ। ਠੀਕ ਹੈ, ਹੁਣ ਹੈਪੀਨੈਸ ਨੂੰ ਕਿਵੇਂ ਮੈਟਰ ਚ ਇਹਦਾ ਮਾਸ ਹੈਗਾ ਕੋਈ? ਪੇਨ ਦਾ ਕੋਈ ਮਾਸ ਹੈਗਾ? ਸਾਊਂਡ, ਸਾਊਂਡ ਨੂੰ ਜ਼ਰੂਰ ਹੁਣ ਤੁਸੀਂ ਕਹਿ ਦੋਗੇ ਕਿ ਸਰ ਅਸੀਂ ਤਾਂ ਸਾਊਂਡ ਨੂੰ ਮਿਣ ਵੀ ਸਕਦੇ ਹਾਂ, ਹਰਟਸ ਦੇ ਨਾਲ ਕਾਊਂਟ ਕਰਦੇ ਹਾਂ, ਪਰ ਇਹਨਾਂ ਮਾਸ ਨਹੀਂ ਹੈਗਾ। ਠੀਕ ਹੈ, ਇਹਨਾਂ ਮਾਸ ਹੁਣ ਦੇਖੋ ਮੈਂ ਕੀ ਹੈ ਬੋਲੀ ਜਾਂਦਾ, ਜੇ ਮੈਂ ਚੁੱਪ ਵੀ ਬੈਠ ਗਿਆ ਕੋਈ ਇਹਦੇ ਨਾਲ ਤਾਂ ਇਹ ਤਾਂ ਨਹੀਂ ਮੈਨੂੰ ਥਾਂ ਜ਼ਿਆਦਾ ਮਿਲ ਜੂਗੀ, ਥਾਂ ਤਾਂ ਮੇਰੀ ਉਨੀ ਹੈ। ਸ਼ੈਡੋ ਤੇ ਲਾਈਟ, ਆ ਸਾਰੀਆਂ ਚੀਜ਼ਾਂ ਕੀ ਹੈ? એનર્ਜੀ ਹੈ, ਸਿਰਫ એનર્ਜੀ ਚ ਕਾਊਂਟ ਹੁੰਦੀਆਂ ਹੈ। ਠੀਕ ਹੈ, ਇਸ ਸਾਰੀਆਂ ਚੀਜ਼ਾਂ ਕੀ ਹੈ? ਲਾਈਟ ਹੋ ਗਿਆ, ਸਾਊਂਡ ਹੋ ਗਿਆ, ਸ਼ੈਡੋ ਨਹੀਂ। ਸ਼ੈਡੋ ਨੂੰ ਨਾ એનર્ਜੀ ਚ ਕਾਊਂਟ ਕਰ ਲਿਓ। ਠੀਕ ਹੈ, ਮੈਂ ਲਾਈਟ ਤੇ ਸਾਊਂਡ ਦੀ ਗੱਲ ਕਰ ਰਿਹਾ। ਲਾਈਟ ਤੇ ਸਾਊਂਡ, ਇਹ ਕੀ ਹੈ ਆਪਣੇ ਕੋਲੇ? એનર્ਜੀ ਹੈ। ਠੀਕ ਹੈ, ਇਹ ਆਪਣੇ ਮਾਸ ਨਹੀਂ ਓਕੂਪਾਈ ਕਰਦੀਆਂ, ਨਾ ਸਪੇਸ ਕੋਈ ਓਕੂਪਾਈ ਕਰ ਰਹੀਆਂ, ਤਾਂ ਇਹ ਕੀ ਹੈ? ਨੋਟ ਅ ਮੈਟਰ। ਹੁਣ ਇਹ ਵੀ ਕਲੀਅਰ ਹੋ ਗਿਆ ਕਿ ਮੈਟਰ ਕਿਹੜੀਆਂ ਚੀਜ਼ਾਂ ਨੂੰ ਰੱਖਿਆ ਜਾਂਦਾ ਹੈ ਤੇ ਕਿਹੜੀਆਂ ਚੀਜ਼ਾਂ ਨੂੰ ਨਹੀਂ ਰੱਖਿਆ ਜਾਂਦਾ। ਕਨਸੈਪਟ ਕਲੀਅਰ ਹੈ। ਹੁਣ ਚੱਲਦੇ ਆਪਾਂ ਅੱਗੇ। ਹੁਣ ਮੈਟਰ ਦੇ ਵਿੱਚ ਆਂਦਾ ਕੀ ਕੀ ਹੈ ਆਪਣੇ ਕੋਲੇ? ਮੈਟਰ ਵਿੱਚ ਆਂਦਾ ਕੀ ਕੀ ਹੈ? ਸੋਲਿਡ,
ਇੱਥੋਂ ਧਿਆਨ ਨਾਲ ਸਮਝ ਲਿਓ, ਜੇ ਸਾਰਾ ਚੈਪਟਰ ਸਮਝਣਾ ਤਾਂ। ਜੇ ਤੁਹਾਡਾ ਧਿਆਨ ਇਹ ਰਿਹਾ ਕਿ ਸਰ ਬੋਰ ਕਰੀ ਜਾਂਦੇ ਆ ਜਾਂ ਵਿਊਜ਼ ਲਈ ਜਾਂਦੇ, ਨਹੀਂ, ਇਹਨਾਂ ਕੰਮਾਂ 'ਚ ਨਹੀਂ, ਸਿਰਫ ਇਹ ਧਿਆਨ ਨਾਲ ਸਮਝ ਲਿਓ। ਇੱਕ ਚੀਜ਼ ਹੋਰ ਦੱਸ ਦਿੰਦਾ, ਜੇ ਕੋਈ ਪਿਛਲੇ 'ਚ ਡਾਊਟ ਹੈਗਾ ਨਾ, ਠੀਕ ਹੈ, ਪਿਛਲੇ ਵਾਲੀ ਚੀਜ਼ 'ਚ ਜਿਹੜਾ ਮੈਟਰ 'ਚ ਡਾਊਟ ਹੈਗਾ ਉਹ ਕਮੈਂਟ ਕਰਕੇ ਪੁੱਛ ਲਿਓ, ਪਰ ਹੁਣ ਨਾ ਉਹਦੇ ਚੁੱਲ ਜਿਓ, ਕਿਉਂਕਿ ਪਿੱਛੇ ਧਿਆਨ ਰਹਿ ਗਿਆ ਤਾਂ ਅਗਲਾ ਸਮਝ ਨਹੀਂ ਆਣਾ, ਫਿਰ ਅਗਲੇ 'ਚ ਵੀ ਡਾਊਟ ਹੋ ਜਾਣਾ। ਵੈਸੇ ਪਿਛਲੇ 'ਚ ਡਾਊਟ ਕੋਈ ਨਹੀਂ ਹੈਗਾ, ਇੰਨਾ ਮੈਂ ਤੁਹਾਨੂੰ ਦੱਸ ਦਿੰਦਾ, ਬਿਲਕੁਲ ਸੌਖੇ ਤਰੀਕੇ ਨਾਲ ਸਮਝਾਇਆ। ਹੁਣ ਦੇਖੋ, ਇਹ ਬੰਦੇ ਕਾਹਦੀਆਂ ਚੀਜ਼ਾਂ ਸਾਰੀਆਂ, ਪਾਰਟੀਕਲਸ ਦੀਆਂ। ਮੈਂ ਬਿਲਕੁਲ ਜਵਾਕਾਂ ਵਾਂਗੂ ਸਮਝਾਉਂਗਾ, ਇਹ ਕਾਹਦੀਆਂ ਬੰਦੀਆਂ, ਪਾਰਟੀਕਲਸ ਦੀਆਂ ਬੰਦੀਆਂ। ਹੁਣ ਦੇਖੋ, ਹੁਣ ਸੋਲਿਡ ਵੀ ਪਾਰਟੀਕਲ ਦੇ ਬੰਦੇ ਆ, ਲਿਕੁਇਡ ਵੀ ਪਾਰਟੀਕਲ ਦੇ ਬੰਦੇ ਆ, ਤੇ ਗੈਸਿਸ ਵੀ ਪਾਰਟੀਕਲ ਦੀਆਂ ਬੰਦੀਆਂ। ਹੁਣ ਇਹਨਾਂ ਦਾ ਡਿਫਰੈਂਸ ਕੀ ਹੁੰਦਾ, ਜਿਹੜੇ ਸੋਲਿਡ ਹੁੰਦੇ ਆ ਨਾ, ਆਪਾਂ ਇਹਨਾਂ ਦੀ ਲਾਈਨ ਬਣਾ ਲੈਂਦੇ ਆ, ਫਿਰ ਤੁਹਾਨੂੰ ਮੈਂ ਸਮਝਾਉਂਗਾ ਚੰਗੀ ਤਰ੍ਹਾਂ। ਸੋਲਿਡ, ਲਿਕੁਇਡ ਤੇ ਗੈਸ। ਸੋਲਿਡ ਨੂੰ ਠੋਸ ਕਹਿ ਦਿੰਦੇ ਆ, ਲਿਕੁਇਡ ਨੂੰ ਤਰਲ ਕਹਿ ਦਿੰਦੇ ਆ, ਤੇ ਗੈਸ ਤਾਂ ਗੈਸ ਹੀ ਹੁੰਦੀਆਂ, ਠੀਕ ਹੈ। ਹੁਣ ਸੋਲਿਡ ਹੁੰਦੇ ਆ ਸਖਤ, ਇਹ ਸਭ ਨੂੰ ਪਤਾ ਹੀ ਹੈ, ਤੇ ਲਿਕੁਇਡ ਹੁੰਦੇ ਆ ਕਿ ਤਰਲ ਅਵਸਥਾ ਦੇ ਵਿੱਚ ਹੋ ਗਏ। ਤਰਲ ਅਵਸਥਾ ਦੇ ਵਿੱਚ ਮੰਨ ਕੇ ਚਲੋ ਇਹਨਾਂ ਦਾ ਮਾਸ ਵੀ ਹੁੰਦਾ, ਇਹ ਸਪੇਸ ਵੀ ਘੇਰਦੇ ਆ, ਸਾਰਾ ਕੁਝ ਕਰਦੇ ਆ, ਠੀਕ ਹੈ। ਤੇ ਗੈਸ ਹੁੰਦੀਆਂ ਜਿਹੜੀਆਂ, ਉਹ ਤਾਂ ਹਵਾ ਦੇ ਵਿੱਚ ਹੀ ਹੁੰਦੀਆਂ ਆਪਣੀਆਂ। ਹੁਣ ਸੋਲਿਡ ਬੰਦੇ ਕਿਵੇਂ ਆ, ਜਿਹੜੇ ਪਾਰਟੀਕਲ ਹੁੰਦੇ ਆ ਨਾ, ਧਿਆਨ ਨਾਲ ਸਮਝ ਲਿਓ, ਜਿਹੜੇ ਪਾਰਟੀਕਲ ਹੁੰਦੇ ਆ ਸੋਲਿਡ ਵਿੱਚ, ਉਹ ਹੁੰਦੇ ਆ ਨੇੜੇ ਨੇੜੇ, ਨੇੜੇ ਨੇੜੇ ਹੁੰਦੇ ਆ ਬਹੁਤ ਜ਼ਿਆਦਾ, ਠੀਕ ਹੈ। ਉਹ ਜਮਾਂ ਨੇੜੇ ਨੇੜੇ ਹੁੰਦੇ ਆ। ਹੁਣ ਜਿਵੇਂ ਮੰਨ ਲਓ ਮੇਰੇ ਕੋਲ 6 ਪਾਰਟੀਕਲ ਆ ਆਲੇ, ਠੀਕ ਹੈ, ਚਲੋ ਵੱਧ ਕਰ ਦਿੰਦੇ ਆਪਾਂ। ਪਾਰਟੀਕਲ ਹੈ ਨਾ ਸਾਰੇ, ਇਹਨਾਂ ਨੇ ਜੁੜ ਕੇ ਕੀ ਬਣਾਤਾ, ਇੱਕ ਬਾਕਸ ਬਣਾਤਾ, ਇਹ ਕੀ ਬਣ ਗਿਆ ਆਪਣੇ ਕੋਲ, ਸੋਲਿਡ। ਹੁਣ ਚਲਦੇ ਆਪਾਂ ਤਰਲ ਵੱਲ, ਤੇ ਇਹਦੇ ਪਾਰਟੀਕਲ ਕੀ ਹੋਣਗੇ, ਇਹਦੇ ਪਾਰਟੀਕਲ ਹੋਣਗੇ ਥੋੜੇ ਥੋੜੇ ਦੂਰ, ਸੋਲਿਡ ਨਾਲੋਂ ਥੋੜੇ ਥੋੜੇ ਦੂਰ ਹੋਣਗੇ, ਥੋੜੇ ਦੂਰ, ਕਲੀਅਰ ਹੈ। ਤੇ ਹਵਾ ਦੇ ਵਿੱਚ ਕੀ ਹੈ, ਹੁਣ ਤਾਂ ਹਵਾ ਦੇ ਵਿੱਚ ਤਾਂ ਇਹ ਹੁਣ ਇਹ ਤਾਂ ਹੈ ਨਹੀਂ ਨਾ ਕਿ ਤੁਸੀਂ ਬੈਠੇ ਹੋਏ ਹੋ, ਪੱਖਾ ਦੀ ਹਵਾ ਲੈ ਰਹੇ ਹੋ, ਪੱਖੇ ਦੀ ਹਵਾ ਇਹ ਹੈ ਤੁਹਾਨੂੰ ਫੀਲ ਹੋ ਰਹੀ ਹੈ, ਤੁਹਾਡੇ ਵੱਜ ਨਹੀਂ ਰਹੀ, ਠੀਕ ਹੈ। ਜੇ ਉਹਦੇ ਪਾਰਟੀਕਲ ਨੇੜੇ ਨੇੜੇ ਹੁੰਦੇ, ਜੇ ਸੋਲਿਡ ਹੈ, ਸੋਲਿਡ ਇੱਟ ਆ ਆਪਣੇ ਕੋਲੇ, ਜੇ ਹਵਾ ਵਾਂਗੂ ਤੁਸੀਂ ਇੱਟ ਦੇ ਥੱਲੇ ਬੈਠੇ ਹੁੰਦੇ ਤਾਂ ਇੱਟ ਤਾਂ ਤੁਹਾਡੇ ਸਿਰ ਤੇ ਵਈ ਨਹੀਂ ਸੀ ਆ ਕੇ, ਠੀਕ ਹੈ। ਹਵਾ ਕੀ ਹੈ, ਹਵਾ ਫੀਲ ਹੋ ਰਹੀ ਹੈ, ਤੁਹਾਨੂੰ ਵਧੀਆ ਮਹਿਸੂਸ ਹੋ ਰਿਹਾ ਗਰਮੀ ਦੇ ਵਿੱਚ, ਪਰ ਕੀ ਹੈ ਉਹਦੇ ਵਿੱਚ ਕੀ ਹੈ, ਤੁਹਾਨੂੰ ਕੋਈ ਪੇਨ ਨਹੀਂ ਮਹਿਸੂਸ ਹੋ ਰਿਹਾ। ਤਾਂ ਗੈਸ ਵਿੱਚ ਪਾਰਟੀਕਲ ਕੀ ਹੈ, ਦੂਰ ਦੂਰ ਆ, ਇਹੀ ਰੀਜ਼ਨ ਹੈ ਕਿ ਤੁਹਾਨੂੰ ਕੋਈ ਪੇਨ ਨਹੀਂ ਮਹਿਸੂਸ ਹੋ ਰਿਹਾ, ਸਿਰਫ ਤੁਹਾਨੂੰ ਮਹਿਸੂਸ ਹੋ ਰਹੀ ਹੈ ਚੀਜ਼ ਕਿ ਵਧੀਆ ਚੀਜ਼ ਹੈ ਇਹ। ਤਾਂ ਗੈਸ ਵਿੱਚ ਕੀ ਹੈ, ਪਾਰਟੀਕਲ ਦੂਰ ਦੂਰ ਹੈ, ਕਲੀਅਰ ਹੈ ਇੰਨਾ ਵੀ, ਕਿ ਸੋਲਿਡ ਵਿੱਚ ਪਾਰਟੀਕਲ ਨੇੜੇ ਨੇੜੇ ਹੁੰਦੇ ਆ, ਲਿਕੁਇਡ ਵਿੱਚ ਪਾਰਟੀਕਲ ਕੀ ਹੁੰਦੇ ਆ, ਥੋੜੇ ਜਿਹੇ ਦੂਰ ਹੁੰਦੇ ਆ, ਤੇ ਗੈਸ ਵਿੱਚ ਕੀ ਆ, ਬਹੁਤ ਜ਼ਿਆਦਾ ਦੂਰ ਹੁੰਦੇ ਆ। ਹੁਣ ਇਹਨਾਂ ਨੂੰ ਅੱਗੇ ਐਗਜ਼ਾਮਪਲਸ ਵੀ ਕਰਾਂਗੇ, ਬੇਫਿਕਰ ਹੋ ਜਾਓ, ਤੁਸੀਂ ਥਿਊਰੀ ਨਾਲ ਨਹੀਂ ਆਪਾਂ ਖੜਾ ਛੱਡਦੇ। ਚਲੋ ਹੁਣ ਇੱਕ ਚੀਜ਼ ਜਿਹੜੀ ਮੇਨ ਹੈ, ਠੀਕ ਹੈ, ਤੇ ਜਿਹੜੀ ਪੁੱਛੀ ਵੀ ਜਾ ਸਕਦੀ ਹੈ ਐਗਜ਼ਾਮ 'ਚ, ਜਿੰਨਾ ਕੋਈ ਇੱਕ ਅੱਧਾ ਪੁਆਇੰਟ ਵੀ ਬਣ ਸਕਦਾ। ਹੁਣ ਦੇਖੋ, ਤੁਹਾਨੂੰ ਪੰਜਾਬੀ 'ਚ ਵੀ ਦੱਸੂਗਾ, ਸੋਲਿਡ ਹੈਵ ਡੈਫੀਨਾਈਟ, ਇਹਨਾਂ ਕੀ ਹੈ, ਸਹੀ ਜਾਂ ਗਲਤ 'ਚ ਪੁੱਛਿਆ ਜਾ ਸਕਦਾ ਹੈ, ਇਹ ਯਾਦ ਰੱਖਿਓ ਗੱਲ ਮੇਰੀ। ਡੈਫੀਨਾਈਟ ਸ਼ੇਪ ਐਂਡ ਡੈਫੀਨਾਈਟ ਵੋਲੀਅਮ। ਐਗਜ਼ਾਮਪਲ ਦਊਂਗਾ। ਹੁਣ ਇਹਦੇ ਕਹਿਣ ਦਾ ਮਤਲਬ ਕੀ ਹੈ ਕਿ ਸੋਲਿਡ ਹੈ ਨਾ ਜਿਹੜਾ, ਉਹਦੀ ਪ੍ਰੋਪਰ ਸ਼ੇਪ ਵੀ ਹੁੰਦੀ ਹੈ। ਹੁਣ ਤੁਹਾਡੇ ਫੋਨ ਤੋਂ ਲੈ ਲਓ, ਠੀਕ ਹੈ, ਫੋਨ ਕੀ ਹੈ ਤੁਹਾਡਾ, ਉਹਦੀ ਪ੍ਰੋਪਰ ਸ਼ੇਪ ਹੈ, ਠੀਕ ਹੈ। ਉਹ ਮੰਨ ਕੇ ਚਲੋ ਆਪਾਂ ਉਹਨੂੰ ਰੈਕਟੈਂਗਲ 'ਚ ਰੱਖ ਲੈਂਦੇ ਹਾਂ, ਰੈਕਟੈਂਗਲ ਟਾਈਪ ਦਾ ਉਹ, ਠੀਕ ਹੈ, ਐ ਕਰਕੇ ਫੋਨ ਦੀ ਕੀ ਹੈ ਕਿ ਸ਼ੇਪ ਹੈ ਪ੍ਰੋਪਰ। ਹੁਣ ਇਹ ਤਾਂ ਹੈ ਨਹੀਂ ਤੁਸੀਂ ਉਹਨੂੰ ਮਰੋੜ ਲਓਗੇ ਤਾਂ ਉਹਦੀ ਸ਼ੇਪ ਚੇਂਜ ਹੋਗੀ, ਉਹਦੀ ਡੈਫੀਨੇਟ ਸ਼ੇਪ ਆ ਉਹ, ਤੇ ਮਰੋੜ ਲਓਗੇ ਤਾਂ ਟੁੱਟ ਹੀ ਜਾਊਗਾ ਉਹ। ਡੈਫੀਨੇਟ ਸ਼ੇਪ ਆ ਉਹਦੀ ਫੋਨ ਦੀ, ਠੀਕ ਹੈ, ਤੇ ਉਹਦੇ ਕੋਲ ਡੈਫੀਨੇਟ ਵੋਲੀਅਮ ਵੀ ਹੈਗਾ, ਡੈਫੀਨੇਟ ਵੋਲੀਅਮ ਵੀ ਹੈਗਾ ਉਹਦੇ ਕੋਲ, ਕਿੰਨਾ ਉਹਦਾ ਵੋਲੀਅਮ ਹੈ, ਠੀਕ ਹੈ। ਜਦੋਂ ਦੋਵੇਂ ਚੀਜ਼ਾਂ ਹੋਣ, ਡੈਫੀਨਾਈਟ ਸ਼ੇਪ ਵੀ ਹੋਵੇ, ਡੈਫੀਨਾਈਟ ਵੋਲੀਅਮ ਵੀ ਹੋਵੇ, ਉਹਨੂੰ ਕੀ ਕਹਿੰਦੇ ਆਪਾਂ, ਸੋਲਿਡ। ਇੱਕ ਪੁਆਇੰਟ ਕਲੀਅਰ ਹੋ ਗਿਆ ਕਿ ਉਹਨੂੰ ਆਪਾਂ ਕੀ ਕਹਿੰਦੇ ਆ, ਉਹਨੂੰ ਆਪਾਂ ਕਹਿੰਦੇ ਆ ਸੋਲਿਡ। ਹੁਣ ਚੱਲਦੇ ਆ ਦੂਸਰੇ ਪੁਆਇੰਟ ਤੇ, ਹੁਣ ਆ ਜੋ ਲਿਕੁਇਡ ਦੇ। ਇੱਕ ਇੱਕ ਪੁਆਇੰਟ ਦਾ ਫਰਕ ਕੀ ਹੈ, ਬਸ ਇੱਥੇ ਸਾਰੀ ਚੀਜ਼ ਚੇਂਜ ਹੋ ਜਾਂਦੀ ਹੈ। ਲਿਕੁਇਡ, ਠੀਕ ਹੈ, ਲਿਕੁਇਡ ਦੇ ਵਿੱਚ ਕੀ ਹੈ, ਲਿਕੁਇਡ ਦੇ ਵਿੱਚ ਹੁਣ ਮੰਨ ਕੇ ਚਲੋ ਤੁਹਾਡੇ ਸਾਹਮਣੇ ਪਾਣੀ ਪਿਆ, ਪਾਣੀ ਦਾ ਕੀ ਹੈ, ਪਾਣੀ ਦਾ ਕੁਛ ਹੈਗਾ, ਪਾਣੀ ਦੀ ਸ਼ੇਪ ਹੈਗੀ ਹੈ, ਕਿਉਂਕਿ ਜੇ ਉਹਨੂੰ ਬੋਤਲ 'ਚ, ਹੁਣ ਇਹ ਨਾ ਕਹਿ ਦਿਓ ਹਾਂਜੀ ਬੋਤਲ 'ਚ ਪਾਓਗੇ ਤਾਂ ਉਹਨੇ ਬੋਤਲ ਦੀ ਸ਼ੇਪ ਦਾ ਹੋ ਜਾਣਾ, ਜੇ ਉਹਨੂੰ ਬਾਲਟੀ ਦੇ ਵਿੱਚ ਪਾਓਗੇ ਤਾਂ ਉਹਨੇ ਬਾਲਟੀ ਦੀ ਸ਼ੇਪ ਦਾ ਹੋ ਜਾਣਾ, ਠੀਕ ਹੈ। ਮਤਲਬ ਉਹਦੀ ਸ਼ੇਪ ਨਹੀਂ ਹੈਗੀ, ਤਾਂ ਇੱਥੇ ਆਪਾਂ ਕੀ ਲਿਖਾਂਗੇ ਫਿਰ, ਇਨਡਿਫਾਈਨ, ਇਨਡਿਫਾਈਨ ਸ਼ੇਪ, ਠੀਕ ਹੈ। ਉਸ ਤੋਂ ਬਾਅਦ ਕੀ ਹੈ, ਐਂਡ ਉਹਦਾ ਵੋਲੀਅਮ ਤਾਂ ਹੈਗਾ ਹੀ ਹੈ। ਵੋਲੀਅਮ ਦਾ ਮਤਲਬ ਕੀ ਹੈ, ਜੇ ਮੰਨ ਲਓ ਤੁਸੀਂ ਉਹਦੀ ਵੀ ਐਗਜ਼ਾਮਪਲ ਦਿੰਦੇ, ਬਸ ਇਹ ਲਿਖ ਲਓ ਪਹਿਲਾਂ,
ਵੋਲੀਅਮ। ਹੁਣ ਲਿਕੁਇਡ ਦੇ ਵਿੱਚ ਕੀ ਹੈ, ਉਹਦੀ ਸ਼ੇਪ ਨਹੀਂ ਹੈਗੀ ਪਰ ਉਹਦਾ ਵੋਲੀਅਮ ਹੈਗਾ। ਕਿਵੇਂ? ਹੁਣ ਜੇ ਮੰਨ ਲਓ ਤੁਸੀਂ ਉੱਥੇ ਕੀ ਹੈ 1 ਲੀਟਰ ਦੁੱਧ ਲੈ ਕੇ ਆਂਦਾ, ਠੀਕ ਹੈ, ਤੁਹਾਨੂੰ ਉਹ ਮਿਲਿਆ ਪੈਕਟ ਦੇ ਵਿੱਚ, ਪੈਕਟ 'ਚ, ਠੀਕ ਹੈ। ਮੰਨ ਲਓ ਆਪਾਂ ਬਾਬਾ ਮਿਲਕ ਲੈ ਰਹੇ ਹਾਂ, ਉਹ ਪੈਕਟ ਦੇ ਵਿੱਚ ਮਿਲ ਗਿਆ ਤੁਹਾਨੂੰ, ਵੱਡਾ ਸਾਰਾ ਪੈਕਟ ਆ ਉਹਦੇ 'ਚ ਮਿਲ ਗਿਆ। ਹੁਣ ਉਹਨੂੰ ਤੁਸੀਂ ਕਿਹਾ ਜੀ ਅਸੀਂ ਤਾਂ ਗਰਮ ਕਰਨਾ ਘਰੇ ਆ ਕੇ, ਤੁਸੀਂ ਉਹਨੂੰ ਪਾ ਲਿਆ ਪਤੀਲੀ ਦੇ ਵਿੱਚ, ਠੀਕ ਹੈ। ਕਿਸੇ ਵੀ ਚੀਜ਼ 'ਚ, ਕਿਸੇ ਵੀ ਚੀਜ਼ 'ਚ ਐਗਜ਼ਾਮਪਲ ਦੇ ਰਿਹਾ, ਤੇ ਉਹਦੇ ਵਿੱਚ ਕੀ ਹੈ, ਜਦੋਂ ਉਹਨੂੰ ਪਾਇਆ ਉਹ ਇਹ ਤਾਂ ਹੈ ਨਹੀਂ 5 ਲੀਟਰ ਦਾ ਹੋ ਗਿਆ ਜਾਂ 2 ਲੀਟਰ ਦਾ ਹੋ ਗਿਆ ਜਾਂ ਅੱਧੇ ਲੀਟਰ ਦਾ ਰਹਿ ਗਿਆ, ਠੀਕ ਹੈ। ਹੁਣ ਉਹ ਕੀ ਹੈ, ਉਹ 1 ਲੀਟਰ ਹੀ ਹੈ, ਉਹਦਾ ਡੈਫੀਨਾਈਟ ਕੀ ਹੈ ਵੋਲੀਅਮ ਹੈ, ਠੀਕ ਹੈ। ਮਤਲਬ ਜੇ ਤੁਸੀਂ ਬਾਲਟੀ ਦੇ ਵਿੱਚੋਂ 2 ਲੀਟਰ ਪਾਣੀ ਕੱਢ ਕੇ ਟੱਬ 'ਚ ਪਾਓਗੇ ਉਹ 2 ਲੀਟਰ ਹੀ ਰਹੂਗਾ, ਪਰ ਉਹਦੀ ਸਿਰਫ ਚੇਂਜ ਕੀ ਹੋਊਗੀ, ਸ਼ੇਪ ਚੇਂਜ ਹੋਊਗੀ। ਇਸ ਲਈ ਆਪਾਂ ਕਿਹਾ ਕਿ ਲਿਕੁਇਡ ਦੀ ਸ਼ੇਪ ਨਹੀਂ ਹੁੰਦੀ ਪਰ ਡੈਫੀਨਾਈਟ ਵੋਲੀਅਮ ਹੁੰਦਾ, ਠੀਕ ਹੈ। ਹੁਣ ਆ ਜੋ ਲਾਸਟ ਵਾਲੇ ਤੇ ਗੈਸ ਤੇ, ਗੈਸ ਦੇ ਵਿੱਚ ਕੀ ਹੈ ਆਪਣੇ ਕੋਲੇ, ਕਲਰ ਚੇਂਜ ਕਰ ਲੈਣੇ ਫਿਰ ਤੁਹਾਨੂੰ, ਨਾਲੇ ਤਾਂ ਯੂਨੀਕ ਲੱਗੂਗਾ ਨਾਲੇ ਸਮਝ ਵੀ ਛੇਤੀ ਆ ਜਾਊਗੀ। ਲਓ ਗੈਸ ਤੇ ਆ ਜਾਓ। ਹੁਣ ਗੈਸ 'ਚ ਕੀ ਹੁੰਦਾ, ਗੈਸ ਚਲੋ ਮੈਂ ਉਹੀ ਪੁੱਛ ਲੈਣਾ ਲਿਖਣ ਤੋਂ ਪਹਿਲੇ, ਸ਼ੇਪ ਹੁੰਦੀ ਹੈ? ਸ਼ੇਪ ਨਹੀਂ ਹੁੰਦੀ। ਸ਼ੇਪ ਹੁੰਦੀ ਤਾਂ ਆਪਾਂ ਨੂੰ ਦਿਖਦੀ ਗੈਸ ਕਿ ਕੀ ਚੱਲੀ ਜਾਂਦਾ ਸਾਰਾ ਕੁਝ ਉਹਦੇ ਵਿੱਚ। ਗੈਸ ਦੇ ਵਿੱਚ ਕੀ ਹੈ, ਵੋਲੀਅਮ ਵੀ ਨਹੀਂ ਹੁੰਦਾ, ਦੋਵੇਂ ਚੀਜ਼ਾਂ ਹੀ ਨਹੀਂ ਹੁੰਦੀਆਂ। ਹੁਣ ਤੁਸੀਂ ਇਹਦੇ 'ਚ ਕੰਟਰੋਵਰਸੀ ਪੈਦਾ ਕਰ ਲੈਣੀ ਹੈ ਕਿ ਵੋਲੀਅਮ ਕਿਉਂ ਨਹੀਂ ਹੁੰਦਾ ਸਰ, ਉਹ ਵੀ ਦੱਸਦਾ ਸਾਰਾ ਕੁਝ। ਇਨਡਿਫਾਈਨ ਸ਼ੇਪ ਐਂਡ ਇਨਡਿਫਾਈਨ ਵੋਲੀਅਮ। ਯਾਦ ਕਰਨਾ ਕਿੰਨਾ ਸੌਖਾ, ਕਿੰਨੇ ਸੌਖੇ, ਜੇ ਧਿਆਨ ਦੇ ਰਹੇ ਹੋ ਤਾਂ ਕਿੰਨਾ ਸੌਖਾ ਕੰਸੈਪਟ ਹੈ। ਹੁਣ ਗੈਸ ਦੇ ਵਿੱਚ ਕੀ ਹੈ, ਜੇ ਮੰਨ ਲਓ ਐਗਜ਼ਾਮਪਲ ਦਿੰਦਾ ਤੁਹਾਨੂੰ, ਮੈਂ ਬੋਤਲ 'ਚ ਇੱਕ ਗੈਸ ਰੱਖ ਲਈ, ਠੀਕ ਹੈ। ਬੋਤਲ ਦੇ ਵਿੱਚ ਕੀ ਪਾ ਲਈ, ਗੈਸ ਪਾ ਲਈ, ਨਾਈਟ੍ਰੋਜਨ ਪਾ ਲਈ ਆਪਾਂ, ਠੀਕ ਹੈ। ਗੈਸ ਪਾ ਕੇ ਰੱਖ ਲਈ ਉਹਦੇ ਵਿੱਚ। ਬੋਤਲ ਆਪਣੇ ਕੋਲ ਕੀ ਹੈ, ਬੋਤਲ ਆਪਣੇ ਕੋਲ ਛੋਟੀ ਜੀ ਹੈ, ਮੰਨ ਕੇ ਚੱਲੋ 50 ਮਿਲੀਲੀਟਰ ਦੀ ਹੈ, ਠੀਕ ਹੈ ਜੀ, ਬਿਲਕੁਲ ਨਿੱਕੀ ਜੀ ਬੋਤਲ ਹੈ, ਉਹਦੇ 'ਚ ਗੈਸ ਪਾ ਕੇ ਰੱਖ ਲਈ। ਹੁਣ ਮੰਨ ਲਓ ਉਹਨੇ ਗੈਸ ਨੇ ਕੀ ਕੀਤਾ, ਬੋਤਲ ਦੀ ਸ਼ੇਪ 'ਚ ਆ ਗਈ, ਚਲੋ ਮੰਨ ਲਿਆ ਕਿ ਸ਼ੇਪ ਆ ਗਈ ਉਹਦੇ ਕੋਲ। ਹੁਣ ਉਸ ਤੋਂ ਬਾਅਦ ਕੀ ਹੈ, ਹੁਣ ਵੋਲੀਅਮ ਹੁੰਦਾ ਕੀ ਹੈ, ਮੰਨ ਲਓ 50 ਮਿਲੀਲੀਟਰ ਹੈ, ਤੇ ਇੱਥੇ ਤੁਹਾਨੂੰ ਇੱਕ ਧਿਆਨ ਨਾਲ ਸੁਣਿਓ, ਜੇ 50 ਮਿਲੀਲੀਟਰ ਪਾਣੀ ਹੈ, ਠੀਕ ਹੈ, ਤਾਂ ਜੇ ਉਹਨੂੰ ਤੁਸੀਂ ਜੱਗ 'ਚ ਰੱਖੋਗੇ ਤਾਂ ਉਹ ਐ ਲੱਗੂਗਾ ਜਮਾਂ ਹੀ ਥੋੜਾ ਜਿਹਾ, ਜਮਾਂ ਹੀ ਥੋੜਾ ਜਿਹਾ, ਠੀਕ ਹੈ। ਜੇ ਉਹਨੂੰ ਗਲਾਸ 'ਚ ਪਾ ਲਓਗੇ ਤਾਂ ਉਹ ਐ ਲੱਗੂਗਾ ਕਿ ਅੱਧਾ ਗਲਾਸ ਭਰ ਗਿਆ। ਮੇਰੀ ਗੱਲ ਸਮਝ ਰਹੇ ਹੋ, ਫੋਲੋ ਕਰ ਰਹੇ ਹੋ? ਕਿ ਜੇ ਜੱਗ 'ਚ ਪਾਓਗੇ ਤਾਂ ਉਹ ਐ ਲੱਗੂ ਜਮਾਂ ਹੀ ਥੋੜਾ ਜਿਹਾ, ਮਤਲਬ ਉਹਨੇ 50 ਮਿਲੀਲੀਟਰ ਹੀ ਰਹਿਣਾ, ਤਾਂ ਕਰਕੇ ਉਹ ਜੱਗ 'ਚ ਵੀ ਓਨਾ ਹੀ ਰਹੂਗਾ ਤੇ ਗਲਾਸ 'ਚ ਵੀ ਓਨਾ ਹੀ ਰਹੂਗਾ। ਗਲਾਸ ਛੋਟਾ ਹੈ ਤਾਂ ਕਰਕੇ ਆਪਾਂ ਨੂੰ ਐ ਲੱਗੂਗਾ ਕਿ ਗਲਾਸ ਦੇ ਵਿੱਚ ਕੀ ਹੈ, ਜ਼ਿਆਦਾ ਪਾਣੀ ਹੈ, ਤੇ ਜੱਗ ਦੇ ਵਿੱਚ ਥੋੜਾ ਹੈ, ਉਹ 50 ਮਿਲੀਲੀਟਰ ਹੀ। ਪਰ ਗੈਸ ਦੇ ਕੰਸੈਪਟ ਦੇ ਵਿੱਚ ਇਹ ਉਲਟਾ ਹੈ। ਗੈਸ ਬੋਤਲ 'ਚ ਪਾਈ ਸੀ, 50 ਮਿਲੀਲੀਟਰ ਦੀ ਸੀਗੀ ਆਪਣੇ ਕੋਲੇ ਬੋਤਲ, ਤੇ ਗੈਸ ਵਿੱਚ ਪਾਤੀ ਜਦੋਂ, ਤਾਂ ਉਹ ਐ ਸੀਗਾ ਕਿ ਛੋਟੀ ਜੀ ਬੋਤਲ ਹੈ, ਤੇ ਜੇ ਮੰਨ ਲਓ ਆਪਾਂ ਉਹਨੂੰ ਬਾਹਰ ਕੱਢਦੇ, ਚਲੋ ਸ਼ੇਪ ਤਾਂ ਮੰਨ ਲਿਆ ਵੀ ਚੇਂਜ ਹੋਊਗੀ, ਠੀਕ ਹੈ, ਪਰ 50 ਮਿਲੀਲੀਟਰ ਨੂੰ ਕੀ ਹੋਣਾ ਚਾਹੀਦਾ ਸੀਗਾ, ਉਹਨੂੰ ਮੰਨ ਕੇ ਚੱਲੋ ਤੁਹਾਡੇ ਸਿਰ ਤੇ ਹੀ, ਸਿਰਫ ਸਿਰ ਤੇ ਹੀ ਫੈਲਣਾ ਚਾਹੀਦਾ ਸੀ। ਕਿਉਂ? ਕਿਉਂਕਿ ਹੈ ਤਾਂ 50 ਮਿਲੀਲੀਟਰ, ਪਰ ਗੈਸ ਕੀ ਕਰਦੀ ਹੈ, ਉਹ ਪੂਰੇ ਦੇ ਪੂਰੇ ਕਮਰੇ ਵਿੱਚ ਫੈਲ ਜਾਂਦੀ ਹੈ, ਮਤਲਬ ਉਹ ਆਪਦਾ ਵੋਲੀਅਮ ਕੀ ਹੈ, ਵਧਾ ਲੈਂਦੀ ਹੈ, ਸਪੇਸ ਦੇ ਹਿਸਾਬ ਨਾਲ ਉਹ ਵੋਲੀਅਮ ਵੀ ਵਧਾ ਲੈਂਦੀ ਹੈ ਆਪਦਾ। ਤਾਂ ਇਸੇ ਕਰਕੇ ਆਪਾਂ ਕਹਿੰਦੇ ਆ ਕਿ ਨਾ ਹੀ ਉਹਦੀ ਸ਼ੇਪ ਹੈ ਤੇ ਨਾ ਹੀ ਉਹਦਾ ਕੀ ਹੈ, ਵੋਲੀਅਮ ਹੈਗਾ, ਠੀਕ ਹੈ। ਇੰਨਾ ਸਮਝ ਲੱਗ ਗਿਆ? ਹੁਣ ਦੇਖੋ, ਹੁਣ ਇੱਥੇ ਛੋਟਾ ਜਿਹਾ ਰਿਪੀਟ ਕਰ ਲੈਂਦੇ ਆ ਜਿਹੜਾ ਕੰਮ ਆਪਾਂ ਕੀਤਾ, ਫਿਰ ਆਪਾਂ ਚੱਲਦੇ ਹਾਂ ਅੱਗੇ। ਇੱਕ ਹੋਰ ਚੀਜ਼ ਤੁਹਾਨੂੰ ਦੱਸਦਾ ਇਹਦੇ ਵਿੱਚ ਕੀ ਕਰਨਾ ਆਪਾਂ। ਹੁਣ ਕੀ ਹੈ, ਸੋਲਿਡ 'ਚ ਸੀਗਾ, ਜਲਦੀ ਜਲਦੀ ਲਿਖ ਦਿੰਦਾ, ਸ਼ੇਪ ਤੇ ਵੋਲੀਅਮ। ਉਸ ਤੋਂ ਬਾਅਦ ਕੀ ਹੈ ਆਪਣੇ ਕੋਲੇ, ਲਿਕੁਇਡ ਸੀਗਾ, ਲਿਕੁਇਡ ਦੇ ਵਿੱਚ ਕੀ ਹੈ, ਸ਼ੇਪ ਹੈ ਨਹੀਂ ਸੀ, ਕੀ ਆਪਣੇ ਕੋਲ ਇਕੱਲਾ ਸੀਗਾ, ਵੋਲੀਅਮ ਸੀਗਾ। ਗੈਸ ਕੀ ਹੈ, ਗੈਸ ਆਪਣੇ ਕੋਲ ਦੋਵੇਂ ਚੀਜ਼ਾਂ ਹੈ ਨਹੀਂ, ਠੀਕ ਹੈ। ਤੇ ਸੋਲਿਡ ਦੇ ਪਾਰਟੀਕਲ ਨੇੜੇ ਨੇੜੇ ਹੁੰਦੇ ਆ, ਲਿਕੁਇਡ ਦੇ ਥੋੜੇ ਜਿਹੇ ਦੂਰ ਹੁੰਦੇ ਆ, ਗੈਸ ਦੇ ਜਮਾਂ ਹੀ ਦੂਰ ਦੂਰ ਹੁੰਦੇ ਆ। ਉਹਦੀ ਐਗਜ਼ਾਮਪਲ ਵੀ ਮੈਂ ਤੁਹਾਨੂੰ ਦੇ ਦਿੱਤੀ ਕਿ ਉਹਦਾ ਵੋਲੀਅਮ ਫੈਲ ਜਾਂਦਾ ਜਲਦੀ ਜਲਦੀ, ਤਾਂ ਕਰਕੇ ਪਾਰਟੀਕਲ ਦੂਰ ਹੈ ਤਾਂ ਹੀ ਫੈਲਦਾ, ਅਦਰਵਾਈਜ਼ ਨਹੀਂ, ਠੀਕ ਹੈ। ਹੁਣ ਚੱਲਦੇ ਹਾਂ ਆਪਾਂ ਅੱਗੇ। ਹੁਣ ਆਪਣੇ ਕੋਲ ਕੀ ਹੈ, ਇੱਕ ਚੀਜ਼ ਕਰਾਉਣ ਲੱਗਿਆ ਤੁਹਾਨੂੰ ਮੈਂ, ਹੁਣ ਸਮਝ ਲਿਓ, ਕਿਉਂਕਿ ਇਸ ਤੋਂ ਬਾਅਦ ਤਾਂ ਤੁਹਾਨੂੰ ਸਮਝ ਆ ਜਾਣਾ ਚਾਹੀਦਾ, ਕਿਉਂਕਿ ਜਿਹੜਾ ਆਪਾਂ ਹੁਣ ਕੰਸੈਪਟ ਕੀਤਾ ਹੋਇਆ ਉਹਦਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਉਣਾ ਚਾਹੀਦਾ। ਹੁਣ ਆਪਣੇ ਕੋਲ ਕੀ ਹੈ, ਮੈਂ ਤੁਹਾਨੂੰ ਹੁਣੇ ਕੀ ਕਿਹਾ ਕਿ ਸੋਲਿਡ ਦੇ ਵਿੱਚ ਕੀ ਹੁੰਦੀ ਹੈ, ਸਪੇਸ ਬਿਲਕੁਲ ਥੋੜੀ ਥੋੜੀ ਹੁੰਦੀ ਹੈ, ਇਹ ਕਿਉਂਕਿ ਇਹ ਨਾਲ ਨਾਲ ਪਾਰਟੀਕਲ ਲੱਗੇ ਹੁੰਦੇ ਆ, ਸਪੇਸ ਹੁੰਦੀ ਹੈ ਨਾ ਮਾਤਰ ਜਾਂ ਜਮਾਂ ਹੀ ਥੋੜੀ ਜੀ, ਇੰਨੀ ਕੁ, ਠੀਕ ਹੈ, ਜਮਾਂ ਥੋੜੀ ਜੀ ਸਪੇਸ ਹੁੰਦੀ ਹੈ। ਜਿਹੜੀ ਉਹ ਥੋੜੀ ਜੀ ਸਪੇਸ ਹੁੰਦੀ ਹੈ, ਭਲਾਂ ਦੀ ਉਹ ਹੋਵੇ ਸੋਲਿਡ, ਭਲਾਂ ਦੀ ਹੋਵੇ ਲਿਕੁਇਡ ਦੇ ਵਿੱਚ, ਤੇ ਭਲਾਂ ਦੀ ਹੋਵੇ ਗੈਸ ਦੇ ਵਿੱਚ। ਹੁੰਦੀ ਤਾਂ ਰਹਿਣਾ ਸਪੇਸ, ਗੈਸ 'ਚ ਜ਼ਿਆਦਾ ਹੁੰਦੀ ਹੈ, ਲਿਕੁਇਡ 'ਚ ਘੱਟ ਹੁੰਦੀ ਹੈ, ਸੋਲਿਡ 'ਚ ਜਮਾਂ ਹੀ ਨਾ ਮਾਤਰ ਹੁੰਦੀ ਹੈ, ਬਹੁਤ ਘੱਟ ਹੁੰਦੀ ਹੈ,
ਠੀਕ ਹੈ। ਤੇ ਉਹ ਸਪੇਸ ਨੂੰ ਕਹਿੰਦੇ ਕੀ ਹੈ? ਉਹ ਸਪੇਸ ਨੂੰ ਕਹਿੰਦੇ ਆ ਇੰਟਰ ਮੋਲੀਕਿਊਲਰ ਸਪੇਸ। ਸਮਝ ਲੱਗੀ ਜਾਂਦੀ ਹੈ। ਤੇ ਹੁਣ ਆਪਾਂ ਇਹ ਦੱਸਣਾ, ਤੁਹਾਨੂੰ ਇਹ ਕੁਐਸਚਨ ਪੁੱਛਿਆ ਜਾਊਗਾ ਕਿ ਹੇਠ ਲਿਖਿਆਂ ਵਿੱਚੋਂ ਦੱਸੋ ਕਿ ਇੰਟਰਮੋਲੀਕੂਲਰ ਸਪੇਸ ਕਿੰਦੇ ਵਿੱਚ ਸਭ ਤੋਂ ਜ਼ਿਆਦਾ ਹੈ, ਕਿੰਦੇ ਵਿੱਚ ਸਭ ਤੋਂ ਘੱਟ ਹੈ, ਤੇ ਕਿੰਦੇ ਵਿੱਚ ਕੀ ਹੈ, ਬਰਾਬਰ ਹੈ ਜਾਂ ਸਮਾਨ ਹੈ। ਠੀਕ ਹੈ, ਜਾਂ ਬਹੁਤ ਘੱਟ ਵੀ ਨਹੀਂ ਤੇ ਬਹੁਤ ਵੱਧ ਵੀ ਨਹੀਂ, ਕੁਝ ਵੀ ਤਰ੍ਹਾਂ ਦਾ ਕੁਐਸਚਨ ਪੁੱਛਿਆ ਜਾ ਸਕਦਾ। ਤਾਂ ਹੁਣ ਕੀ ਆਪਣੇ ਕੋਲੇ ਇਹਦੇ ਆਨਸਰ ਸੁਣ ਲਓ। ਜੇ ਪੁੱਛ ਲੈਣ ਸੋਲਿਡ ਚ, ਤਾਂ ਸੋਲਿਡ ਵਿੱਚ ਹੁੰਦੀ ਹੈ ਘੱਟ, ਜਿਹਨੂੰ ਤੁਸੀਂ ਕਹਿ ਦਿੰਦੇ ਮਿਨੀਮਮ। ਮੈਂ ਹੁਣੇ ਦੱਸ ਕੇ ਰਿਹਾ ਨਾ ਕਿ ਮਿਨੀਮਮ ਹੁੰਦੀ ਹੈ, ਕਿਉਂਕਿ ਜੇ ਨਾਲ ਨਾਲ ਜੁੜੇ ਹੁੰਦੇ ਨੇ ਪਾਰਟੀਕਲ, ਜਮਾ ਨਾਲ ਨਾਲ ਜੁੜੇ ਹੁੰਦੇ ਆ, ਤਾਂ ਹੀ ਇਹ ਸੋਲਿਡ ਹੈ। ਹੁਣ ਆ ਗਿਆ ਆਪਣੇ ਕੋਲ ਲਿਕੁਇਡ। ਹੁਣ ਵੇਖੋ, ਜੇ ਮੈਂ ਤੁਹਾਨੂੰ ਕਨਸੈਪਟ ਸਮਝਾਉਣ ਤੋਂ ਪਹਿਲਾਂ ਇਹ ਚੀਜ਼ ਦੱਸਦਾ ਇੰਟਰਮੋਲੀਕੂਲਰ ਫੋਰਸ ਸਪੇਸ, ਤਾਂ ਤੁਸੀਂ ਕਹਿਣਾ ਸੀ ਸਰ ਜੀ ਸਾਨੂੰ ਦੱਸ ਪਤਾ ਹੀ ਨਹੀਂ ਇਹ ਚੀਜ਼ ਕੀ ਹੈ। ਤੇ ਹੁਣ ਤੁਹਾਡੇ ਦਿਮਾਗ 'ਚ ਆਟੋਮੈਟਿਕ ਆਨਸਰ ਆ ਰਿਹਾ ਹੋਣਾ, ਇਹ ਮੈਂ ਗਰੰਟੀ ਕਰਦਾ ਉਹਨਾਂ ਬੱਚਿਆਂ ਦੇ ਦਿਮਾਗ 'ਚ ਆਟੋਮੈਟਿਕ ਆਨਸਰ ਆ ਰਿਹਾ ਹੋਣਾ ਹੁਣ ਕਿ ਕਿਹੜੇ 'ਚ ਮਿਨੀਮਮ ਹੈ, ਕਿਹੜੇ 'ਚ ਵਿਚਾਲੇ ਜੀ ਹੈ, ਕਿਹੜੇ 'ਚ ਜਮਾ ਵੱਧ ਹੈ। ਠੀਕ ਹੈ, ਕਿਉਂ? ਕਿਉਂਕਿ ਉਹਨਾਂ ਨੇ ਕਨਸੈਪਟ ਸਮਝ ਲਿਆ। ਹੁਣ ਦੇਖੋ ਇਹਦੇ ਵਿੱਚ ਕੀ ਹੈ, ਨਾ ਤਾਂ ਬਹੁਤ ਘੱਟ ਤੇ ਨਾ ਹੀ ਬਹੁਤ ਵੱਧ ਤੇ ਨਾ ਹੀ। ਠੀਕ ਹੈ, ਜਿਵੇਂ ਜਿਵੇਂ ਬੋਲ ਰਹੇ ਹਾਂ ਉਸ ਗੱਲ ਦਾ ਧਿਆਨ ਰੱਖਿਓ ਬਸ। ਉਹਨੂੰ ਇੰਗਲਿਸ਼ 'ਚ ਕੀ ਕਹਿ ਦਾਂਗੇ ਆਪਾਂ? ਉਹਨੂੰ ਕਹਿ ਦਾਂਗੇ ਮੀਡੀਅਮ। ਜ਼ਿਆਦਾ ਨੋਰਮਲ ਵਰਡ ਕਿਹੜਾ ਯੂਜ਼ ਕੀਤਾ ਜਾਂਦਾ? ਉਹ ਕੀਤਾ ਜਾਂਦਾ ਮੋਡਰੇਟ। ਠੀਕ ਹੈ, ਮੋਡਰੇਟ ਜੀ ਚੀਜ਼ ਆ, ਮਤਲਬ ਕਹਿ ਨਹੀਂ ਦਿੰਦੇ ਹੁੰਦੇ ਕਿ ਮੋਡਰੇਟ ਜਿਹਾ ਹੈਗਾ ਇਹ, ਉਹਨੂੰ ਕਹਿੰਦੇ ਮੀਡੀਅਮ ਜਿਹਾ। ਹੁਣ ਆ ਗਿਆ ਆਪਣੇ ਕੋਲ ਗੈਸ। ਇਹ ਆਪਾਂ ਗੱਲ ਕਰ ਰਹੇ ਹਾਂ ਸਪੇਸ ਕਿੰਦੇ 'ਚ ਜ਼ਿਆਦਾ ਹੈ, ਕਿੰਦੇ 'ਚ ਘੱਟ ਹੈ, ਤੇ ਕਿੰਦੇ 'ਚ ਬਹੁਤ ਜ਼ਿਆਦਾ ਹੈ। ਇਹਦੇ 'ਚ ਕੀ ਹੈ, ਸਪੇਸ 'ਚ ਤਾਂ ਪਾਰਟੀਕਲ ਹੀ ਜਦੋਂ ਦੂਰ ਦੂਰ ਆ, ਇਹਦੇ 'ਚ ਕੀ ਹੋਊਗੀ, ਜ਼ਿਆਦਾ ਹੋਊਗੀ। ਉਹਨੂੰ ਕੀ ਕਹਿ ਦਾਂਗੇ? ਮੈਕਸਿਮਮ ਇੰਟਰਮੋਲੀਕੂਲਰ ਸਪੇਸ। ਕਿੰਦੇ ਵਿੱਚ ਹੈ? ਗੈਸ ਵਿੱਚ। ਹੁਣ ਇੱਥੇ ਇੱਕ ਹੋਰ ਕੁਐਸਚਨ ਬਣ ਸਕਦਾ ਹੈ ਕਿ ਮਿਨੀਮਮ ਇੰਟਰਮੋਲੀਕੂਲਰ ਸਪੇਸ ਹੇਠ ਲਿਖਿਆਂ ਵਿੱਚੋਂ ਕਿਸ ਵਿੱਚ ਹੈ? ਸੋਲਿਡ 'ਚ ਹੈ, ਲਿਕੁਇਡ 'ਚ ਹੈ, ਗੈਸ ਹੈ, ਤਾਂ ਤੁਸੀਂ ਸੋਲਿਡ ਲਾਇਆ ਨਾ। ਜੇ ਕਹਿਣ ਕਿ ਸਭ ਤੋਂ ਜ਼ਿਆਦਾ ਕਿੰਦੇ 'ਚ ਹੈ, ਫਿਰ ਗੈਸ 'ਚ ਲਾਇਆ ਨਾ। ਜੇ ਕਹਿੰਦੇ ਮੋਡਰੇਟ ਕਿੰਦੇ 'ਚ ਹੈ, ਤਾਂ ਲਿਕੁਇਡ 'ਚ ਲਾਇਆ ਹੋਣਾ। ਇਹ ਵੀ ਕਨਸੈਪਟ ਕਲੀਅਰ ਹੋ ਗਿਆ। ਚਲੋ ਵੈਰੀ ਗੁੱਡ। ਹੁਣ ਚੱਲਦੇ ਹਾਂ ਅੱਗੇ। ਹੁਣ ਆ ਗਿਆ ਆਪਣੇ ਕੋਲੇ, ਹੁਣ ਨਾਮ ਲਿਖਣ ਤੋਂ ਪਹਿਲਾਂ ਨਾ ਤੁਹਾਨੂੰ ਮੈਂ ਸਮਝਾਉਣਾ, ਫਿਰ ਹੀ ਤੁਹਾਨੂੰ ਸਮਝਾਊ। ਜੇ ਮੈਂ ਤੁਹਾਨੂੰ ਪਹਿਲਾਂ ਨਾਮ ਲਿਖ ਕੇ ਕਿਤਾਬੀ ਗਿਆਨ ਚਾਪੀ ਗਿਆ ਤਾਂ ਉਹਦਾ ਤੁਹਾਨੂੰ ਕੋਈ ਫਾਇਦਾ ਵੀ ਨਹੀਂ, ਤੇ ਮੈਨੂੰ ਕਲਾਸ ਲਾਉਣ ਦਾ ਫਾਇਦਾ ਵੀ ਨਹੀਂ, ਕਿਉਂਕਿ ਮੇਰਾ ਮਕਸਦ ਇਹੀ ਹੈ ਕਿ ਤੁਹਾਡੇ ਚੀਜ਼ਾਂ ਦਿਮਾਗ 'ਚ ਬੈਠਣੀਆਂ ਚਾਹੀਦੀਆਂ ਚੰਗੀ ਤਰ੍ਹਾਂ, ਉਹ ਵੀ ਪਹਿਲੇ ਅਟੈਂਪਟ ਦੇ ਵਿੱਚ। ਠੀਕ ਹੈ, ਇਹ ਨਹੀਂ ਕਿ ਤੁਹਾਨੂੰ ਹਰੇਕ ਚੀਜ਼ 5-5 ਵਾਰੀ ਦੇਖਣੀ ਪਵੇ ਫਿਰ ਕਹੋ ਯਾਰ ਹਾਂ ਹੁਣ ਥੋੜਾ ਜਿਹਾ ਸਮਝ ਆਇਆ। ਇੱਕ ਵਾਰੀ ਵੇਖ ਕੇ ਕਹੋ ਹਾਂ ਪੂਰਾ ਸਮਝ ਆ ਗਿਆ। ਹੁਣ ਚੱਲਦੇ ਆਪਾਂ ਅੱਗੇ। ਹੁਣ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਪਾਰਟੀਕਲ ਦੇ ਵਿੱਚ ਕੀ ਹੁੰਦੀ ਹੈ, ਸਪੇਸ ਹੁੰਦੀ ਹੈ, ਉਹਨੂੰ ਕਹਿੰਦੇ ਆ ਆਪਾਂ ਇੰਟਰ ਮੋਲੀਕੂਲਰ ਸਪੇਸ। ਇੰਨਾ ਸਮਝ ਆ ਗਿਆ ਨਾ ਕਿ ਸੋਲਿਡ 'ਚ ਸਭ ਤੋਂ ਘੱਟ ਹੁੰਦੀ ਹੈ, ਉਹਦੇ 'ਚ ਮੋਡਰੇਟ ਹੁੰਦੀ ਹੈ, ਲਿਕੁਇਡ ਦੇ ਵਿੱਚ ਗੈਸ 'ਚ ਸਭ ਤੋਂ ਜ਼ਿਆਦਾ ਹੁੰਦੀ ਹੈ। ਹੁਣ ਇੱਕ ਚੀਜ਼ ਦੱਸੋ ਮੈਨੂੰ ਕਿ ਜੇ ਆਪਾਂ ਮੰਨ ਕੇ ਚੱਲੋ ਕੰਧ ਤੇ ਪੋਸਟਰ ਲਗਾਉਂਦੇ ਹਾਂ, ਠੀਕ ਹੈ, ਜਿਹਨੇ ਆਨਸਰ ਦੇਤਾ ਤਾਂ ਸਮਝੋ ਉਹਨੂੰ ਕਨਸੈਪਟ ਸਮਝ ਆ ਗਿਆ ਸਾਰਾ। ਜਦੋਂ ਕੰਧ ਤੇ ਪੋਸਟਰ ਲਗਾਉਂਦੇ ਆ ਤਾਂ ਇਹ ਤਾਂ ਹੈ ਨਹੀਂ ਹੁਣ ਤੁਸੀਂ ਪੋਸਟਰ ਬਣਾਇਆ ਜਾਂ ਚਾਰਟ ਬਣਾਇਆ ਕਲਾਸ ਦੇ ਵਿੱਚ, ਠੀਕ ਹੈ, ਤਾਂ ਉਹਨੂੰ ਕੰਧ ਨਾਲ ਲਾ ਦੋਗੇ ਤਾਂ ਉਹ ਕੀ ਹੈ, ਲੱਗ ਜੂਗਾ? ਨਹੀਂ। ਉਹਦੇ ਵਾਸਤੇ ਕਿਸ ਚੀਜ਼ ਦੀ ਲੋੜ ਹੋਊਗੀ? ਉਹਦੇ ਵਾਸਤੇ ਉਹਦੇ ਵਾਸਤੇ ਆਪਾਂ ਚਾਹੀਦੀ ਹੋਊਗੀ ਟੇਪ। ਠੀਕ ਹੈ, ਉਹਦੇ ਵਾਸਤੇ ਆਪਾਂ ਚਾਹੀਦੀ ਹੋਊਗੀ ਗਲੂ, ਚਾਹੀਦੀ ਹੋਊਗੀ, ਇਹ ਦੋ ਚੀਜ਼ਾਂ ਚਾਹੀਦੀਆਂ ਹੋਣਗੀਆਂ ਨਾ, ਫਿਰ ਕਿਤੇ ਜਾ ਕੇ ਉਹ ਕੀ ਹੈ, ਕੰਧ ਨਾਲ ਚਿੰਬੜੂਗੀ। ਤਾਂ ਇਹ ਦੋਨੋਂ ਚੀਜ਼ਾਂ ਕਾਹਦਾ ਕੰਮ ਕਰਨਗੀਆਂ? ਇਹ ਚੀਜ਼ਾਂ ਕੰਮ ਕਰਨਗੀਆਂ ਫੋਰਸ ਦਾ। ਠੀਕ ਹੈ, ਜੇ ਕਿਸੇ ਚੀਜ਼ ਨੂੰ ਧੱਕਾ ਲਾਓਗੇ ਤਾਂ ਹੀ ਉਹ ਟਿਕ ਕੇ ਰਹੂਗੀ। ਹੁਣ ਜੇ ਮੰਨ ਕੇ ਚੱਲੋ ਕੋਈ ਚੀਜ਼ ਹੈ, ਜੇ ਮੰਨ ਲਓ ਤੁਹਾਡੇ ਉੱਪਰ ਡਿੱਗਣ ਲੱਗੀ ਹੈ, ਤੁਸੀਂ ਉਹਨੂੰ ਹੱਥ ਨਾਲ ਫੜ ਲਓਗੇ, ਉਹ ਹੱਥ ਕਾਹਦਾ ਕੰਮ ਕਰਨਗੇ? ਟੇਪ ਤੇ ਗਲੂ ਦਾ। ਤੇ ਜਿਹੜੇ ਹੱਥ ਨਾਲ ਤੁਸੀਂ ਪ੍ਰੈਸ਼ਰ ਜਾਂ ਜ਼ੋਰ ਲਾਓਗੇ ਉਹਨੂੰ ਕੀ ਕਵਾਂਗੇ ਆਪਾਂ? ਫੋਰਸ ਲਾ ਕੇ ਰੋਕਿਆ ਤੁਸੀਂ ਉਹਨੂੰ। ਤਾਂ ਹੁਣ ਆਪਾਂ ਚੱਲਦੇ ਹਾਂ ਆਪਦੇ ਮੁੜ ਕੇ ਹੁਣ ਕਨਸੈਪਟ ਤੇ, ਮੈਂ ਤੁਹਾਨੂੰ ਚੀਜ਼ ਕੀ ਦੱਸਣੀ ਹੈ। ਜਿਹੜੀ ਹੁਣ ਪਾਰਟੀਕਲ ਦੇ ਵਿੱਚ ਸਪੇਸ ਆ ਉਹਨੂੰ ਕੀ ਕਹਿੰਦੇ ਆ? ਸਪੇਸ ਇੰਟਰਮੋਲੀਕੂਲਰ। ਤਾਂ ਜਿਹੜਾ ਹੁਣ ਉਹਨਾਂ ਜਿਹੜੀਆਂ ਚੀਜ਼ਾਂ ਨਾਲ ਉਹ ਜੁੜੇ ਆ, ਹੁਣ ਪਾਰਟੀਕਲ ਅਕਸਰ ਜੁੜੇ ਤਾਂ ਕਿਸੇ ਚੀਜ਼ ਨਾਲ ਹੀ ਹੈ ਨਾ, ਇਹ ਤਾਂ ਹੈ ਨਹੀਂ ਹੁਣ ਗੈਸ ਦੇ ਨਹੀਂ ਜੁੜੇ। ਲਿਕੁਇਡ ਦੇ ਕਿਉਂ ਦੂਰ ਦੂਰ ਹੈ? ਸੋਲਿਡ ਦੇ ਕਿਉਂ ਜੁੜੇ ਆ? ਕਿਉਂਕਿ ਸੋਲਿਡ ਦੇ ਵਿੱਚ ਕੀ ਹੈ, ਇੰਟਰ ਮੋਲੀਕੂਲਰ ਫੋਰਸ, ਇੱਕ ਫੋਰਸ ਬਲ ਦੇ ਨਾਲ ਉਹ ਜੁੜੇ ਹੋਏ ਆ ਸਾਰੇ। ਤਾਂ ਹੁਣ ਆਪਾਂ ਗੱਲ ਕਰਾਂਗੇ ਕਿੰਦੇ ਸਭ ਤੋਂ ਜ਼ਿਆਦਾ ਹੈ, ਕਿੰਦੇ ਘੱਟ ਹੈ, ਤੇ ਕਿੰਦੇ 'ਚ ਜਮਾ ਹੀ ਹੈ ਨਹੀਂ ਜਾਂ ਜਮਾ ਹੀ ਘੱਟ ਹੈ। ਠੀਕ ਹੈ, ਹੁਣ ਦੇਖੋ, ਹੁਣ ਆਪਾਂ ਗੱਲ ਕਰਦੇ ਹਾਂ ਫਿਰ ਸੋਲਿਡ ਤੋਂ। ਪਹਿਲਾਂ ਆਪਾਂ ਉੱਪਰ ਲਿਖ ਲੈਨੇ ਆਪਣਾ ਟੌਪਿਕ ਕੀ ਹੈ। ਦੇਖੋ ਮੈਂ ਸਮਝਾਉਂਗਾ ਸਾਰਾ ਚੈਪਟਰ, ਜੇ ਧਿਆਨ ਦਓਗੇ ਉਹ ਬੱਚੇ ਦਾ ਬਹੁਤ ਬੈਨੀਫਿਟ ਹੋਣ ਵਾਲਾ। ਇੰਟਰ, ਉਹਨੂੰ ਆਪਾਂ ਕੀ ਕਹਿ ਦਿੰਦੇ ਆ? ਮੋਲੀਕੂਲਰ ਫੋਰਸ। ਠੀਕ ਹੈ,
ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਇੰਟਰਮੋਲੀਕੂਲਰ ਫੋਰਸ। ਹੁਣ ਦੇਖੋ, ਹੁਣ ਗੱਲ ਕਰਦੇ ਹਾਂ ਸੋਲਿਡ ਦੀ, ਠੀਕ ਹੈ। ਹੁਣ ਜੇ ਤੁਹਾਨੂੰ ਕੀ ਪੁੱਛੇ ਕਿ ਸੋਲਿਡ ਦੇ ਵਿੱਚ ਇੰਟਰਮੋਲੀਕੂਲਰ ਸਪੇਸ ਹੈ, ਤੁਸੀਂ ਕਹੋਗੇ ਜੀ ਜਮਾ ਘੱਟ ਹੈ। ਜੇ ਉਹ ਜਮਾ ਘੱਟ ਕਿਉਂ ਹੈ? ਕਿਉਂਕਿ ਉਹ ਫੋਰਸ ਉਹਨਾਂ ਦੇ ਵਿੱਚ ਕੀ ਹੈ, ਜ਼ਿਆਦਾ ਹੈ। ਤਾਂ ਇਹਦੇ ਵਿੱਚ ਆਪਾਂ ਕੀ ਲਿਖਾਂਗੇ, ਜ਼ਿਆਦਾ ਫੋਰਸ ਹੈ, ਜ਼ਿਆਦਾ ਬਲ ਲੱਗ ਰਿਹਾ ਪਾਰਟੀਕਲਸ ਦੇ ਵਿੱਚ ਇੱਕ ਦੂਸਰੇ ਨਾਲ, ਠੀਕ ਹੈ। ਇਹਦੇ ਵਿੱਚ ਕੀ ਹੋ ਗਿਆ ਉਲਟ, ਫਿਰ ਮੈਕਸਿਮਮ। ਸਪੇਸ ਮਿਨੀਮਮ ਹੈ ਤੇ ਫੋਰਸ ਕੀ ਹੈ, ਮੈਕਸਿਮਮ। ਹੁਣ ਆ ਜੋ ਲਿਕੁਇਡ ਦੇ, ਲਿਕੁਇਡ ਦਾ ਵਿਚਾਰਾ ਕਹਿੰਦਾ ਵੀ ਜਿਵੇਂ ਤੁਹਾਨੂੰ ਠੀਕ ਲੱਗੇ ਉਵੇਂ ਕਰ ਲਾਂਗੇ ਆਪਾਂ। ਨਾ ਹੀ ਕੀ ਹੈ, ਵੱਧ ਹੈ, ਅਤੇ ਨਾ ਹੀ ਘੱਟ ਹੈ। ਕਲੀਅਰ ਹੈ। ਤਾਂ ਇਹਦੇ ਵਿੱਚ ਕੀ ਹੋ ਗਿਆ ਫਿਰ, ਮੋਡਰੇਟ, ਜਾਂ ਤੁਸੀਂ ਮੀਡੀਅਮ ਵੀ ਕਹਿ ਸਕਦੇ ਹੋ। ਹੁਣ ਆ ਗਈ ਆਪਣੀ ਗੈਸ, ਇਹਦੇ ਦਾ ਬਸ ਠੀਕ ਹੀ ਹੈ, ਇਹ ਕਿਸੇ ਪਾਸੇ ਨਹੀਂ ਮੰਨਦਾ ਇਹਨੇ। ਹੁਣ ਇਹਦੇ ਵਿੱਚ ਕੀ ਹੈ, ਬਹੁਤ ਘੱਟ। ਇਹਦੇ ਵਿੱਚ ਕੀ ਹੈ, ਬਹੁਤ ਘੱਟ, ਜਿਹਨੂੰ ਤੁਸੀਂ ਕਹਿ ਦਿੰਦੇ ਹੋ ਮਿਨੀਮਮ ਇੰਟਰਮੋਲੀਕੂਲਰ ਫੋਰਸ। ਮਿਨੀਮਮ ਕੰਸੈਪਟ ਕਲੀਅਰ ਹੋ ਗਿਆ ਨਾ ਹੁਣ ਸਾਰਾ। ਵੈਰੀ, ਜਿਹੜੇ ਹੁਣ ਆਪਾਂ ਚੱਲਾਂਗੇ ਥੋੜਾ ਜਿਹਾ ਉੱਤੇ ਉੱਤੇ ਨੂੰ। ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਜਿਹੜੀਆਂ ਮੈਂ ਕਰਾਉਂਗਾ ਤੁਹਾਨੂੰ, ਬਸ ਤੁਸੀਂ ਸਿਰਫ ਪੇਸ਼ੈਂਸ ਰੱਖਣੇ ਆ ਤੇ ਟਾਈਮ ਦੇਣਾ। ਸਮਝਾਉਣ ਦੀ ਜ਼ਿੰਮੇਵਾਰੀ ਮੇਰੀ ਹੈ। ਜੇ ਇੱਕ ਵੀ ਡਾਊਟ ਰਹਿਣ ਦੇਤਾ ਤਾਂ ਤੁਸੀਂ ਮੈਨੂੰ ਕਹੋ ਕਿ ਸਰ ਨਹੀਂ ਮਜ਼ਾ ਨਹੀਂ ਆਇਆ। ਹੁਣ ਚੱਲਦੇ ਹਾਂ ਅੱਗੇ। ਹੁਣ ਆਪਾਂ ਕਰ ਲਈ ਮੈਟਰ ਕੀ ਹੁੰਦੀ ਹੈ, ਮੈਟਰ ਦੇ ਵਿੱਚ ਸੋਲਿਡ, ਗੈਸ ਤੇ ਲਿਕੁਇਡ ਹੁੰਦੇ ਆ। ਉਸ ਤੋਂ ਬਾਅਦ ਕੀ ਹੁੰਦਾ, ਉਹਨਾਂ ਦੀ ਸਾਰਿਆਂ ਦੀ ਫੋਰਸ ਕਰ ਲਈ। ਸੋਲਿਡ ਕਿਉਂ ਸੋਲਿਡ ਕਿਹਾ ਜਾਂਦਾ ਹੈ, ਲਿਕੁਇਡ ਨੂੰ ਕਿਉਂ ਲਿਕੁਇਡ ਕਿਹਾ ਜਾਂਦਾ, ਸਾਰਾ ਕੁਝ ਪੜ੍ਹ ਲਿਆ। ਕਿਉਂਕਿ ਸੋਲਿਡ ਦੇ ਵਿੱਚ ਕੀ ਹੁੰਦਾ, ਉਹਨਾਂ ਦੀ ਡੈਫੀਨੇਟ ਸ਼ੇਪ ਹੁੰਦੀ ਹੈ, ਡੈਫੀਨੇਟ ਵੋਲੀਅਮ ਹੁੰਦਾ ਹੈ, ਸਾਰੀਆਂ ਚੀਜ਼ਾਂ ਕਰ ਲਈਆਂ। ਹੁਣ ਅੱਗੋਂ ਕੀ ਆਊਗਾ, ਹੁਣ ਇਹ ਕੀ ਸੀਗੀਆਂ, ਸੋਲਿਡ ਸੀਗੀ ਜਿਹੜੀ, ਗੈਸ ਸੀਗੀ ਜਿਹੜੀ, ਤੇ ਲਿਕੁਇਡ ਸੀ ਜਿਹੜੀ। ਇਹ ਸੀ ਕੀ, ਇਹ ਸੀਗੀਆਂ ਸਟੇਟਸ ਆਫ ਮੈਟਰ। ਸਟੇਟਸ ਆਫ ਮੈਟਰ, ਜਿਹਨੂੰ ਆਪਾਂ ਕਹਿ ਦਿੰਦੇ ਆ ਨਾ ਕਿ ਅੱਗੋਂ ਮੈਟਰ ਦੇ ਜਵਾਕ ਸੀਗੇ ਛੋਟੇ ਛੋਟੇ, ਠੀਕ ਹੈ। ਤਾਂ ਹੁਣ ਜਿਹੜੇ ਮੇਨ ਕੀ ਹੈ, ਜੇ ਤੁਹਾਨੂੰ ਕੋਈ ਪੁੱਛ ਲੇ ਮੇਨ ਸਟੇਟਸ ਆਫ ਮੈਟਰ ਕੀ ਹੈ, ਤਾਂ ਉਹ 5 ਆਪਣੀਆਂ ਕਾਊਂਟ ਕੀਤੀਆਂ ਹੋਈਆਂ, ਜ਼ਿਆਦਾ ਜਿਨ੍ਹਾਂ ਬਾਰੇ ਆਪਾਂ ਪੜ੍ਹਦੇ ਹਾਂ, ਠੀਕ ਹੈ। ਮੇਨ ਸਟੇਟਸ ਮੈਟਰ ਦੀਆਂ ਕਿੰਨੀਆਂ, 5। ਸਰ ਤੁਸੀਂ ਤਾਂ 3 ਹੀ ਕਰਾਈਆਂ ਹਜੇ ਤੱਕ। ਹੁਣ ਉਹ ਤਾਂ ਹੀ 5 ਦੱਸਿਆ ਕਿਉਂਕਿ ਦੋਵਾਂ ਬਾਰੇ ਮੈਂ ਚਰਚਾ ਕਰਨ ਜਾ ਰਿਹਾ। ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਜੇ ਤੁਹਾਨੂੰ ਕੋਈ ਪੁੱਛ ਲੇ ਨੈਚੁਰਲ ਕਿੰਨੀਆਂ, ਤਾਂ ਨੈਚੁਰਲ ਆਪਣੇ ਕੋਲ 4 ਹੋਣਗੀਆਂ, ਜਿਹੜੀਆਂ ਮੇਨ ਗੱਲ ਕਰਦੇ ਆਪਾਂ, ਠੀਕ ਹੈ। ਤੇ ਆਪਣੇ ਕੋਲ ਮੈਨ ਮੇਡ ਕਿਹੜੀ ਹੋਊਗੀ, ਤੇ ਮੈਨ ਜਿਹੜਾ ਕਹਿ ਲਓ ਇਨਆਰਗੈਨਿਕ ਜਾਂ ਨੋਨ ਨੈਚੁਰਲ ਜਾਂ ਦੂਸਰੀ ਮਿਨਰਲ ਵਾਲੀ ਆਪਾਂ ਕੀਤਾ ਨਾ ਸਾਰਾ ਕੁਝ, ਤਾਂ ਉਹ ਕਿਹੜੀ ਹੋਊਗੀ, ਇੱਕ ਹੀ ਹੋਊਗੀ। ਤਾਂ ਹੁਣ ਆਪਾਂ ਜਿਹੜੇ 3 ਨੂੰ ਛੱਡ ਕੇ, 3 ਤਾਂ ਚੰਗੀ ਤਰ੍ਹਾਂ ਪੜ੍ਹ ਲਈਆਂ ਨਾ, ਹੁਣ ਆਪਾਂ ਦੋਵਾਂ ਤੇ ਗੱਲ ਕਰਾਂਗੇ, ਸਿਰਫ 2-2 ਲਾਈਨਾਂ ਉਹਨਾਂ ਦੀਆਂ। ਜੇ ਧਿਆਨ ਦਓਗੇ ਤਾਂ 1 ਸੈਕਿੰਡ 'ਚ ਸਮਝਾ ਦੂੰਗਾ। ਚਲੋ ਇੱਥੇ ਹੀ ਸਮਝਾ ਦੂੰ, ਵੇਲੋ ਇੰਨੇ ਕੁ ਪੇਜ ਤੇ ਸਮਝਾ ਦੂੰਗਾ, ਬਸ ਤੁਸੀਂ ਧਿਆਨ ਦੇਣਾ। ਚੌਥੀ ਸਟੇਟ ਕੀ ਹੈ, ਪਲਾਜ਼ਮਾ, ਠੀਕ ਹੈ। ਚੌਥੀ ਸਟੇਟ ਆਪਣੇ ਕੋਲ ਕੀ ਹੈ, ਪਲਾਜ਼ਮਾ। ਪੰਜਵੀਂ ਕੀ ਹੈ, BEC। ਹੁਣ ਸਰ ਇਹ BEC ਕੀ ਹੈ, ਪਲਾਜ਼ਮਾ ਨਾਲ ਤਾਂ ਅਸੀਂ ਥੋੜੇ ਜਿਹੇ ਫਰੈਂਡਲੀ ਹੈਗੇ ਆ, ਨਾ ਵੀ ਬਹੁਤ ਜਗ੍ਹਾ ਤੇ ਸੁਣਿਆ, ਪਰ ਇਹ BCE ਕੀ ਨਵਾਂ ਸ਼ਬਦ ਕੱਢ ਲਿਆਂਦਾ। ਹੁਣ BEC ਕੀ ਹੈ ਆਪਣੇ ਕੋਲ, ਇਹਦੀ ਫੁੱਲ ਫਾਰਮ ਸੁਣ ਲਓ, ਬੋਸ ਆਇਨਸਟਾਈਨ। ਉਸ ਤੋਂ ਬਾਅਦ ਕੀ ਹੈ ਆਪਣੇ ਕੰਡੈਂਸ ਸਟੇਟ, ਕੰਡੈਂਸ ਸਟੇਟ ਇਹਦੀ ਫੁੱਲ ਫਾਰਮ। ਇਹਦੇ ਬਾਰੇ ਡਿਟੇਲ 'ਚ ਦੱਸਦਾ, ਪਹਿਲਾਂ ਪਲਾਜ਼ਮਾ ਦਾ ਸੁਣੋ। ਹੁਣ ਮੈਨੂੰ ਇੱਕ ਚੀਜ਼ ਦੱਸੋ ਕਿ ਸੋਲਿਡ ਦੇ ਵਿੱਚ ਫੋਰਸ ਹੈ, ਫੋਰਸ ਦਾ ਮਤਲਬ ਇੱਕ એનર્ਜੀ ਲੱਗ ਰਹੀ ਹੈ ਉਹਨਾਂ 'ਚ, ਠੀਕ ਹੈ। ਜੇ ਉਹਨਾਂ 'ਚ એનર્ਜੀ ਲੱਗ ਰਹੀ ਹੈ ਤਾਂ ਮਤਲਬ ਉਹਨਾਂ 'ਚ ਫੋਰਸ ਜ਼ਿਆਦਾ ਹੈ ਨਾ, ਠੀਕ ਹੈ। ਹੁਣ ਜੇ ਮੰਨ ਕੇ ਚੱਲੋ ਜਿੱਥੇ ਨਾ ਜਿਹੜੇ ਪਾਰਟੀਕਲ ਦੇ ਵਿੱਚ, ਇਹਨਾਂ ਦੇ ਪਾਰਟੀਕਲ ਦੇ ਵਿੱਚ ਫੋਰਸ ਲੱਗ ਰਿਹਾ, ਮੰਨਦਾ ਮੈਂ ਗੱਲ, ਪਰ ਸਪੇਸ ਵੀ ਹੈਗੀ ਹੈ, ਠੀਕ ਹੈ। એનર્ਜੀ ਵੀ ਨੋਰਮਲ ਲੱਗ ਰਹੀ ਹੈ ਵੀ ਹਾਂ ਉਹਨਾਂ ਕੇ ਸੋਲਿਡ ਬਣ ਰਿਹਾ। ਹੁਣ ਪਲਾਜ਼ਮਾ ਦੇ ਵਿੱਚ ਆਪਾਂ ਕੀ ਲੈ ਕੇ ਚੱਲਾਂਗੇ ਕਿ ਇੱਕ ਇਹੋ ਜੀ ਸਟੇਟ, ਠੀਕ ਹੈ, ਇੱਕ ਇਹੋ ਜੀ ਸਟੇਟ ਜਿਹੜੀ ਕੀ ਕਰਦੀ ਹੈ, ਕੰਸਿਸਟ ਕਰਦੀ ਹੈ। ਕੀ ਕੰਸਿਸਟ ਕਰਦੀ ਹੈ, ਪੰਜਾਬੀ 'ਚ ਦੱਸੂਗਾ, ਸਮਝਾਉਂਗਾ ਵੀ ਸਾਰਾ, ਇੱਕ ਵਾਰੀ ਬਸ ਦੇਖ ਲਓ ਮੈਂ ਡੈਫੀਨੇਸ਼ਨ ਕੀ ਲਿਖਣ ਲੱਗਿਆ। ਇਹਦੇ ਵਿੱਚ ਕੀ ਆਊਗਾ, ਕੰਸਿਸਟ ਕਰਦੀ ਹੈ ਕਿ ਸੁਪਰ ਐਨਰਜੈਟਿਕ ਪਾਰਟੀਕਲ। ਸੁਪਰ ਐਨਰਜੈਟਿਕ ਦਾ ਮਤਲਬ ਹੋ ਗਿਆ ਇੰਨੀ ਕੁ ਜ਼ਿਆਦਾ ਇਹੋ ਜਿਹੇ ਪਾਰਟੀਕਲ ਜਿਨ੍ਹਾਂ ਦੇ ਵਿੱਚ ਇੰਨੀ ਕੁ ਜ਼ਿਆਦਾ એનર્ਜੀ ਹੋਵੇ ਨਾ, ਇੰਨੀ ਕੁ ਜ਼ਿਆਦਾ ਕਿ ਮਤਲਬ ਆਮ ਇਨਸਾਨ ਉਹਦੇ ਨੇੜੇ ਵੀ ਨਹੀਂ ਲੱਗ ਸਕਦਾ। ਸਿਰਫ ਜਿਹੜੀ ਪੰਜਾਬੀ 'ਚ ਆਪਾਂ ਗੱਲ ਕਰ ਸਕਦੇ ਹਾਂ ਕਿ ਇੰਨੀ ਕੁ ਜ਼ਿਆਦਾ ਜਿਹੜੇ ਕਹਿ ਲਓ ਪਾਰਟੀਕਲ ਦੇ ਵਿੱਚ એનર્ਜੀ ਹੋਵੇ ਨਾ,
ਆਮ ਇਨਸਾਨ ਨੇੜੇ ਵੀ ਨਹੀਂ ਲੱਗ ਸਕਦਾ, ਉਹਨੂੰ ਕਿਹੜੀ ਸਟੇਟ ਕਹਿੰਦੇ ਆ? ਉਹਨੂੰ ਕਹਿੰਦੇ ਆ ਪਲਾਜ਼ਮਾ ਸਟੇਟ। ਸਰ ਇਹਦੀ ਐਗਜ਼ਾਮਪਲ ਜੋ ਸਾਨੂੰ ਐ ਨਹੀਂ ਸਮਝ ਆ ਰਿਹਾ, ਠੀਕ ਹੈ, ਇਹਦੀ ਐਗਜ਼ਾਮਪਲ ਮੈਂ ਦਿੰਦਾ ਹੁਣੇ ਅਗਲੀ ਸ਼ੀਟ ਤੇ। ਪਲਾਜ਼ਮਾ DEC ਦੀ ਵੀ ਗੱਲ ਕਰੂੰਗਾ ਇਸੇ ਤੇ। ਹੁਣ ਦੇਖੋ, ਮੰਨ ਕੇ ਚੱਲੋ ਸੂਰਜ ਵਿੱਚ ਜਿਹੜੇ ਗੈਸ, ਉਹ ਗੈਸਾਂ ਦਾ ਗੋਲਾ ਹੀ ਹੈ ਨਾ, ਜਿਹਨੂੰ ਗੈਸਾਂ ਦਾ ਗੋਲਾ ਹੀ ਕਹਿ ਦਿੰਦੇ ਆਪਾਂ। ਗੈਸਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਗੈਸਾਂ, ਸਾਰੇ ਗੈਸਾਂ ਦੇ ਗੋਲੇ ਆ, ਕਿਉਂਕਿ ਗੈਸਾਂ ਨਾਲ ਹੀ ਸਾਰਾ ਕੁਝ ਤੁਰਿਆ ਫਿਰਦਾ। ਗੈਸਾਂ ਦੇ ਵਿੱਚ ਕੀ ਹੈ, ਉਹ ਗੈਸਾਂ ਦੇ ਵਿੱਚ ਇੰਨੀ ਕੁ ਜ਼ਿਆਦਾ એનર્ਜੀ ਹੈ ਨਾ, ਜਿਸ ਕਰਕੇ ਸੂਰਜ ਕੀ ਹੈ, ਭਖ ਰਿਹਾ। ਮਤਲਬ ਉਹਦੇ ਵਿੱਚ ਫੁੱਲ ਗਰਮੀ ਹੈ, ਜਿਹੜੇ ਕੀ ਆਪਾਂ ਉਹਦੀ ਇੰਨੀਆਂ ਕੋਸਾਂ ਲੱਖਾਂ ਕਰੋੜਾਂ ਕਿਲੋਮੀਟਰ ਦੂਰ ਬੈਠ ਕੇ ਵੀ ਆਪਾਂ ਨੂੰ ਉਹਦੀ ਕੀ ਮਿਲ ਰਹੀ ਹੈ, એનર્ਜੀ ਮਿਲ ਰਹੀ ਹੈ। ਜੇ ਆਪਾਂ 10 ਮਿੰਟ ਹੁਣ ਗਰਮੀ 'ਚ ਧੁੱਪੇ ਵੀ ਬੈਠ ਜਾਈਏ ਨਾ, ਤੇ ਹੁਣੇ ਕੁਕੜੀ ਬਣ ਜਾਣੀ ਆਪਣੀ, ਠੀਕ ਹੈ। ਦੇਖੋ ਇੰਨੀ ਦੂਰ ਹੋਣ ਦੇ ਬਾਵਜੂਦ ਵੀ, ਤਾਂ ਉਹ ਕਿਹੜੀ, ਉਹਦੇ ਵਿੱਚ ਕਿਹੜੀ ਸਟੇਟ ਹੈ? ਸੂਰਜ ਦੇ ਵਿੱਚ ਕਿਹੜੀ ਸਟੇਟ ਹੈ? ਪਲਾਜ਼ਮਾ ਸਟੇਟ ਹੈ। ਹੁਣ ਕਨਸੈਪਟ ਕਲੀਅਰ ਹੋ ਗਿਆ ਕਿ ਸੂਰਜ ਦੇ ਵਿੱਚ ਕਿਹੜੀ ਸਟੇਟ ਹੈ? ਪਲਾਜ਼ਮਾ ਸਟੇਟ ਹੈ। ਇੱਕ ਇਹਦੀ ਛੋਟੀ ਜਿਹੀ ਹੋਰ ਐਗਜ਼ਾਮਪਲ ਹੈਗੀ ਹੈ, ਇਹਦੀ ਛੋਟੀ ਜਿਹੀ, ਬਸ 2 ਮਹੀਨੇ ਯਾਦ ਕਰ ਲਓ, ਬਾਕੀ ਆਪਾਂ ਲੰਮਾ ਚੌੜਾ ਕੰਮ ਬਾਅਦ ਚੋਂ ਵੇਖਾਂਗੇ। ਲਾਈਟਨਿੰਗ, ਇਹਨੇ ਸਪੈਲਿੰਗ ਆਈ ਥਿੰਕ ਗਲਤ ਹੋ ਗਏ। ਲਾਈਟਨਿੰਗ ਕੀ ਹੁੰਦੀ ਹੈ? ਜਿਹੜਾ ਸਭ ਨੂੰ ਪਤਾ ਹੀ ਹੋਊਗਾ। ਲਾਈਟਨਿੰਗ ਹੁੰਦੀ ਹੈ ਜਦੋਂ ਕਹ ਲਓ ਬਿਜਲੀ ਗੜਕਦੀ ਹੈ ਨਾ, ਬਿਜਲੀ ਡਿੱਗਦੀ ਹੈ ਜਦੋਂ ਆਪਾਂ ਕਹਿੰਦੇ ਆ, ਉਹ ਵਾਲੀ ਲਾਈਟਨਿੰਗ ਦੀ ਗੱਲ ਕਰ ਰਿਹਾ ਮੈਂ, ਠੀਕ ਹੈ। ਜਦੋਂ ਜਿਹੜੀ ਬਿਜਲੀ ਡਿੱਗਦੀ ਹੈ ਨਾ, ਤੇ ਉਹਦੇ ਵਿੱਚ ਕੀ ਹੁੰਦੀ ਹੈ, ਉਹ ਕਿਹੜੀ ਸਟੇਟ 'ਚ ਹੁੰਦੀ ਹੈ? ਪਲਾਜ਼ਮਾ, ਕਿਉਂਕਿ ਉਹਦੇ ਵਿੱਚ ਕੀ ਹੁੰਦੀ ਹੈ, ਬਹੁਤ ਜ਼ਿਆਦਾ ਹਾਈ એનર્ਜੀ ਹੁੰਦੀ ਹੈ ਉਹਦੇ ਵਿੱਚ। ਚਲੋ ਇੱਕ ਐਗਜ਼ਾਮਪਲ ਵੀ ਦਿੱਤੀ ਜਾਂਦੀ ਹੈ ਕਿ ਉਹਦੇ ਜਿਹੜੇ ਆਸ-ਪਾਸ ਦੀ ਹਵਾ ਹੁੰਦੀ ਹੈ ਨਾ, ਜਿਹੜੀ ਜਦੋਂ ਆਪਣੀ ਕੀ ਹੈ, ਡਿੱਗਦੀ ਹੈ ਉਹ ਬਿਜਲੀ ਦੇ ਇੱਕ ਆਸ-ਪਾਸ ਦੀ ਜਿਹੜੀ ਗੈਸ ਹੁੰਦੀ ਹੈ ਜਾਂ ਹਵਾ ਹੁੰਦੀ ਹੈ, ਉਹਦੇ 'ਚ ਇੰਨੀ ਕੁ ਜ਼ਿਆਦਾ ਕਹਿ ਲਓ એનર્ਜੀ ਹੁੰਦੀ ਹੈ ਨਾ, ਕਿ ਉਹ ਸੂਰਜ ਤੋਂ ਵੀ 2-3 ਗੁਣਾ ਵੱਧ ਹੁੰਦੀ ਹੈ। ਦੇਖੋ ਤਾਂ ਹੀ ਉਹਨੇ 1 ਸੈਕਿੰਡ ਦੇ ਵਿੱਚ ਸਾੜ ਕੇ ਸਾਰਾ ਕੁਝ ਤਬਾਹ ਕਰਕੇ, ਨਾਲ ਜਿੱਥੇ ਮਾੜਾ ਜਿਹਾ ਵੀ ਡਿੱਗਦੀ ਹੈ ਉਹ ਖਰਾਬ ਕਰਕੇ ਚਲੀ ਜਾਂਦੀ ਹੈ। ਤਾਂ ਉਹ ਕਿਹੜੀ ਸਟੇਟ ਹੁੰਦੀ ਹੈ? ਪਲਾਜ਼ਮਾ ਸਟੇਟ ਹੁੰਦੀ ਹੈ। ਬਸ ਇੰਨਾ ਹੀ ਯਾਦ ਰੱਖਣਾ ਤੁਸੀਂ, ਠੀਕ ਹੈ। ਉਹ ਕਿਹੜੀ ਸਟੇਟ ਹੁੰਦੀ ਹੈ? ਪਲਾਜ਼ਮਾ ਸਟੇਟ ਹੁੰਦੀ ਹੈ। ਹੁਣ ਬਸ ਇੰਨਾ ਤਾਂ ਦੱਸੀਆਂ 2 ਐਗਜ਼ਾਮਪਲਾਂ, ਕਿਉਂਕਿ ਇਹਦੇ ਵਿੱਚ ਕੀ ਹੁੰਦੀ ਹੈ, ਬਹੁਤ ਜ਼ਿਆਦਾ એનર્ਜੀ ਹੁੰਦੀ ਹੈ। ਚਲੋ ਹੁਣ ਚੱਲਦੇ ਹਾਂ ਅੱਗੇ। ਹੁਣ ਆ ਗਈ BEC। BEC ਨੂੰ ਕਹਿ ਦਿੰਦੇ ਆ ਬੋਸ ਆਇਨਸਟਾਈਨ ਕੰਡੈਂਸੇਟ, ਠੀਕ ਹੈ। ਬੋਸ ਆਇਨਸਟਾਈਨ ਕੰਡੈਂਸੇਟ, ਇੱਕ ਅੱਛਾ ਮੈਨੂੰ ਲੱਗਦਾ ਮਿਸ ਹੋ ਗਿਆ ਇਹਨਾਂ ਵਿੱਚੋਂ। ਹੁਣ ਇਹਦੇ ਤੇ ਜਾਣ ਤੋਂ ਪਹਿਲਾਂ ਇਹਨੂੰ ਡਿਸਕਵਰ ਕਿਹਨੇ ਕੀਤਾ ਸੀ? ਡਿਸਕਵਰ ਕਿਹਨੇ ਕੀਤਾ ਸੀ ਇਹਨੂੰ? ਡਿਸਕਵਰ ਕੀਤਾ ਸੀ ਆਪਣੇ ਇੰਡੀਅਨ ਸੀ, SN ਬੋਸ, ਠੀਕ ਹੈ। SN ਬੋਸ, ਤਾਂ ਹੀ ਉਹਨਾਂ ਦਾ ਪਹਿਲਾ ਨਾਮ ਲਿਖਿਆ ਗਿਆ। ਤੇ ਆਇਨਸਟਾਈਨ ਨੂੰ ਤਾਂ ਕੌਣ ਭੁੱਲਿਆ? ਐਲਬਰਟ ਆਇਨਸਟਾਈਨ, ਠੀਕ ਹੈ, ਐਲਬਰਟ ਆਇਨਸਟਾਈਨ। ਕਦੋਂ ਕੀਤੀ ਸੀਗੀ? ਅਪਰੋਕਸੀਮੇਟਲੀ ਕਿ 1920 ਦੇ ਅਪਰੋਕਸ ਕੀਤੀ ਸੀ, 1920 ਆਈ ਥਿੰਕ, ਠੀਕ ਹੈ, 1920 ਹੀ ਹੈ। DEC ਬੋਸ ਆਇਨਸਟਾਈਨ ਕੰਡੈਂਸੇਟ ਡਿਸਕਵਰੀ SN ਬੋਸ ਐਂਡ ਐਲਬਰਟ ਆਇਨਸਟਾਈਨ ਦੁਆਰਾ 1920 ਦੇ ਵਿੱਚ, ਠੀਕ ਹੈ। ਹੁਣ ਇਹ ਸਰ ਹੁੰਦੀ ਕੀ ਹੈ? ਇਹ ਹੁੰਦੀ ਹੈ ਪਲਾਜ਼ਮਾ ਦਾ ਬਿਲਕੁਲ ਉਲਟ, ਬਿਲਕੁਲ ਹੀ ਉਲਟ ਹੁੰਦਾ। ਕਿਵੇਂ ਉਲਟ ਹੁੰਦਾ? ਕੀ ਕਰਦੇ ਆ, ਜਦੋਂ ਗੈਸ ਹੁੰਦੀ ਹੈ ਨਾ, ਗੈਸ ਜਿਹੜੀ ਗੈਸ ਨੂੰ ਜਦੋਂ ਕਹਿ ਲਓ ਐਕਸਟ੍ਰੀਮਲੀ ਲੋ, ਐਕਸਟ੍ਰੀਮਲੀ ਮਤਲਬ ਬਹੁਤ ਜ਼ਿਆਦਾ, ਬਹੁਤ ਦਾ ਵੀ ਬਹੁਤ ਜ਼ਿਆਦਾ, ਬਹੁਤ ਦਾ ਵੀ 1000 ਗੁਣਾ, ਠੀਕ ਹੈ, ਬਹੁਤ ਦਾ ਵੀ 1000 ਗੁਣਾ, ਇਹ ਸਮਝ ਲਓ ਬਸ, ਬਹੁਤ ਦਾ ਵੀ 1000 ਗੁਣਾ, ਜਿਹਨੂੰ ਕਹਿ ਦਿੰਦੇ ਆ 100,000 ਜਿੰਨਾ ਮਰਜ਼ੀ ਜ਼ੀਰੋਆਂ ਲਾ ਲਓ ਮਗਰ ਇਹਦੇ, ਠੀਕ ਹੈ। ਇੱਕ ਗੈਸ ਨੂੰ ਇੰਨੇ ਕੁ ਜ਼ਿਆਦਾ ਟੈਂਪਰੇਚਰ ਤੇ ਕੀ ਕੀਤਾ ਜਾਂਦਾ? ਠੰਡਾ ਕੀਤਾ ਜਾਂਦਾ, ਉਹਨੂੰ ਕਹਿੰਦੇ ਆ BEC। ਸਮਝ ਲੱਗ ਗਈ ਕਿ BEC ਕੀ ਕਰਦੀ ਹੈ? ਕੂਲ ਕਰਦੀ ਹੈ ਗੈਸ ਨੂੰ ਬਹੁਤ ਜ਼ਿਆਦਾ ਲੋ ਲੈਵਲ ਤੇ, ਠੀਕ ਹੈ, ਜਿਹਨੂੰ ਆਪਾਂ ਕਹਿ ਦਿੰਦੇ ਆ 100,000। ਉਸ ਤੋਂ ਬਾਅਦ ਕੀ ਹੈ? ਨੋਰਮਲ 에ਅਰ ਤੋਂ ਕੀ ਬਣ ਜਾਂਦੀ ਹੈ? ਸੁਪਰ ਲੋ ਟੈਂਪਰੇਚਰ ਤੇ ਇਹਨੂੰ, ਕਿ ਹੁਣ ਜੇ ਮੰਨ ਲਓ 20 ਡਿਗਰੀ ਹੈ 에ਅਰ ਦਾ ਟੈਂਪਰੇਚਰ, ਤਾਂ ਇਹਨੂੰ ਮੰਨ ਕੇ ਚੱਲੋ 20,000 ਮੰਨ ਕੇ ਚੱਲੋ, 2000 ਦੇ -2000 ਡਿਗਰੀ ਤੇ ਜਾਂ 200 ਡਿਗਰੀ ਤੇ ਇਹਨੂੰ ਕੀ ਕੀਤਾ ਜਾਂਦਾ? ਠੰਡਾ ਕੀਤਾ ਜਾਂਦਾ। ਉਹਨੂੰ ਕਹਿੰਦੇ BEC ਬੋਸ ਆਇਨਸਟਾਈਨ ਕੰਡੈਂਸੇਟ। ਕਲੀਅਰ ਹੈ? ਇਹਦੀ ਐਗਜ਼ਾਮਪਲ ਬਾਅਦ ਚੋਂ ਜਦੋਂ ਆਪਾਂ ਕਰਨ ਲੱਗੇ, ਠੀਕ ਹੈ। ਬਸ ਇੰਨਾ ਯਾਦ ਹੀ ਰੱਖਣਾ ਤੁਸੀਂ, ਕਿਉਂਕਿ ਇਹਦੇ ਵਿੱਚ ਵੱਧ ਤੋਂ ਵੱਧ ਪਤਾ ਕੀ ਪੁੱਛਿਆ ਜਾ ਸਕਦਾ ਕਿ ਇਹਦੀ ਫੁੱਲ ਫਾਰਮ ਕੀ ਹੈ
ਤੇ ਡਿਸਕਵਰੀ ਤਾਂ ਆਈ ਥਿੰਕ ਨਾ ਪੁੱਛਣ ਦਿੰਦਾ, ਈਅਰ ਵਗੈਰਾ ਭਲਾਂ ਦੀ ਪੁੱਛ ਲੈ, ਪਰ ਇਹਦਾ ਚਾਂਸ ਹੈ ਕਿ ਫੁੱਲ ਫਾਰਮ ਵੀ ਪੁੱਛੀ ਜਾ ਸਕਦੀ ਵੱਧ ਤੋਂ ਵੱਧ। ਤੇ ਜੇ ਇੱਕ ਇਹ ਵੀ ਪੁੱਛਿਆ ਜਾ ਸਕਦਾ ਹੈ, ਉੱਥੇ ਲਿਖਿਆ ਹੋਊਗਾ ਕਿ ਗੈਸ ਨੂੰ ਐਕਸਟ੍ਰੀਮਲੀ ਲੋ ਲੈਵਲ ਤੇ ਠੰਡਾ ਕਰਨਾ ਤੇ ਮੈਟਰ ਦੀ ਕਿਹੜੀ ਸਟੇਟ ਹੈ, ਤੁਸੀਂ ਕਹੋਗੇ BEC ਹੈ ਜੀ ਇਹ। ਠੀਕ ਹੈ, ਬਸ 2-3 ਕੁਐਸਚਨ ਹੀ ਬਣ ਸਕਦੇ ਇਹਦੇ। ਹੁਣ ਆ ਜਾਓ ਅੱਗੇ, ਹੁਣ ਇਹ ਲਾਈਨ ਵੀ ਨੋਟ ਕਰ ਲਿਓ ਬਸ। देयर आर, ठीक है, 4 नेचुरल स्टेट ऑफ मैटर एंड 1 मैन मेड। ठीक है, मतलब समझ गए इनकी गल, मैं थोड़ा हुणे दस के हटिया, बस समझ गए तो वेरी गुड। चलते हैं अगे, ਸਾਰੀਆਂ ਚੀਜ਼ਾਂ ਸਮਝਾਤੀਆਂ ਤੁਹਾਨੂੰ ਕਿ ਸੋਲਿਡ ਦੇ ਵਿੱਚ ਪਾਰਟੀਕਲ ਦੇ ਬਣੇ ਹੁੰਦੇ ਆ, ਪਾਰਟੀਕਲ ਦੂਰ ਦੂਰ ਹੈ, ਨੇੜੇ ਨੇੜੇ ਆ, ਸਾਰੀਆਂ ਚੀਜ਼ਾਂ ਦੱਸਦੀਆਂ, ਇੱਕ ਇੱਕ ਡਿਟੇਲ ਦੱਸਦੀ, ਕਿਸੇ ਨੂੰ ਕੋਈ ਡਾਊਟ ਨਹੀਂ ਹੋਣਾ ਚਾਹੀਦਾ। ਹੁਣ ਇੱਕ ਚੀਜ਼ ਆਉਂਦੀ ਹੈ ਜਿਹੜੀ ਬਹੁਤ ਜ਼ਿਆਦਾ ਇਸ ਚੈਪਟਰ ਤੋਂ ਡਿਮਾਂਡ 'ਚ ਰਹਿੰਦੀ ਹੈ, ਉਹ ਹੁੰਦੀ ਹੈ ਫੇਸ ਟ੍ਰਾਂਸਫਰਮੇਸ਼ਨ। ਠੀਕ ਹੈ, ਇਹ ਬਹੁਤ ਇੰਨੀ ਕੁ ਜ਼ਿਆਦਾ ਡਿਮਾਂਡ 'ਚ ਰਹਿੰਦੀ ਹੈ ਕਿ ਇਹਦੇ ਕੁਐਸਚਨ ਪੁੱਛੇ ਜਾਣ ਦੇ ਪੂਰੇ ਚਾਂਸ ਹੈ। ਹੁਣ ਦੇਖੋ ਫੇਸ ਟ੍ਰਾਂਸਫਰਮੇਸ਼ਨ ਕੀ ਹੁੰਦੀ ਹੈ। ਫੇਸ ਟ੍ਰਾਂਸਫਰਮੇਸ਼ਨ ਹੁੰਦੀ ਹੈ ਕਿ ਜਦੋਂ ਕਿਸੇ ਚੀਜ਼ ਦੀ ਸਟੇਟ ਚੇਂਜ ਕੀਤੀ ਜਾਵੇ। ਠੀਕ ਹੈ, ਕਿਸੇ ਵੀ ਚੀਜ਼ ਦੀ ਸਟੇਟ ਚੇਂਜ ਕੀਤੀ ਜਾਵੇ। ਫੋਰ ਐਗਜ਼ਾਮਪਲ ਸੋਲਿਡ ਤੋਂ ਕੀ ਬਣਾਇਆ ਜਾਵੇ ਲਿਕੁਇਡ, ਦੇ ਲਿਕੁਇਡ ਤੋਂ ਕੀ ਬਣਾਈ ਜਾਵੇ ਗੈਸ, ਤੇ ਗੈਸ ਤੋਂ ਕੀ ਬਣਾਇਆ ਜਾਵੇ ਲਿਕੁਇਡ, ਲਿਕੁਇਡ ਤੋਂ ਫਿਰ ਬਣਾਇਆ ਜਾਵੇ ਸੋਲਿਡ। ਉਹਨੂੰ ਕਹਿੰਦੇ ਆ ਫੇਸ ਟ੍ਰਾਂਸਫਰਮੇਸ਼ਨ। ਕਿਸੇ ਚੀਜ਼ ਦੀ ਸ਼ਕਲ ਹੀ ਬਦਲ ਦੇਣਾ, ਕਿ ਮਤਲਬ ਮੰਨ ਕੇ ਚੱਲੋ ਤੁਹਾਡੇ ਕੋਲ ਬਰਫ਼ ਪਈ ਹੈ, ਉਹਨੂੰ ਪਾਣੀ ਬਣਾਤਾ ਜੀ, ਉਹ ਕਾਹਦੇ ਚ ਆਉਂਦਾ ਫੇਸ ਟ੍ਰਾਂਸਫਰਮੇਸ਼ਨ ਦੇ ਵਿੱਚ। ਠੀਕ ਹੈ, ਜਿਵੇਂ ਕਹਿ ਲਓ ਤੁਹਾਡੇ ਕੋਲੇ ਪਾਣੀ ਹੈ ਤਾਂ ਉਹਨੂੰ ਗੈਸ ਹੀ ਬਣਾਤਾ ਜੀ, ਉਹ ਵੀ ਕੀ ਹੈ ਫੇਸ ਟ੍ਰਾਂਸਫਰਮੇਸ਼ਨ। ਹੁਣ ਇਹਦੇ 2-3 ਕੀ ਪੁਆਇੰਟ ਹੈਗੇ ਆ ਜਿਹੜੇ ਤੁਸੀਂ ਯਾਦ ਰੱਖਣੇ ਆ। ਉਸ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਅੱਗੇ। ਕੀ ਪੁਆਇੰਟ ਤਾਂ ਹੀ ਸਮਝਾਉਣਗੇ ਜੇ ਤੁਹਾਨੂੰ ਇਹਨਾਂ ਦਾ ਬੇਸਿਕ ਪਤਾ ਹੋਊਗਾ ਤਾਂ। ਪਹਿਲਾਂ ਆਪਾਂ ਕੀ ਕਰਾਂਗੇ, ਸਭ ਤੋਂ ਪਹਿਲਾਂ ਗੱਲ ਕਿੰਦੀ ਕੀਤੀ ਸੀ, ਸੋਲਿਡ ਦੀ ਕੀਤੀ ਸੀ। ਠੀਕ ਹੈ, ਸੋਲਿਡ ਤੋਂ ਬਾਅਦ ਆਪਾਂ ਕਿੰਦੀ ਗੱਲ ਕੀਤੀ ਸੀ, ਲਿਕੁਇਡ। ਹੁਣ ਆਪਾਂ ਇਹਨਾਂ ਦੋਵਾਂ ਬਾਰੇ ਪਹਿਲਾਂ ਗੱਲ ਕਰਾਂਗੇ। ਠੀਕ ਹੈ, ਪਹਿਲਾਂ ਆਪਾਂ ਕਿੰਨਾਂ ਬਾਰੇ ਗੱਲ ਕਰਾਂਗੇ, ਸੋਲਿਡ ਤੋਂ ਲਿਕੁਇਡ ਬਣੂਗਾ ਉਹਨੂੰ ਕੀ ਕਹਿੰਦੇ ਆ। ਠੀਕ ਹੈ, ਹੁਣ ਜਦੋਂ ਮੰਨ ਕੇ ਚੱਲੋ ਆਪਾਂ ਜਦੋਂ ਸੋਲਿਡ ਨੂੰ ਕਨਵਰਟ ਕਰਦੇ ਹਾਂ ਇਸ ਵਿੱਚ ਲਿਕੁਇਡ ਵਿੱਚ, ਤਾਂ ਉਹਨੂੰ ਕਹਿੰਦੇ ਕੀ ਆ, ਉਹਨੂੰ ਕਹਿੰਦੇ ਫਿਊਜ਼ਨ। ਤੇ ਥੋੜੀ ਸੌਖੀ ਭਾਸ਼ਾ ਵਿੱਚ ਉਹਨੂੰ ਕਹਿ ਦਿੰਦੇ ਆ ਮੈਲਟਿੰਗ। ਠੀਕ ਹੈ, ਪਰ ਮੈਲਟਿੰਗ ਵਰਡ ਹੈ ਜਿਹੜਾ ਯਾਦ ਰਹੂਗਾ, ਪਰ ਇਹ ਪੁੱਛੇ ਜਾਣ ਦੇ ਚਾਂਸ ਘੱਟ ਹੈ, ਕਿਉਂਕਿ ਫਿਊਜ਼ਨ ਜ਼ਿਆਦਾ ਥੋੜਾ ਜਿਹਾ ਚਲੋ ਅਮੀਰ ਜਿਹਾ ਵਰਡ ਲੱਗਦਾ, ਮੈਲਟਿੰਗ ਦਾ ਜਮਾਂ ਹੀ ਕਾਮਨ ਜਿਹਾ ਵਰਡ। ਤਾਂ ਸੋਲਿਡ ਤੋਂ ਜਦੋਂ ਕਨਵਰਟ ਕਰਦੇ ਆ ਲਿਕੁਇਡ ਨੂੰ, ਠੀਕ ਹੈ ਧਿਆਨ ਨਾਲ ਸੁਣ ਲਓ, ਸੋਲਿਡ ਤੋਂ ਜਦੋਂ ਕਨਵਰਟ ਕਰਦੇ ਆ ਲਿਕੁਇਡ ਨੂੰ ਤਾਂ ਉਦੋਂ ਕੀ ਹੁੰਦਾ, ਉਹਨੂੰ ਕੀ ਕਹਿੰਦੇ ਆ, ਫਿਊਜ਼ਨ ਕਹਿੰਦੇ ਆ। ਇੰਨਾ ਕਲੀਅਰ ਹੋ ਗਿਆ ਕਿ ਉਹਨੂੰ ਕੀ ਕਹਿੰਦੇ ਆ, ਫਿਊਜ਼ਨ ਕਹਿੰਦੇ ਆ। ਹੁਣ ਫਿਊਜ਼ਨ ਦੇ ਵਿੱਚ ਕਿਹੜੀ ਚੀਜ਼ ਲੱਗੂਗੀ, ਤਾਂ ਜਿਹੜਾ ਇਹ ਮੈਲਟ ਹੋਊਗਾ ਤਾਂ ਉਹ ਲੱਗੂਗੀ ਹੀਟ, ਜਿਹਨੂੰ ਐ ਡਿਨੋਟ ਕਰ ਦਿੰਦੇ ਆ ਇੱਕ ਟ੍ਰਾਇੰਗਲ ਦੇ ਨਾਲ। ਠੀਕ ਹੈ, ਹੁਣ ਇੱਥੋਂ ਮੈਂ ਕੀ ਪੁਆਇੰਟ ਦੱਸਦਾ, ਤੁਹਾਨੂੰ ਕਿਹਾ ਸੀ ਨਾ ਜੇ ਸਮਝ ਲੱਗੂ ਤਾਂ ਹੀ ਕੀ ਪੁਆਇੰਟ ਦੱਸਣ ਦਾ ਫਾਇਦਾ। ਹੁਣ ਕੀ ਪੁਆਇੰਟ ਕੀ ਹੈ, ਜਦੋਂ ਵੀ ਕਿਸੇ ਚੀਜ਼ 'ਚ ਹੀਟ ਲੰਘਾਈ ਜਾਂਦੀ ਹੈ ਨਾ, ਜਦੋਂ ਵੀ ਕਿਸੇ ਵੀ ਚੀਜ਼ 'ਚ ਹੀਟ ਲੰਘਾਈ ਜਾਂਦੀ, ਕਿਸੇ ਵੀ ਚੀਜ਼ 'ਚ ਹੀਟ ਕੱਢਦੇ ਆ ਨਾ, ਉਹ ਕੀ ਹੈ, ਫੈਲ ਜਾਂਦੀ ਹੈ। ਉਹ ਚੀਜ਼ ਕੀ ਹੈ, ਫੈਲ ਜਾਂਦੀ ਹੈ। ਇੰਨਾ ਕਲੀਅਰ ਹੋ ਗਿਆ, ਉਹ ਚੀਜ਼ ਕੀ ਕਰਦੀ ਹੈ, ਫੈਲ ਜਾਂਦੀ ਹੈ। ਹੁਣ ਜਿਵੇਂ ਮੰਨ ਕੇ ਚੱਲੋ ਪਾਣੀ ਨੂੰ ਹੀਟ ਦੇਵਾਂਗੇ ਤਾਂ ਉਹ ਕੀ ਬਣ ਜੂ, ਗੈਸ। ਪਾਣੀ ਕੀ ਹੈ, ਫੈਲ ਗਿਆ। ਠੀਕ ਹੈ, ਹੁਣ ਜੇ ਬਰਫ਼ ਨੂੰ ਆਪਾਂ ਕੀ ਕਰਾਂਗੇ, ਹੀਟ ਦੇਵਾਂਗੇ, ਬਰਫ਼ ਸੋਲਿਡ ਹੈ ਤੇ ਉਹਨੂੰ ਹੀਟ ਦੇਵਾਂਗੇ, ਉਹ ਕੀ ਬਣ ਜੂਗੀ, ਲਿਕੁਇਡ। ਤਾਂ ਉਹ ਕੀ ਹੈ, ਬਰਫ਼ ਪਹਿਲਾਂ ਸੋਲਿਡ ਸਟੇਟ 'ਚ ਥੋੜੀ ਥਾਂ ਘੇਰੀ ਬੈਠੀ ਸੀ, ਫਿਰ ਲਿਕੁਇਡ ਬਣ ਕੇ ਉਹ ਕੀ ਹੋ ਗਈ, ਫੈਲ ਗਈ। ਤਾਂ ਇਹ ਸਭ ਪ੍ਰੋਸੈਸ ਨੂੰ ਕੀ ਕਹਾਂਗੇ, ਫਿਊਜ਼ਨ। ਜਾਂ ਮੈਲਟਿੰਗ ਦਾ ਫਿਰ ਸਭ ਨੂੰ ਪਤਾ ਹੀ ਹੈ, ਉਹਨੂੰ ਕੀ ਕਹਾਂਗੇ, ਮੈਲਟਿੰਗ। ਇੰਨਾ ਕਲੀਅਰ ਹੋ ਗਿਆ ਕਿ ਜਦੋਂ ਆਪਾਂ ਹੀਟ ਕਰਦੇ ਹਾਂ ਉਹ ਚੀਜ਼ ਕੀ ਹੈ, ਫੈਲ ਜਾਂਦੀ ਹੈ। ਹੁਣ ਦੇਖੋ ਫੈਲਦੀ ਕਿਉਂ ਆ, ਚਲੋ ਇਹ ਵੀ ਤੁਹਾਡਾ ਡਾਊਟ ਕਲੀਅਰ ਕਰ ਦਿੰਦੇ, ਫੈਲਦੀ ਕਿਉਂ ਆ। ਹੁਣ ਹੀਟ ਕਰੋਗੇ ਕਿਸੇ ਚੀਜ਼ ਨੂੰ, ਮੰਨ ਲਓ ਸੋਲਿਡ ਨੂੰ ਹੀ ਕਰਦੇ ਆ, ਚਲੋ ਹੁਣੇ ਸੋਲਿਡ ਕਰਿਆ ਨਾ, ਇਹਦੇ ਪਾਰਟੀਕਲ ਕੀ ਹੁੰਦੇ ਆ, ਜਮਾਂ ਹੀ ਨੇੜੇ ਹੁੰਦੇ ਆ, ਸਪੇਸ ਘੱਟ ਹੁੰਦੀ ਹੈ, ਫੋਰਸ ਜ਼ਿਆਦਾ ਹੁੰਦਾ। ਠੀਕ ਹੈ, ਇਹ ਕੀ ਹੈ, ਜਦੋਂ ਹੀਟ ਕਰਾਂਗੇ ਹੀਟ ਇਹਨਾਂ ਦੇ ਵਿੱਚ ਵੜ ਕੇ ਕੀ ਹੈ, ਇਹਨਾਂ ਨੂੰ ਦੂਰ ਕਰ ਦੇਗੀ। ਠੀਕ ਹੈ,
ਜਦੋਂ ਪਾਰਟੀਕਲ ਦੂਰ ਦੂਰ ਹੋ ਗਏ ਥੋੜੇ ਥੋੜੇ, ਉਹ ਕੀ ਬਣ ਜੂਗਾ? ਲਿਕੁਇਡ ਬਣ ਜੂਗਾ, ਕਿਉਂਕਿ ਲਿਕੁਇਡ ਦੇ ਪਾਰਟੀਕਲ ਕੀ ਹੁੰਦੇ ਆ? ਥੋੜੇ ਥੋੜੇ ਦੂਰ ਹੁੰਦੇ ਆ। ਜੇ ਲਿਕੁਇਡ 'ਚ ਹੀਟ ਮੰਗਾਵਾਂਗੇ ਤਾਂ ਇਹਦੇ ਪਾਰਟੀਕਲ ਹੋਰ ਦੂਰ ਹੋ ਜਾਣਗੇ, ਉਹ ਕੀ ਬਣ ਜੂਗਾ? ਗੈਸ ਬਣ ਜੂਗੀ, ਕਿਉਂਕਿ ਗੈਸ ਦੇ ਪਾਰਟੀਕਲ ਕੀ ਆ? ਮਰਜ਼ੀ ਨਾਲ ਤੁਰੇ ਫਿਰਦੇ ਹੁੰਦੇ ਆ। ਹੁਣ ਕਲੀਅਰ ਹੋ ਗਿਆ? ਤੇ ਸਾਇੰਸ ਦੀ ਭਾਸ਼ਾ 'ਚ ਇਹਨੂੰ ਕਵਾਂਗੇ ਕਿ ਇਹਨਾਂ ਦਾ ਇੰਟਰਮੋਲੀਕੂਲਰ ਫੋਰਸ ਕੀ ਹੈ? ਟੁੱਟ ਜਾਂਦਾ ਹੈ। ਠੀਕ ਹੈ, ਇਹਨਾਂ ਦਾ ਇੰਟਰਮੋਲੀਕੂਲਰ ਫੋਰਸ ਕੀ ਹੈ? ਟੁੱਟ ਜਾਂਦਾ ਜਾਂ ਘਟ ਜਾਂਦਾ। ਹੁਣ ਕਲੀਅਰ ਹੋ ਗਿਆ? ਹੁਣ ਚੱਲਦੇ ਆਪਾਂ ਅੱਗੇ। ਸੋਲਿਡ ਤੋਂ ਲਿਕੁਇਡ ਹੋ ਗਿਆ, ਹੁਣ ਚੱਲਦੇ ਹਾਂ ਲਿਕੁਇਡ ਤੋਂ ਗੈਸ। ਲਿਕੁਇਡ ਤੋਂ ਗੈਸ। ਮੇਰਾ ਗਲਾ बैठ गया बोल बोल के लगातार। ਚਲੋ ਜਿੰਨਾ ਬੋਲਿਆ ਜਾ ਸਕਦਾ ਦੇਖਦੇ ਹਾਂ। ਮੈਂ ਕੋਸ਼ਿਸ਼ ਕਰੂੰਗਾ ਕਿ ਚੈਪਟਰ ਕਰਾ ਲਈਏ ਪੂਰਾ, ਬਾਕੀ ਦੇਖਦੇ ਹਾਂ। ਹੁਣ ਆਪਾਂ ਕੀ ਕਰਨਾ, ਜਦੋਂ ਵੀ ਤੁਸੀਂ ਲਿਕੁਇਡ ਤੋਂ ਲਿਕੁਇਡ ਟੂ ਸੋਲਿਡ ਕਨਵਰਟ ਕਰਾਂਗੇ ਨਾ ਆਪਾਂ, ਤਾਂ ਉਹਨੂੰ ਕਹਿੰਦੇ ਕੀ? ਬਸ ਇੰਨਾ ਯਾਦ ਰੱਖਣਾ, ਉਹਨੂੰ ਇੱਕ ਤਾਂ ਕਹਿੰਦੇ ਆਪਾਂ ਫ੍ਰੀਜ਼ ਹੋਣਾ। ਨਹੀਂ, ਆਪਾਂ ਗੱਲ ਕਰਨੀ ਹੈ ਸੋਲਿਡ ਤੋਂ ਲਿਕੁਇਡ ਤੋਂ ਸੋਲਿਡ ਦੀ। ਠੀਕ ਹੈ, ਫਿਰ ਤੁਹਾਨੂੰ ਮੈਂ ਗੈਸ ਦੀ ਗੱਲ ਕਰਾਉਂਗਾ, ਕਿਉਂਕਿ ਉਹਨੂੰ ਵੈਪੋਰਾਈਜੇਸ਼ਨ ਕਹਿੰਦੇ ਆ ਨਾ। ਚਲੋ ਆਪਾਂ ਗੈਸ ਦੀ ਕਰਦੇ ਹਾਂ, ਫਿਰ ਤੁਸੀਂ ਕਨਫਿਊਜ਼ ਹੋ ਜਾਓਗੇ ਕਿ ਸਾਰਾ ਕੀ ਕਰੀ ਜਾਂਦੇ। ਚਲੋ ਲਿਕੁਇਡ ਤੋਂ ਗੈਸ ਦੀ ਗੱਲ ਹੀ ਕਰਦੇ ਹਾਂ। ਸੌਖੇ ਤਰੀਕੇ ਨਾਲ ਕਰਨਾ, ਜ਼ਿਆਦਾ ਮੋਲਡ ਕਰੂੰਗਾ ਫਿਰ ਤੁਸੀਂ ਉਲਝੇ ਨਾ ਕਿ ਸਰ ਤੁਸੀਂ ਤਾਂ ਸੌਖਾ ਚਲਾਈ ਜਾਂਦੇ ਸੀ ਫਿਰ ਔਖਾ ਕਰਤਾ। ਚਲੋ ਲਿਕੁਇਡ ਤੋਂ ਆਪਾਂ ਗੈਸ ਬਣਾਉਣੀ ਆ, ਮਤਲਬ ਪਹਿਲਾਂ ਬਰਫ਼ ਤੋਂ ਕੀ ਬਣਾ ਲਿਆ? ਪਾਣੀ। ਪਾਣੀ ਤੋਂ ਆਪਾਂ ਗੈਸ ਬਣਾਉਣੀ ਆ, ਲਿਕੁਇਡ ਤੋਂ ਗੈਸ ਬਣਾਉਣੀ। ਉਹਨੂੰ ਕਹਿੰਦੇ ਕੀ ਹੈ? ਉਹਨੂੰ ਕਹਿੰਦੇ ਆ ਵੈਪੋਰਾਈਜੇਸ਼ਨ। ਵੈਪੋਰਾਈਜੇਸ਼ਨ। ਠੀਕ ਹੈ, ਵੈਪੋਰਾਈਜੇਸ਼ਨ ਨੂੰ ਹੋਰ ਆਪਾਂ ਸੌਖੀ ਭਾਸ਼ਾ 'ਚ ਕੀ ਕਹਿ ਦਿੰਦੇ ਆ? ਬੋਇਲਿੰਗ। ਪਹਿਲਾਂ ਵਾਲਾ ਕਿਹੜਾ ਸੀ? ਮੈਲਟਿੰਗ। ਤੇ ਹੁਣ ਆਪਾਂ ਕਹਿ ਨਹੀਂ ਦਿੰਦੇ ਪਾਣੀ ਨੂੰ ਜੀ ਬੋਇਲ ਕਰਨ ਲੱਗੇ ਆ ਤੇ ਉਹ ਭਾਫ ਬਣ ਕੇ ਉੱਡਣ ਲੱਗ ਗਿਆ। ਭਾਫ ਕੀ ਹੈ? ਗੈਸ ਹੈ। ਤੇ ਉਸ ਸਾਰੀ ਪ੍ਰੋਸੈਸ ਨੂੰ ਕੀ ਕਵਾਂਗੇ? ਵੈਪੋਰਾਈਜੇਸ਼ਨ ਹੋਈ ਜਾਂਦਾ। ਠੀਕ ਹੈ, ਉਸ ਸਾਰੀ ਪ੍ਰੋਸੈਸ ਨੂੰ ਕੀ ਕਵਾਂਗੇ? ਵੈਪੋਰਾਈਜੇਸ਼ਨ ਹੋਈ ਜਾਂਦਾ। ਇੰਨਾ ਕਲੀਅਰ ਹੋ ਗਿਆ? ਹੁਣ ਜੇਕਰ ਹੁਣ ਤੁਸੀਂ ਇਹ ਤਾਂ ਦੱਸਤਾ ਸਰ ਕਿ ਆਪਾਂ ਸੋਲਿਡ ਤੋਂ ਲਿਕੁਇਡ ਬਣਾ ਲਿਆ, ਠੀਕ ਹੈ, ਤੇ ਲਿਕੁਇਡ ਤੋਂ ਆਪਾਂ ਬਣਾ ਲਈ ਗੈਸ। ਸਾਨੂੰ ਇਹ ਚੀਜ਼ਾਂ ਤਾਂ ਆ ਗਈਆਂ ਸਮਝ। ਹੁਣ ਸਰ ਅਸੀਂ ਕੀ ਹੈ, ਸਾਨੂੰ ਸੋਲਿਡ ਜਿਹੜਾ ਅਸੀਂ ਲਿਕੁਇਡ ਬਣਾਇਆ ਸੀ ਉਹ ਸਾਡਾ ਪਸੰਦ ਨਹੀਂ ਆਇਆ, ਸਾਨੂੰ ਤਾਂ ਰਿਟਰਨ ਪਾਲਿਸੀ ਚਾਹੀਦੀ ਹੈ, ਤੇ ਲਿਕੁਇਡ ਤੋਂ ਅਸੀਂ ਕੀ ਬਣਾਉਣਾ? ਸੋਲਿਡ ਬਣਾਉਣਾ। ਠੀਕ ਹੈ, ਜਿਵੇਂ ਤੁਹਾਨੂੰ ਤੁਸੀਂ ਆਨਲਾਈਨ ਕੋਈ ਚੀਜ਼ ਮੰਗਾ ਲੈਂਦੇ, ਪਸੰਦ ਨਹੀਂ ਆਉਂਦੀ, ਤੁਸੀਂ ਕਹਿੰਦੇ ਜੀ ਸਾਨੂੰ ਤਾਂ ਰਿਟਰਨ ਕਰਵਾ ਕੇ ਦਿਓ, ਤੇ ਸਾਨੂੰ ਤਾਂ ਇਹ ਤੁਹਾਡੀ ਚੀਜ਼ ਪਸੰਦ ਨਹੀਂ ਆਈ। ਉਵੇਂ ਹੀ ਆਪਾਂ ਸੋਲਿਡ ਤੋਂ ਕੀ ਬਣਾਇਆ ਸੀਗਾ? ਲਿਕੁਇਡ ਬਣਾਇਆ ਸੀਗਾ, ਤੇ ਤੁਹਾਨੂੰ ਪਸੰਦ ਨਹੀਂ ਆਇਆ, ਤੁਸੀਂ ਕੀ ਕਿਹਾ ਜੀ ਸਾਨੂੰ ਤਾਂ ਲਿਕੁਇਡ ਤੋਂ ਸਾਡਾ ਸੋਲਿਡ ਹੀ ਵਾਪਸ ਚਾਹੀਦਾ। ਚਲੋ ਦੇ ਦਿੰਦੇ ਹਾਂ। ਉਹਨੂੰ ਕਹਿੰਦੇ ਕੀ ਆ? ਉਹਨੂੰ ਕਹਿੰਦੇ ਆ ਸੋਲਿਡਿਫਿਕੇਸ਼ਨ। ਸੋਲਿਡਿਫਿਕੇਸ਼ਨ ਜਾਂ ਉਹਦਾ ਇੱਕ ਸੌਖਾ ਨਾਮ ਹੋਰ ਹੈਗਾ, ਉਹਨੂੰ ਕਹਿ ਦਿੰਦੇ ਆ ਫਰੀਜ਼ਿੰਗ। ਹੁਣ ਜੇ ਮੈਂ ਪਹਿਲਾਂ ਕੀ ਕੀਤਾ? ਬਰਫ਼ ਤੋਂ ਪਾਣੀ ਬਣਾ ਲਿਆ। ਪਾਣੀ ਤੋਂ ਤੁਸੀਂ ਕਿਹਾ ਜੀ ਅਸੀਂ ਤਾਂ ਫਿਰ ਬਰਫ਼ ਜਮਾਉਣੀ ਹੈ, ਸਾਨੂੰ ਪਾਣੀ ਹੋਰ ਠੰਡਾ ਕਰਨਾ ਹੈ ਪਾਣੀ। ਠੀਕ ਹੈ, ਬਰਫ਼ ਜਮਾਈ ਤਾਂ ਉਹ ਜਦੋਂ ਲਿਕੁਇਡ ਤੋਂ ਪਾਣੀ ਆ ਬਣਿਆ, ਸੋਲਿਡ ਬਣਿਆ, ਤਾਂ ਆ ਲੱਗ ਗਿਆ ਕਿ ਸੋਲਿਡ, ਅੱਗੋਂ ਪਿੱਛੇ ਕੀ ਰਹਿ ਗਈ? ਫਿਕੇਸ਼ਨ, ਸੋਲਿਡਿਫਿਕੇਸ਼ਨ। ਤੇ ਜਦੋਂ ਉਹਨੂੰ ਜਮਾਓਗੇ ਤੁਸੀਂ ਤਾਂ ਉਹ ਕੀ ਹੋਊਗਾ? ਫਰੀਜ਼ ਹੋਊਗਾ, ਤਾਂ ਉਹਨੂੰ ਕੀ ਕਹਿੰਦੇ ਆ? ਫਰੀਜ਼ਿੰਗ। ਠੀਕ ਹੈ, ਉਹਨੂੰ ਕੀ ਕਹਿੰਦੇ ਆ? ਫਰੀਜ਼ਿੰਗ ਕਹਿ ਦਿੰਦੇ ਆ। ਹੁਣ ਚਲਦੇ ਆ ਅੱਗੇ। ਚਲੋ ਤੁਹਾਡੀ ਰਿਟਰਨ ਹੋ ਗਈ ਇੱਕ ਚੀਜ਼। ਹੁਣ ਤੁਸੀਂ ਬਣਾਇਆ ਸੀ ਲਿਕੁਇਡ ਤੋਂ ਗੈਸ, ਤੁਹਾਨੂੰ ਗੈਸ ਪਸੰਦ ਨਹੀਂ ਆਈ। ਬੋਇਲਿੰਗ ਕੀਤੀ ਸੀ ਆਪਾਂ, ਵੈਪੋਰਾਈਜੇਸ਼ਨ ਕੀਤਾ ਸੀ, ਤੁਹਾਨੂੰ ਇਹ ਪਸੰਦ ਨਹੀਂ ਆਇਆ। ਤੁਸੀਂ ਕਿਹਾ ਜੀ ਸਾਡੀ ਤਾਂ ਗੈਸ, ਤੁਸੀਂ ਆਪਦੀ ਗੈਸ ਲੈ ਲਓ, ਸਾਡਾ ਲਿਕੁਇਡ ਸਾਨੂੰ ਮੋੜ ਦਿਓ। ਠੀਕ ਹੈ, ਹੁਣ ਆਪਾਂ ਕੀ ਕਰਾਂਗੇ? ਫਿਰ ਗੈਸ ਤੋਂ ਬਣਾਵਾਂਗੇ ਪਾਣੀ। ਠੀਕ ਹੈ, ਉਹਨੂੰ ਕੀ ਕਹਿੰਦੇ ਆ? ਉਹਨੂੰ ਕਹਿੰਦੇ ਆਪਾਂ ਕੰਡੈਂਸੇਸ਼ਨ। ਕੰਡੈਂਸੇਸ਼ਨ ਉਹ ਕਿਹੜਾ ਪ੍ਰੋਸੈਸ ਹੁੰਦਾ? ਕੂਲਿੰਗ। ਠੀਕ ਹੈ, ਉਹ ਕਿਹੜਾ ਪ੍ਰੋਸੈਸ ਹੁੰਦਾ? ਕੂਲਿੰਗ। ਕੂਲਿੰਗ ਨਾਲ ਹੁੰਦਾ ਹੈ ਸਾਰਾ ਕੁਝ। ਜਦੋਂ ਕੂਲ ਹੁੰਦੀ ਹੈ ਨਾ ਕੋਈ ਚੀਜ਼, ਫਿਰ ਉਹ ਠੰਡਾ ਹੋ ਕੇ ਪਾਣੀ ਬਣ ਜਾਂਦਾ। ਐਗਜ਼ਾਮਪਲ ਜ਼ਰੂਰੀ ਹੈ ਇੱਥੇ। ਠੀਕ ਹੈ, ਹੁਣ ਜਿਵੇਂ ਠੰਡੇ ਗਲਾਸ ਦੇ ਬਾਹਰ ਕੀ ਹੈ? ਪਾਣੀ ਵਾਲੇ ਡ੍ਰੌਪਸ ਜੰਮੇ ਦੇਖਦੇ ਹੋ ਨਾ ਤੁਸੀਂ, ਉਹ ਡ੍ਰੌਪਸ ਕਾਹਦੇ ਨਾਲ ਜੰਮਦੇ ਹੁੰਦੇ? ਕੰਡੈਂਸੇਸ਼ਨ ਨਾਲ। ਹੁਣ ਬਹੁਤ ਸਾਰੇ ਬੱਚੇ ਕਹਿਣਗੇ ਸਰ ਉਹ ਤਾਂ ਇਵੈਪੋਰੇਸ਼ਨ ਹੈ, ਇਵੈਪੋਰਾਈਜੇਸ਼ਨ ਹੈ। ਠੀਕ ਹੈ, ਉਹ ਚੀਜ਼ ਅੱਗੇ ਹੈ, ਉਹ ਕਨਸੈਪਟ ਲੱਗ ਗਿਆ। ਠੀਕ ਹੈ, ਬਸ ਇੰਨਾ ਹੀ ਆਪਾਂ ਦੱਸਣਾ। ਉਹ ਬਾਹਰ ਡ੍ਰੌਪ ਕਿਉਂ ਜੰਮੇ ਆ? ਕਿਉਂਕਿ ਜਿਹੜੀ ਹੁੰਦੇ ਆਸੇ-ਪਾਸੇ ਗੈਸ ਸੀ ਨਾ, ਉਹ ਕੀ ਬਣ ਗਈ? ਲਿਕੁਇਡ ਬਣ ਗਈ। ਠੀਕ ਹੈ, ਤੇ ਗੈਸ ਤੋਂ ਲਿਕੁਇਡ ਕਾਹਦੇ ਨਾਲ ਬਣਦੀ ਹੈ? ਕੰਡੈਂਸੇਸ਼ਨ ਨਾਲ ਬਣਦੀ ਹੈ। ਉਹ ਕੂਲ ਹੋ ਗਈ, ਗੈਸ ਕੀ ਹੋ ਗਈ? ਕੂਲ ਹੋ ਗਈ। ਇੰਨਾ ਕਲੀਅਰ ਹੋ ਗਿਆ? ਚਲੋ ਹੁਣ ਆਪਾਂ ਕਰ ਕੀ ਲਿਆ? ਸੋਲਿਡ ਤੋਂ ਗੈਸ ਬਣਾ ਲਈ, ਸੋਲਿਡ ਤੋਂ ਲਿਕੁਇਡ ਬਣਾ ਲਿਆ, ਤੁਹਾਨੂੰ ਵਾਪਸ ਵੀ ਦੇਤਾ ਲਿਕੁਇਡ ਤੋਂ ਸੋਲਿਡ। ਲਿਕੁਇਡ ਤੋਂ ਗੈਸ ਬਣਾ ਲਈ, ਤੁਹਾਨੂੰ ਗੈਸ ਤੋਂ ਲਿਕੁਇਡ ਵੀ ਵਾਪਸ ਦੇਤਾ। ਹੁਣ ਸਰ ਸਾਨੂੰ ਸਿੱਧਾ ਤੋਂ ਸਿੱਧਾ ਕੰਮ ਚਾਹੀਦਾ, ਅਸੀਂ ਵਿੱਚ ਵਿਚਾਲੇ ਪਾ ਕਿਸੇ ਨੂੰ ਵਿਚੋਲੇ ਨੂੰ ਪਾਉਣਾ ਹੀ ਨਹੀਂ। ਠੀਕ ਹੈ, ਹੁਣ ਕੀ ਹੈ? ਸੋਲਿਡ ਤੋਂ
ਕੀ ਬਣਾਉਣਾ ਹੈ? ਗੈਸ ਬਣਾਉਣੀ ਹੈ। ਲਿਕੁਇਡ ਨੂੰ ਵਿੱਚੋਂ ਖਤਮ ਕਰ ਦੇਣਾ, ਠੀਕ ਹੈ। ਸੋਲਿਡ ਤੋਂ ਸਿੱਧਾ ਕੀ ਬਣਾਉਣਾ ਹੈ? ਗੈਸ ਬਣਨੀ ਚਾਹੀਦੀ ਹੈ ਸਾਡੀ, ਜਿਵੇਂ ਮਰਜ਼ੀ ਬਣਾ ਕੇ ਦਿਓ। ਤੇ ਇਹੀ ਮੋਸਟ ਇੰਪੋਰਟੈਂਟ ਕੰਸੈਪਟ ਹੈ, ਮਤਲਬ ਇਹਦੇ ਚੋਂ ਕੁਐਸਚਨ ਪੱਕਾ ਪੁੱਛਿਆ ਜਾ ਸਕਦਾ। ਹੁਣ ਕੀ ਹੈ, ਵੈਸੇ ਤਾਂ ਕੀ ਹੈ, ਸੋਲਿਡ ਤੋਂ ਜਦੋਂ ਆਪਾਂ ਕਿਸੇ ਗੈਸ ਸਟੇਟ ਦੇ ਵਿੱਚ ਬਣਾਉਣਾ ਹੈ ਨਾ, ਤਾਂ ਆਪਾਂ ਨੂੰ ਕੀ ਹੈ, ਲਿਕੁਇਡ ਦੇ ਵਿੱਚੋਂ ਹੋ ਕੇ ਗੁਜ਼ਰਨਾ ਹੀ ਪੈਣਾ ਮੋਸਟ ਆਫ ਦਾ ਟਾਈਮ। ਮਤਲਬ ਮੰਨ ਕੇ ਚੱਲੋ ਜੇ 100 ਚੀਜ਼ਾਂ ਤਾਂ 90 ਤੋਂ 95 ਚੀਜ਼ਾਂ ਦੇ ਵਿੱਚ ਪਹਿਲਾਂ ਤਾਂ ਸੋਲਿਡ ਤੋਂ ਲਿਕੁਇਡ ਹੀ ਬਣੂਗਾ, ਠੀਕ ਹੈ। ਹੁਣ ਜਿਹੜੀਆਂ 5 ਚੀਜ਼ਾਂ ਰਹਿ ਗਈਆਂ ਉਹਨਾਂ ਬਾਰੇ ਗੱਲ ਕਰਾਂਗੇ ਕਿ ਸੋਲਿਡ ਤੋਂ ਗੈਸ ਬਣਾਉਣਾ ਆਪਾਂ। ਹੁਣ ਦੇਖੋ, ਇਹ ਕੁਝ ਕੁ ਸਪੈਸ਼ਲ ਕੇਸ ਹੁੰਦੇ ਆ ਕਿ ਸੋਲਿਡ ਤੋਂ ਸਿੱਧਾ ਕੀ ਬਣ ਜੇ, ਗੈਸ ਬਣ ਜੇ। ਇਹ ਕੁਝ ਕੁ ਸਪੈਸ਼ਲ ਕੇਸ ਹੁੰਦੇ ਆ, ਠੀਕ ਹੈ। ਹੁਣ ਦੇਖੋ, ਹੁਣ ਮੈਂ ਤੁਹਾਨੂੰ ਸਭ ਤੋਂ ਸੌਖੀ ਚੀਜ਼ ਦੱਸਦਾ। ਤੁਸੀਂ ਸੁਣੀ ਹੋਣੀ ਹੈ ਡਰਾਈ ਆਈਸ। ਡਰਾਈ ਆਈਸ ਬਾਰੇ ਸੁਣਿਆ? ਹੁਣ ਇਹੀ ਮੋਸਟ ਇੰਪੋਰਟੈਂਟ ਚੀਜ਼ ਹੈ ਜਿਹੜੀ ਤੁਹਾਡੀ ਕੁਐਸਚਨ ਬਣ ਕੇ ਆ ਸਕਦੀ ਹੈ। ਉਹਨੂੰ ਕਿ ਉਹ ਹੁੰਦੀ ਕੀ ਹੈ? ਉਹ ਹੁੰਦੀ ਹੈ ਸੋਲਿਡ ਕਾਰਬਨ ਡਾਈਆਕਸਾਈਡ, ਠੀਕ ਹੈ, ਜਿਹਨੂੰ ਤੁਸੀਂ ਕਹਿ ਦਿੰਦੇ CO2। ਜਦੋਂ ਇਹਨੂੰ ਜਮਾ ਦਿੱਤਾ ਜਾਂਦਾ ਹੈ ਨਾ ਕਾਰਬਨ ਡਾਈਆਕਸਾਈਡ ਨੂੰ ਬਹੁਤ ਹੀ ਲੋ ਲੈਵਲ ਟੈਂਪਰੇਚਰ ਤੇ, ਤਾਂ ਉਹ ਕੀ ਬਣ ਜਾਂਦੀ ਹੈ? ਡਰਾਈ ਆਈਸ। ਤਾਂ ਹੁਣ ਦੇਖੋ, ਆਪਾਂ ਕੀ ਬਣਾਉਣਾ? ਸੋਲਿਡ ਤੋਂ ਗੈਸ। ਇਹ ਕੀ ਹੈ? ਡਰਾਈ ਆਈਸ ਹੈ। ਜਦੋਂ ਡਰਾਈ ਆਈਸ ਨੂੰ ਆਪਾਂ ਕੀ ਕਰਾਂਗੇ? ਹੀਟ ਦੇਵਾਂਗੇ, ਠੀਕ ਹੈ, ਤਾਂ ਉਹ ਕੀ ਬਣ ਜੂਗੀ? ਸਿੱਧੀ ਸੋਲਿਡ ਤੋਂ ਗੈਸ ਬਣ ਜੂਗੀ। ਇਹ ਡਲੀ ਟਾਈਪ ਹੁੰਦੀ ਹੈ, ਬਰਫ਼ ਤਾਂ ਹੁੰਦੀ ਡਲੀਆਂ ਟਾਈਪ ਹੈ, ਠੀਕ ਹੈ। ਇਹਨੂੰ ਜਦੋਂ ਆਪਾਂ ਹੀਟ ਦੇਵਾਂਗੇ ਸਿੱਧੀ ਕੀ ਹੈ? ਪਾਣੀ ਨਹੀਂ ਬਣੂਗੀ, ਸਿੱਧੀ ਕੀ ਬਣ ਜੂਗੀ? ਗੈਸ ਬਣ ਜੂਗੀ। ਕੀ ਬਣ ਗਿਆ? ਡਰਾਈ ਆਈਸ ਕਾਰਬਨ ਡਾਈਆਕਸਾਈਡ ਤੋਂ ਬਣੀ ਹੁੰਦੀ ਹੈ, CO2 ਦੀ ਹੁੰਦੀ ਹੈ। ਸਿੱਧੀ ਸੋਲਿਡ ਸਟੇਟ ਤੋਂ ਕਿਹੜੀ ਸਟੇਟ ਦੇ ਵਿੱਚ ਚਲੀ ਜਾਂਦੀ ਹੈ? ਗੈਸ ਸਟੇਟ ਦੇ ਵਿੱਚ ਚਲੀ ਜਾਂਦੀ ਹੈ, ਠੀਕ ਹੈ। ਕਿਹੜੀ ਸਟੇਟ ਦੇ ਵਿੱਚ ਚਲੀ ਜਾਂਦੀ ਹੈ? ਗੈਸ ਸਟੇਟ ਦੇ ਵਿੱਚ ਜਾਂਦੀ। ਜਦੋਂ ਸੋਲਿਡ ਤੋਂ ਗੈਸ ਬਣਦੀ ਹੈ, ਉਸ ਪ੍ਰੋਸੈਸ ਨੂੰ ਕਹਿੰਦੇ ਕੀ ਹੈ? ਉਹਨੂੰ ਕਹਿੰਦੇ ਸਬਲੀਮੇਸ਼ਨ। ਉਹਨੂੰ ਕੀ ਕਹਿੰਦੇ ਆ? ਸਬਲੀਮੇਸ਼ਨ, ਠੀਕ ਹੈ। ਹੁਣ ਇਹਦੀ ਐਗਜ਼ਾਮਪਲ ਹੋਰ ਇੱਕ ਤਾਂ ਹੋ ਗਈ ਡਰਾਈ ਆਈਸ, ਠੀਕ ਹੈ। ਇੱਕ ਹੋਰ ਜਿਹਨੂੰ ਤੁਸੀਂ ਕਹਿ ਦਿੰਦੇ ਆ ਕੈਂਫਰ। ਕੈਂਫਰ ਕੀ ਹੁੰਦਾ ਜੀ? ਹੁਣ ਕੈਂਫਰ ਹੁੰਦੀ ਹੈ ਕਪੂਰ ਦੀ ਟਿੱਕੀ, ਨਹੀਂ ਹੁੰਦੀ? ਜਦੋਂ ਤੁਸੀਂ ਉਹਨੂੰ ਇੱਕ ਚੋਰਸ ਜੀ ਹੁੰਦੀ ਹੈ ਛੋਟੀ ਜੀ, ਜੋ ਤੁਸੀਂ ਉਹਨੂੰ ਅੱਗ ਲਾਉਂਦੇ ਆ ਤਾਂ ਉਹ ਸਮੈਲ ਛੱਡ ਦਿੰਦੀ ਹੈ ਆਪਣੀ ਆਸੇ-ਪਾਸੇ ਫ੍ਰੈਗਨੈਂਸ। ਤਾਂ ਉਹ ਕੀ ਹੈ? ਸੋਲਿਡ ਤੋਂ ਸਿੱਧੀ ਕੀ ਬਣ ਜਾਂਦੀ ਹੈ? ਗੈਸ ਬਣ ਜਾਂਦੀ ਹੈ। ਉਹ ਸਟੇਟ ਕਿਹੜੀ ਹੁੰਦੀ ਹੈ? ਸਬਲੀਮੇਸ਼ਨ ਹੋ ਜਾਂਦੀ ਹੈ। ਇਹਨਾਂ ਦਾ ਸਬਲੀਮੇਸ਼ਨ ਹੋ ਜਾਂਦਾ। ਹੁਣ ਆ ਗਿਆ ਅੱਗੋਂ ਨੈਫਥਲੀਨ ਬੋਲਸ। ਨੈਫਥਲੀਨ ਬੋਲਸ ਕਿਹੜੀਆਂ ਹੁੰਦੀਆਂ? ਜਿਹੜੀਆਂ ਆਪਾਂ ਕੱਪੜਿਆਂ ਦੇ ਵਿੱਚ ਨਹੀਂ ਰੱਖਦੇਗੇ ਕਿ ਕੱਪੜਿਆਂ ਦੇ ਵਿੱਚੋਂ ਕੋਈ ਕੀੜੇ ਮਕੌੜੇ ਨਾ, ਠੀਕ ਹੈ, ਤਾਂ ਉਹ ਹੁੰਦੀਆਂ ਸੋਲਿਡ ਸਟੇਟ 'ਚ ਹੁੰਦੀਆਂ ਨਾ। ਜਦੋਂ ਤੁਸੀਂ ਉਹਨਾਂ ਨੂੰ ਅੱਗ ਲਾਓਗੇ ਉਹ ਸਿੱਧਾ ਗੈਸ ਬਣ ਜਾਣਗੀਆਂ। ਉਹਨਾਂ ਦਾ ਵੀ ਕੀ ਹੋਊਗਾ? ਸਬਲੀਮੇਸ਼ਨ ਹੋਊਗਾ। ਕਲੀਅਰ ਹੈ? ਹੁਣ ਬਸ ਇੰਨੀਆਂ ਕੁ 2-3 ਚੀਜ਼ਾਂ ਯਾਦ ਰੱਖਿਓ। ਹੁਣ ਇਹਦੇ ਵਿੱਚ ਕੀ ਹੈ? ਸਬਲੀਮੇਸ਼ਨ ਦੀ ਜੇ ਤੁਹਾਡੇ ਤੋਂ ਕੋਈ ਡੈਫੀਨੇਸ਼ਨ ਪੁੱਛ ਲੇ, ਤੁਸੀਂ ਸਿੱਧਾ ਤਾਂ ਹੁਣ ਕਹਿ ਦੋਗੇ ਕਿ ਇਹ ਤਾਂ ਜੀ ਗੈਸ ਤੋਂ ਸੋਲਿਡ ਤੋਂ ਗੈਸ ਬਣ ਗਈ ਤਾਂ ਇਹ ਸਬਲੀਮੇਸ਼ਨ ਹੋ ਜਾਂਦਾ। ਪਰ ਆਪਾਂ ਨੂੰ ਪ੍ਰੋਪਰ ਡੈਫੀਨੇਸ਼ਨ ਪੁੱਛ ਲੇ ਤਾਂ ਦਾ ਪ੍ਰੋਸੈਸ, ਠੀਕ ਹੈ, ਆਫ ਕਨਵਰਜ਼ਨ ਆਦਾ ਆਫ ਸੋਲਿਡ ਡਾਇਰੈਕਟਲੀ ਆਦੇ ਵਿੱਚ ਹੋ ਜਾਂਦਾ ਗੈਸ ਦੇ ਵਿੱਚ। ਜਦੋਂ ਸੋਲਿਡ ਡਾਇਰੈਕਟਲੀ ਗੈਸ ਦੇ ਵਿੱਚ ਕਨਵਰਟ ਹੋ ਜਾਂਦਾ ਉਹਨੂੰ ਕੀ ਕਹਿੰਦੇ ਆ? ਸਬਲੀਮੇਸ਼ਨ। ਸਰ ਇਹ ਵੀ ਦੱਸਤਾ ਗੈਸ। ਹੁਣ ਸਾਨੂੰ ਗੈਸ ਨਹੀਂ ਪਸੰਦ ਆਈ, ਤੁਹਾਡੀ ਜਿਹੜੀ ਕਾਰਬਨ ਡਾਈਆਕਸਾਈਡ ਹੈ ਨਾ, ਸਾਨੂੰ ਪਸੰਦ ਹੀ ਨਹੀਂ ਆਈ। ਆਪਦੀ ਵਾਪਸ ਲੈ ਲਓ ਤੇ ਸਾਨੂੰ ਸਾਡੀ ਡਰਾਈ ਆਈਸ ਵਾਪਸ ਦੇ ਦਿਓ। ਸਾਨੂੰ ਸਾਡੀ ਡਰਾਈ ਆਈਸ ਸੋਹਣੀ ਲੱਗਦੀ ਹੈ, ਅਸੀਂ ਇਹਨੂੰ ਫਰੇਮ ਕਰਾ ਕੇ ਰੱਖਣਾ, ਠੀਕ ਹੈ, ਠੀਕ ਹੈ। ਇਹ ਵੀ ਮਿਲ ਜਾਂਦੀ ਹੈ ਤੁਹਾਨੂੰ। ਹੁਣ ਦੇਖੋ, ਡਰਾਈ ਆਈਸ ਕਾਰਬਨ ਡਾਈਆਕਸਾਈਡ ਨੂੰ ਜੋ ਠੰਡਾ ਕਰਾਂਗੇ, ਗੈਸ ਤੋਂ ਸਿੱਧੀ ਕੀ ਬਣ ਗਈ? ਸੋਲਿਡ ਬਣ ਗਿਆ। ਹੁਣ ਇਹ ਪ੍ਰੋਸੈਸ ਨੂੰ ਕੀ ਕਹਿੰਦੇ ਆ? ਇਹਨੂੰ ਕਹਿੰਦੇ ਆ ਡੀਸਬਲੀਮੇਸ਼ਨ। ਇੱਕ ਹੋਰ ਕਹਿੰਦੇ ਆ, ਪਰ ਇਹਦਾ ਤੁਸੀਂ ਕਮੈਂਟ ਕਰਕੇ ਦੱਸਣਾ। ਜਿਹੜੇ ਬੱਚੇ ਨੂੰ ਮਾੜੀ ਮੋਟੀ ਨੌਲੇਜ ਹੈ ਤਾਂ ਇਹਦਾ ਦੂਸਰਾ ਨਾਮ ਕੀ ਹੈ? ਡੀਸਬਲੀਮੇਸ਼ਨ, ਠੀਕ ਹੈ। ਜੇ ਨਹੀਂ ਕਿਸੇ ਨੂੰ ਪਤਾ ਤਾਂ ਕੋਈ ਵੱਡੀ ਗੱਲ ਹੀ ਨਹੀਂ, ਮੈਂ ਤੁਹਾਨੂੰ MCQ ਕਰਾਉਂਗਾ, ਇਹਦਾ ਸਪੈਸ਼ਲ ਕਰਾਉਂਗਾ ਨਾਲ, ਠੀਕ ਹੈ। ਤਾਂ ਹੁਣ ਨਹੀਂ ਦੱਸ ਰਿਹਾ। ਡੀਸਬਲੀਮੇਸ਼ਨ ਕਹਿੰਦੇ, ਇਹਨਾਂ ਦਿਮਾਗ 'ਚ ਬਿਠਾ ਲਓ ਪਹਿਲਾਂ, ਠੀਕ ਹੈ। ਹੁਣ ਸੋਲਿਡ ਤੋਂ ਦੇਖ ਲਓ, ਹੁਣ ਕੁਝ ਨਹੀਂ ਰਹਿ ਗਿਆ। ਸੋਲਿਡ ਤੋਂ ਗੈਸ ਹੋ ਗਈ, ਗੈਸ ਤੋਂ ਲਿਕੁਇਡ ਹੋ ਗਿਆ, ਗੈਸ ਤੋਂ ਸੋਲਿਡ ਹੋ ਗਿਆ, ਲਿਕੁਇਡ ਤੋਂ ਗੈਸ ਹੋ ਗਈ, ਸੋਲਿਡ ਤੋਂ ਸਿੱਧੀ ਗੈਸ ਹੋ ਗਈ ਤੇ ਗੈਸ ਤੋਂ ਸਿੱਧਾ ਲਿਕੁਇਡ ਹੋ ਗਿਆ। ਇੰਨੀਆਂ ਸਟੇਟ ਤੁਹਾਨੂੰ ਯਾਦ ਕਰਾਤੀਆਂ। ਇਹਨੂੰ ਕਹਿੰਦੇ ਫਿਊਜ਼ਨ, ਦੂਸਰੇ ਨੂੰ ਕਹਿੰਦੇ ਵੈਪੋਰਾਈਜੇਸ਼ਨ, ਇਹਨੂੰ ਕਹਿੰਦੇ ਆ ਸੋਲਿਡੀਫਿਕੇਸ਼ਨ,
ਉਸ ਤੋਂ ਬਾਅਦ ਲਿਕੁਇਡ ਤੋਂ ਜਦੋਂ ਗੈਸ ਬਣਾਉਣੇ ਆਪਾਂ ਉਹਨੂੰ ਕੀ ਕਹਿੰਦੇ ਆਪਾਂ? ਵੈਪੋਰਾਈਜੇਸ਼ਨ। ਲਿਕੁਇਡ ਤੋਂ ਹਾਂ ਵੈਪੋਰਾਈਜੇਸ਼ਨ ਹੁੰਦਾ। ਗੈਸ ਤੋਂ ਲਿਕੁਇਡ ਗੈਸ ਤੋਂ ਲਿਕੁਇਡ ਨੂੰ ਬਣਾਉਣੇ ਆਪਾਂ ਉਹਨੂੰ ਕਹਿੰਦੇ ਕੰਡੈਂਸੇਸ਼ਨ। ਮੈਂ ਸੋਚ ਰਿਹਾ ਸੀ ਉੱਪਰ ਰਹਿ ਗਿਆ ਕੁਝ। ਸੋਲਿਡ ਤੋਂ ਗੈਸ ਬਣ ਗਈ ਫਿਊਜ਼ਨ, ਗੈਸ ਤੋਂ ਲਿਕੁਇਡ ਬਣ ਗਿਆ ਕੰਡੈਂਸੇਸ਼ਨ। ਠੀਕ ਹੈ, ਜਿਹੜੀ ਗਲਾਸ ਵਾਲੀ ਐਗਜ਼ਾਮਪਲ ਦਿੱਤੀ ਸੀ। ਗੈਸ ਤੋਂ ਸੋਲਿਡ ਬਣਦੀ ਹੈ ਉਹਨੂੰ ਸੋਲਿਡਿਫਿਕੇਸ਼ਨ, ਫਰੀਜ਼ਿੰਗ ਵੀ ਕਹਿ ਦਿੰਦੇ ਆ। ਲਿਕੁਇਡ ਤੋਂ ਗੈਸ ਬਣਦੀ ਹੈ ਵੈਪੋਰਾਈਜੇਸ਼ਨ, ਸੋਲਿਡ ਤੋਂ ਗੈਸ ਬਣਦੀ ਹੈ ਸਬਲੀਮੇਸ਼ਨ, ਤੇ ਗੈਸ ਤੋਂ ਸੋਲਿਡ ਬਣਦੀ ਹੈ ਡੀਸਬਲੀਮੇਸ਼ਨ। ਦੇਖੋ ਸਾਰੀਆਂ ਸਟੇਟ ਕਰਾਤੀਆਂ ਤੁਹਾਨੂੰ ਮੈਂ, ਐਗਜ਼ਾਮਪਲ ਵੀ ਦੇ ਦਿਆਂ। ਕਲੀਅਰ ਹੈ? ਹੁਣ ਚਲਦੇ ਹਾਂ ਅੱਗੇ। ਮੈਂ ਕਹਿ ਰਿਹਾ ਕਿ ਕੋਸ਼ਿਸ਼ ਕਰੂੰਗਾ ਮੈਂ ਪੂਰਾ ਚੈਪਟਰ ਹੀ ਖਤਮ ਕਰਾ ਦੇਣਾ। ਇਸ ਚ ਦੀ ਗਲਾ ਖਰਾਬ ਹੈ, ਬਾਅਦ ਚੋਂ ਵੇਖਾਂਗੇ, ਗਲੇ ਨੂੰ ਦਵਾਈ ਲੈ ਲਾਂਗੇ। ਹੁਣ ਇੱਕ ਹੋਰ ਹੈ ਕਿ ਜਦੋਂ ਗੈਸ ਤੋਂ ਲਿਕੁਇਡ ਬਣਦਾ, ਠੀਕ ਹੈ, ਗੈਸ ਤੋਂ ਕੀ ਬਣਦਾ? ਲਿਕੁਇਡ ਬਣਦਾ। ਇਹਨੂੰ ਆਪਾਂ ਕੀ, ਗੈਸ ਤੋਂ ਜਦੋਂ ਲਿਕੁਇਡ ਬਣਦਾ, ਠੀਕ ਹੈ, ਉਹਨੂੰ ਆਪਾਂ ਕੰਡੈਂਸੇਸ਼ਨ ਕਹਿੰਦੇ ਆ। ਇਹਨਾਂ ਦਾ ਪਤਾ, ਠੀਕ ਹੈ। ਇਸ ਚੀਜ਼ ਤਾਂ ਤੁਹਾਨੂੰ ਯਾਦ ਹੋ ਗਈ, ਹੁਣ ਦਿਮਾਗ 'ਚ ਬੈਠ ਗਈ। ਇਹ ਹੁੰਦੀ ਕਿਹੜੀ ਪ੍ਰੋਸੈਸ ਹੈ? ਇਹ ਹੁੰਦੀ ਹੈ ਕੰਪਰੈਸ਼ਨ। ਜਦੋਂ ਆਪਾਂ ਕਿਸੇ ਚੀਜ਼ ਨੂੰ ਕੰਪਰੈਸ ਕਰਦੇ ਆ ਨਾ, ਠੀਕ ਹੈ, ਜਦੋਂ ਗੈਸ ਨੂੰ ਕੰਪਰੈਸ ਕੀਤਾ ਜਾਂਦਾ ਉਹਦੇ ਜਿਹੜੇ ਕੰਪਰੈਸ਼ਨ ਦਿਮਾਗ 'ਚ ਨਾ ਬਿਠਾਓ। ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਠੀਕ ਹੈ, ਐਵੇਂ ਨਾ ਸੋਚੀ ਚੱਲੋ ਕਿ ਕੀ ਚੱਲੀ ਜਾਂਦਾ ਸਰ। ਇਹ ਐਗਜ਼ਾਮਪਲ ਦੇਣ ਦਾ ਇੱਕ ਮੇਰਾ ਮਕਸਦ ਹੈ, ਉਹ ਤੁਹਾਨੂੰ ਹੁਣੇ ਸਮਝ ਆ ਜਾਂਦਾ। ਠੀਕ ਹੈ, ਹੁਣ ਦੇਖੋ ਗੈਸ ਦੇ ਪਾਰਟੀਕਲ ਕੀ ਹੈ? ਦੂਰ ਦੂਰ ਹੈ। ਇਹਨਾਂ ਸਾਰਿਆਂ ਵਿੱਚ ਕੀ ਹੈ? ਵਾਟਰ ਹੈ। ਠੀਕ ਹੈ, ਇਹਨਾਂ ਵਿੱਚ ਕੀ ਹੈ? H2O ਹੈ। ਹੁਣ ਜਦੋਂ ਇਹਨਾਂ ਦੇ ਉੱਪਰ ਪ੍ਰੈਸ਼ਰ ਲਾਵਾਂਗੇ, ਇਹਨਾਂ ਨੂੰ ਕੰਪਰੈਸ ਕਰਾਂਗੇ, ਠੀਕ ਹੈ, ਇਹਨਾਂ ਨੂੰ ਕੰਪਰੈਸ ਕਰਨ ਦਾ ਮਤਲਬ ਕੀ ਹੈ? ਇੱਕ ਮੰਨ ਲਓ ਟੀਕੇ ਦੇ ਵਿੱਚ ਗੈਸ ਪਾ ਲਈ, ਥੋੜੀ ਜੀ ਗੈਸ ਪਾ ਲਈ, ਉਹਨੂੰ ਉੱਤੋਂ ਅੱਗੋਂ ਬੰਦ ਕਰਤਾ ਕਿ ਅੱਗੋਂ ਖੁੱਲੇ ਨਾ। ਉਹਨੂੰ ਜਦੋਂ ਆਪਾਂ ਚੰਗੀ ਤਰ੍ਹਾਂ ਪ੍ਰੈਸ ਕਰਾਂਗੇ ਤਾਂ ਉਹਦੇ ਵਿੱਚ ਜਿਹੜੇ ਕੀ ਹੈ ਪਾਰਟੀਕਲ ਇਕੱਠੇ ਹੋਣ ਲੱਗ ਜਾਣਗੇ। ਜਿਹੜਾ ਵਾਟਰ ਹੈ ਉਹਨਾਂ ਵਿੱਚ ਪਾਰਟੀਕਲਸ ਦੇ ਵਿੱਚ ਉਹ ਇਕੱਠਾ ਹੋ ਕੇ ਨਿਚੋੜਿਆ ਜਾਊ, ਮਤਲਬ ਕਹਿੰਦਾ ਨਿਚੋੜ ਲਾਂਗੇ ਗੈਸ ਨੂੰ, ਤਾਂ ਉਹ ਕੀ ਹੋਊਗੀ? ਲਿਕੁਇਡ ਬਣ ਜਾਊਗੀ। ਉਸ ਪ੍ਰੋਸੈਸ ਨੂੰ ਕੀ ਕਹਾਂਗੇ? ਕੰਪਰੈਸ ਕਰਦੇ ਆਪਾਂ ਉਹਨੂੰ। ਤਾਂ ਹੁਣ ਇਹਦੀਆਂ ਐਗਜ਼ਾਮਪਲਾਂ ਮੇਨ ਕੀ ਹੈ? ਜੇ ਤੁਹਾਨੂੰ ਕੋਈ ਪੁੱਛ ਲੇ ਕਿ ਗੈਸ ਤੋਂ ਲਿਕੁਇਡ ਫਾਰਮ 'ਚ ਕਿਹੜੀਆਂ ਹੁੰਦੀਆਂ, ਉਹ ਹੁੰਦੀ ਹੈ LPG। ਠੀਕ ਹੈ, LPG ਲਿਕੁਇਡ ਪੈਟਰੋਲੀਅਮ ਗੈਸ ਹੁੰਦੀ ਹੈ ਨਾ। ਇੱਕ CNG, ਇਹਨਾਂ ਦੇ ਤਾਂ ਨਾਮ ਹੀ ਉਹ ਹੈ, ਦੇਖ ਲਓ, ਕੰਪਰੈਸਡ ਨੈਚੁਰਲ ਗੈਸ। ਠੀਕ ਹੈ, ਇਹ ਹੁੰਦੀਆਂ ਲਿਕੁਇਡ ਫਾਰਮ ਦੇ ਵਿੱਚ ਹੁੰਦੀਆਂ। ਇਹ ਲਿਕੁਇਫਾਈਡ ਪੈਟਰੋਲੀਅਮ ਗੈਸ ਹੁੰਦੀ ਹੈ। ਠੀਕ ਹੈ, ਲਿਕੁਇਫਾਈਡ ਪੈਟਰੋਲੀਅਮ ਗੈਸ ਇਹ ਹੁੰਦੀ ਹੈ ਕੰਪਰੈਸਡ ਨੈਚੁਰਲ ਗੈਸ। ਹੁਣ ਇਹ ਕੰਪਰੈਸ ਕੀਤੀ ਹੁੰਦੀ ਹੈ ਨੈਚੁਰਲ ਗੈਸ, ਤੇ ਇਹ ਕਾਦੀ ਫਾਰਮ ਦੇ ਵਿੱਚ ਹੁੰਦੀ ਹੈ? ਆਪਣੇ ਕੋਲੇ ਲਿਕੁਇਡ ਫਾਰਮ ਦੇ। ਸੇਮ ਦੋਨਾਂ ਦਾ ਕਨਸੈਪਟ ਹੀ ਸੇਮ ਹੈ। ਠੀਕ ਹੈ, ਇਹ ਲਿਕੁਇਡ ਫਾਰਮ ਦੇ ਵਿੱਚ ਹੁੰਦੀਆਂ। ਕਲੀਅਰ ਹੋ ਗਿਆ ਹੁਣ ਇਹਨਾਂ? ਚਲੋ ਵੈਰੀ ਗੁੱਡ। ਹੁਣ ਚੱਲਦੇ ਆਪਾਂ ਅੱਗੇ। ਹੁਣ ਤੁਹਾਨੂੰ ਮੈਂ ਕਰਾਤੀਆਂ, ਮੈਟਰ ਵੀ ਕਰਾਤੇ। ਹੁਣ ਤੁਹਾਨੂੰ ਮੈਂ ਕਰਾਤੀਆਂ ਕਿ ਇਹਨਾਂ ਦੀਆਂ ਜਿਹੜੀਆਂ ਫੇਸ ਟਰਾਂਸਫਰਮੇਸ਼ਨ ਕਿਵੇਂ ਹੁੰਦੀ ਹੈ। ਇੱਕ ਇੱਕ ਚੀਜ਼ ਇਦੋਂ ਬਾਅਦ ਤੁਹਾਨੂੰ ਕਿਤੇ ਬੁੱਕ 'ਚ ਇਦੋਂ ਘੱਟ ਹੀ ਮਿਲੂ, ਵੱਧ ਨਹੀਂ ਮਿਲਦਾ, ਇਹ ਵੀ ਮੇਰੀ ਗਰੰਟੀ ਹੈ। ਠੀਕ ਹੈ, ਇੰਨਾ ਕੁਛ ਤਾਂ ਦਿੰਦੇ ਹੀ ਨਹੀਂ ਹੈ। ਚਲੋ ਹੁਣ ਆ ਗਿਆ ਅੱਗੋਂ ਆਪਣੇ ਕੋਲੇ ਵੇਰੀਅਸ ਟੈਂਪਰੇਚਰ ਸਕੇਲ। ਹੁਣ ਇਹਦਾ ਕੀ ਮਤਲਬ ਹੈ? ਜੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਜੇ ਮੈਂ ਸਿੱਧੀਆਂ ਡੈਫੀਨੇਸ਼ਨਾਂ ਲਿਖਣ ਲੱਗ ਗਿਆ ਤੁਹਾਡੇ ਕੁਝ ਨਹੀਂ ਪੱਲੇ ਪੈਣਾ। ਜੇ ਮੈਂ ਦਊਂਗਾ ਐਗਜ਼ਾਮਪਲ ਤਾਂ ਐ ਰੱਟ ਲਓਗੇ ਜਿਵੇਂ ਤੁਸੀਂ ਪਤਾ ਹੀ ਨਹੀਂ ਕਿੰਨੇ ਕੁ ਟਾਈਮ ਦੇ ਰੱਟਦੇ ਆਉਂਦੇ ਹਨ। ਠੀਕ ਹੈ, ਚਲੋ ਹੁਣ ਦੇਖੋ ਟੈਂਪਰੇਚਰ ਕੀ ਹੁੰਦਾ? ਸਭ ਤੋਂ ਮੇਨ ਗੱਲ ਹੀ ਕੀ ਹੈ? ਟੈਂਪਰੇਚਰ ਹੁੰਦਾ ਕੀ ਹੈ? ਜੇ ਤੁਸੀਂ ਅੱਗੋਂ ਟੈਂਪਰੇਚਰ, ਹੁਣ ਜੇ ਤੁਹਾਨੂੰ ਪਤਾ ਹੀ ਨਹੀਂ ਸਾਇੰਸ ਕੀ ਹੈ ਤਾਂ ਤੁਸੀਂ ਅੱਗੋਂ ਵਿੱਚੋਂ ਪੜ੍ਹ ਕੇ ਲੈਣਾ ਵੀ ਕੀ ਹੈ? ਠੀਕ ਹੈ, ਫਾਇਦਾ ਵੀ ਕੋਈ ਨਹੀਂ। ਹੁਣ ਟੈਂਪਰੇਚਰ ਹੀ ਨਹੀਂ ਪਤਾ ਤਾਂ ਇਹਦੇ ਸਕੇਲਸ ਬਾਰੇ ਕੀ ਪਤਾ ਲੱਗੂਗਾ? ਹੀਟ ਹੁੰਦੀ ਹੈ ਨਾ ਜਿਹੜੀ ਹੀਟ, ਤਾਂ ਪਤਾ ਹੀ ਹੈ। ਹੀਟ ਨੂੰ ਮਾਪਣ ਵਾਸਤੇ, ਠੀਕ ਹੈ, ਜਾਂ ਨਾਪਣ ਵਾਸਤੇ ਕਹਿ ਲਓ, ਜੋ ਤੁਹਾਨੂੰ ਠੀਕ ਲੱਗਦਾ, ਇੱਕ ਨਾ ਕੁਆਂਟੀਟੀ ਬਣਾਈ ਗਈ ਹੈ। ਇੱਕ ਕੁਆਂਟੀਟੀ ਬਣਾਈ ਗਈ ਹੈ ਸਾਇੰਟਿਸਟ ਦੁਆਰਾ। ਉਹਨੂੰ ਕੀ ਕਹਿੰਦੇ ਆ? ਉਹਨੂੰ ਕਹਿੰਦੇ ਆ ਟੈਂਪਰੇਚਰ। ਟੈਂਪਰੇਚਰ ਦਾ ਕੰਮ ਕੀ ਹੁੰਦਾ? ਹੀਟ ਹੀ ਮਾਪਦਾ ਨਾ ਕਿ ਕਿੰਨੀ ਕੁ ਹੀਟ ਹਵਾ 'ਚ ਹੈ, ਕਿੰਨੀ ਕੁ ਤੁਹਾਡੇ ਕਹਿ ਲਓ ਕਿ ਅੰਦਰ ਹੈ ਹੀਟ, ਕਿੰਨੀ ਕੁ ਤੁਹਾਡੇ ਟੈਂਪਰੇਚਰ ਸ਼ੋ ਕਰ ਰਿਹਾ ਉਹਦਾ ਹੀਟ ਹੈ। ਬਸ ਹੀਟ ਨੂੰ ਮਾਪਦਾ ਕੌਣ ਹੈ? ਟੈਂਪਰੇਚਰ ਮਾਪਦਾ, ਉਹਨੂੰ ਕਹਿੰਦੇ ਟੈਂਪਰੇਚਰ। ਕਲੀਅਰ ਹੈ? ਹੁਣ ਦੇਖੋ, ਹੁਣ ਥਰਮਾਮੀਟਰ ਹੈ ਨਾ, ਜਿਹੜਾ ਥਰਮਾਮੀਟਰ ਦੇ ਵਿੱਚ ਵੀ 3 ਤਰ੍ਹਾਂ ਦਾ ਟੈਂਪਰੇਚਰ ਹੁੰਦਾ। ਠੀਕ ਹੈ, ਹੁਣ ਸਰ ਉਹ ਕਿਹੜਾ ਹੁੰਦਾ? ਥਰਮਾਮੀਟਰ ਵਿੱਚ 3 ਤਰ੍ਹਾਂ ਦੇ ਸਕੇਲ ਹੁੰਦਾ ਉਹਦੇ ਵਿੱਚ। ਠੀਕ ਹੈ, ਟੈਂਪਰੇਚਰ ਦੀ ਸਕੇਲ ਦੀ ਗੱਲ ਕਰਨੀ ਹੈ ਨਾ ਆਪਾਂ, ਸਕੇਲ ਹੁੰਦਾ। ਹੁਣ ਉਹਦੇ ਵਿੱਚ ਟੈਂਪਰੇਚਰ ਥਰਮਾਮੀਟਰ ਵਿੱਚ ਕਿਹੜੇ 3 ਸਕੇਲ ਹੁੰਦੇ ਆ ਟੈਂਪਰੇਚਰ ਦੇ? ਤਾਂ ਨੰਬਰ 1 ਕੀ ਹੁੰਦਾ? ਅਗਲੀ ਸ਼ੀਟ ਤੇ ਕਰਾ ਦਿੰਦੇ ਆਪਾਂ। ਨੰਬਰ 1 ਕੀ ਹੁੰਦਾ ਆਪਣੇ ਕੋਲੇ? ਨੰਬਰ 1 ਹੁੰਦਾ ਸੈਲਸੀਅਸ। ਠੀਕ ਹੈ,
ਜਿਹਨੂੰ ਤੁਸੀਂ ਕਾਹਦੇ ਨਾਲ ਡਿਨੋਟ ਕਰ ਦਿੰਦੇ ਡਿਗਰੀ ਸੈਲਸੀਅਸ ਨਾਲ। ਨੰਬਰ 2 ਤੇ ਕੀ ਹੁੰਦਾ ਆਪਣੇ ਕੋਲੇ ਕੈਲਵਿਨ। ਕੈਲਵਿਨ ਦੇ ਤਾਂ ਸਵਾਲ ਪੱਕਾ ਹੀ ਆਇਆ ਲਓ, ਮੈਨੂੰ ਪੂਰਾ ਯਕੀਨ ਹੈ ਕਿ ਆਇਆ ਲਓ। ਤੁਸੀਂ ਕਹੋਗੇ ਫਿਰ ਸਰ ਸਾਡੇ ਤਾਂ 2 ਨੰਬਰ ਪੱਕੇ ਕਰਾਤੀ, ਠੀਕ ਹੈ। ਇਹਨੂੰ ਕਾਹਦੇ ਨਾਲ ਡਿਨੋਟ ਕਰਦੇ ਆ ਕੇ ਨਾਲ। ਹੁਣ ਆ ਗਿਆ ਅੱਗੇ ਆਪਣੇ ਕੋਲੇ ਫਾਰਨਹਾਈਟ। ਇਹਨੇ ਸਪੈਲਿੰਗ 'ਚ ਥੋੜੀ ਜਿਹੀ ਹਮੇਸ਼ਾ ਹੀ ਕਨਫਿਊਜ਼ਨ ਰਹਿੰਦੀ ਹੈ, ਠੀਕ ਹੈ। ਇਸ ਚੀਜ਼ ਦਾ ਧਿਆਨ ਰੱਖਣਾ, ਕਿਤੇ ਹੀ ਨਾ ਪੁੱਛ ਲੈਣ ਫਾਰਨਹਾਈਟ ਦੇ ਸਪੈਲਿੰਗ ਸਹੀ ਕਿਹੜੇ ਆ, ਕਿਤੇ ਆਪਣਾ ਸਾਰਾ ਹੀ ਕਿੱਤਾ ਕਿਰਾਏ ਦੇ ਪਾਣੀ ਫੇਰ ਦੇਣ, ਠੀਕ ਹੈ। ਇਹਨੂੰ ਕਹਿੰਦੇ ਡਿਗਰੀ। ਹੁਣ ਦੇਖੋ ਸੈਲਸੀਅਸ ਤੇ ਫਾਰਨਹਾਈਟ ਦੇ ਵਿੱਚ ਮੈਂ ਡਿਗਰੀ ਲਾਇਆ ਤੇ ਕੈਲਵਿਨ 'ਚ ਨਹੀਂ ਲਾਇਆ, ਕਿਉਂਕਿ ਕੈਲਵਿਨ 'ਚ ਨਹੀਂ ਲੱਗਦਾ, ਠੀਕ ਹੈ। ਕਿਤੇ ਤੁਹਾਨੂੰ ਉੱਥੇ ਕਹਿ ਦੇਣ ਕਿ ਇਹਨਾਂ ਵਿੱਚੋਂ ਸਹੀ ਕਿਹੜਾ ਹੈ, ਤੁਸੀਂ ਜਲਦੀ ਜਲਦੀ 'ਚ ਉੱਪਰ ਵਾਲਾ ਲਾ ਕੇ ਆ ਜਾਓ, ਸਹੀ ਨੀਚੇ ਵਾਲਾ, ਠੀਕ ਹੈ। ਡਿਗਰੀ ਨਹੀਂ ਲੱਗੀ, ਬਸ ਇਸ ਚੀਜ਼ ਦਾ ਧਿਆਨ ਦੇਣਾ, ਇਹਦੀ ਡਿਗਰੀ ਨਹੀਂ ਲੱਗਦੀ ਕੈਲਵਿਨ, ਬਾਕੀਆਂ ਦੀ ਡਿਗਰੀ ਲੱਗਦੀ ਹੈ। ਚਲੋ ਬੇਸਿਕ ਹੋ ਗਿਆ ਕਲੀਅਰ। ਹੁਣ ਦੇਖੋ ਇਹਨਾਂ ਤਿੰਨਾਂ ਵਿੱਚੋਂ ਇਹਨਾਂ ਦੋਵਾਂ ਨੂੰ ਕਿੰਨੇ ਨਾਲ ਜੋੜਿਆ ਜਾਂਦਾ, ਕੈਲਵਿਨ ਦੇ ਨਾਲ ਜੋੜਿਆ ਜਾਂਦਾ। ਕਿਵੇਂ? ਹੁਣ ਜੇ ਮੰਨ ਲਓ ਕਈ ਵਾਰੀ ਕਹਿ ਦਿੰਦੇ ਆ ਸੈਲਸੀਅਸ ਨੂੰ ਕੈਲਵਿਨ 'ਚ ਕਨਵਰਟ ਕਰੋ, ਤੇ ਕਈ ਵਾਰੀ ਕਹਿ ਦਿੰਦੇ ਆ ਫਾਰਨਹਾਈਟ ਨੂੰ ਕੈਲਵਿਨ 'ਚ ਕਨਵਰਟ ਕਰੋ, ਠੀਕ ਹੈ। ਤੇ ਜੇ ਤੁਸੀਂ ਸਿੱਧਾ ਸੈਲਸੀਅਸ ਤੋਂ ਫਾਰਨਹਾਈਟ ਜਾਣਾ, ਹੁੰਦਾ ਵੀ ਫਾਰਮੂਲਾ ਹੈਗਾ। ਜੇ ਕੈਲਵਿਨ ਤੋਂ ਸੈਲਸੀਅਸ ਜਾਣਾ, ਸੈਲਸੀਅਸ ਤੋਂ ਕੈਲਵਿਨ ਜਾਣਾ, ਤਾਂ ਵੀ ਆਪਣੇ ਕੋਲ ਫਾਰਮੂਲਾ ਹੈਗਾ। ਅੱਜ ਜ਼ਿਆਦਾ ਡੀਪ ਨਹੀਂ ਕਰਾਉਂਗਾ, ਇਹਨਾਂ ਦਾ ਇਕੱਲਾ ਕਹਿ ਰਿਹਾ, ਬਾਕੀ ਦਾ ਮੈਂ ਕਰਾਤਾ ਸਾਰਾ, ਉਦੋਂ ਬਾਅਦ ਹੈ ਨਹੀਂ ਕੁਝ ਵੀ ਡੀਪ। ਮਤਲਬ ਇਹਨਾਂ ਦੇ ਜਿਹੜੇ ਮੇਨ ਫਾਰਮੂਲੇ ਆ ਉਹ ਕਰਾਉਂਗਾ। ਹੁਣ ਦੇਖੋ ਜੇ ਤੁਹਾਨੂੰ ਕੀ ਪੁੱਛ ਲਏ ਕਿ ਵਾਟਰ ਦਾ ਫਰੀਜ਼ਿੰਗ ਪੁਆਇੰਟ ਕੀ ਹੈ, 0 ਡਿਗਰੀ, 0 ਡਿਗਰੀ ਸੈਲਸੀਅਸ। ਹੁਣ ਇਹਨੂੰ ਕੀ ਕਰਨਾ ਹੈ, ਉਹ ਕਹਿਣ ਜੀ ਵਾਟਰ ਦਾ ਫਰੀਜ਼ਿੰਗ ਪੁਆਇੰਟ ਤਾਂ ਦੱਸੋ, ਪਰ ਦੱਸੋ ਕਾਦੇ ਵਿੱਚ, ਕੈਲਵਿਨ 'ਚ ਦੱਸੋ ਸਾਨੂੰ। ਐ ਅਸੀਂ ਨਹੀਂ ਸੁਣਨਾ ਕਿ ਤੁਸੀਂ ਡਿਗਰੀ ਸੈਲਸੀਅਸ 'ਚ ਦੱਸਣਾ, ਸਾਨੂੰ ਦੱਸੋ ਕੈਲਵਿਨ ਦੇ ਵਿੱਚ। ਬੱਚੇ ਕਨਫਿਊਜ਼, ਜਿਨ੍ਹਾਂ ਨੇ ਨਹੀਂ ਪੜਿਆ, ਜਿਨ੍ਹਾਂ ਨੇ ਤਾਂ ਜਮਾ ਹੀ ਨਹੀਂ ਪੜਿਆ ਉਹਨਾਂ ਨੇ ਕਹਿਣਾ ਜੀ ਕੈਲਵਿਨ ਹੈ ਕੀ ਬਲਾ। ਹੁਣ ਸੁਣ ਲਓ ਇਹਨੂੰ ਕਰਨਾ ਕਿਵੇਂ ਹੈ। ਜਦੋਂ ਵੀ ਇਹਦਾ ਫਾਰਮੂਲਾ ਲਿਖ ਲਓ, ਇਹ ਆਪਣੇ ਕੋਲੇ ਆਈ ਥਿੰਕ ਆਏਗਾ ਇਹਦਾ C ਆਏਗਾ, C + K ਬਸ, ਠੀਕ ਹੈ। ਕੈਲਵਿਨ ਨੂੰ ਜਦੋਂ ਵੀ ਆਪਾਂ ਕੱਢਣਾ, ਇਹਦਾ ਇੱਕ ਛੋਟਾ ਜਿਹਾ ਇਹੀ ਫਾਰਮੂਲਾ ਹੈ। ਜਿਵੇਂ ਮਰਜ਼ੀ ਦਾ ਫਾਰਮੂਲਾ ਹੋਵੇ, ਮੈਂ ਰੱਟਾ ਲਵਾ ਦੇਣਾ ਤੁਹਾਨੂੰ ਚੰਗੀ ਤਰ੍ਹਾਂ, ਠੀਕ ਹੈ। ਜੋ ਤੁਹਾਨੂੰ ਮਰਜ਼ੀ ਫਾਰਮੂਲਾ ਦਿੱਤਾ ਹੋਵੇ ਮੈਂ ਰੱਟਾ ਲਵਾ ਦੇਣਾ। ਇਹਨੂੰ ਵੈਸੇ ਤਾਂ ਪ੍ਰੋਪਰ ਜੇ ਲਿਖਣਾ ਤਾਂ ਲਿਖ ਹੀ ਲਓ, ਫਿਰ ਤੁਸੀਂ ਕਹੋਗੇ ਸਾਰਾ ਕੀ ਕਰਾਈ ਜਾਂਦੇ। PM DC + 273.15 15 ਤਾਂ ਲਿਖਾਇਆ ਕਿਉਂਕਿ ਜੇ ਐਗਜ਼ਾਮੀਨਰ ਚਾਹਵੇ ਤਾਂ ਜ਼ਿਆਦਾ ਹੀ ਡੀਪ ਜਾਣ ਦੀ ਕੋਸ਼ਿਸ਼ ਕਰਦਾ ਹੁੰਦਾ, ਮਤਲਬ ਜ਼ਿਆਦਾ ਹੀ ਕੁਝ ਸਿਆਣਾ ਬਣਨ ਦੀ ਕੋਸ਼ਿਸ਼ ਕਰਦੇ ਹੁੰਦੇ ਆ, ਉਦੋਂ ਹੀ 0.15 ਲਾ ਕੇ ਬੱਚਿਆਂ ਨੂੰ ਕਨਫਿਊਜ਼ ਕਰਦੇ ਆ। ਪਰ ਨਾਰਮਲੀ 273 ਨਾਲ ਡੋਨੇਟ ਕੀਤਾ ਜਾਂਦਾ ਇਹਨੂੰ। ਹੁਣ ਆਪਣੇ ਕੋਲ ਉਹਨਾਂ ਨੇ ਕਿਹਾ ਕਿ ਵਾਟਰ ਦਾ ਫਰੀਜ਼ਿੰਗ ਪੁਆਇੰਟ ਦੱਸੋ ਕੈਲਵਿਨ ਦੇ ਵਿੱਚ। ਆਪਣੇ ਕੋਲ ਤੁਹਾਨੂੰ ਕਾਦੇ 'ਚ ਯਾਦ ਹੈ, ਸੈਲਸੀਅਸ ਦੇ ਵਿੱਚ, ਠੀਕ ਹੈ। 0 ਡਿਗਰੀ ਸੈਲਸੀਅਸ ਦੇ ਵਿੱਚ ਯਾਦ ਹੈ ਤੁਹਾਨੂੰ। ਲਓ ਹੁਣ ਤੁਸੀਂ ਕੱਢੋਗੇ ਕਿਵੇਂ, ਫਾਰਮੂਲਾ ਮੈਂ ਤੁਹਾਨੂੰ ਦੱਸਤਾ। ਸੈਲਸੀਅਸ ਦੀ ਜਗ੍ਹਾ ਤੇ ਕੀ ਲੱਗ ਜਾਣਾ, ਜਿਹੜਾ 0 ਤੁਹਾਨੂੰ ਯਾਦ ਹੈ, ਤੇ ਕੈਲਵਿਨ ਦੀ ਜਗ੍ਹਾ ਤੇ ਹਮੇਸ਼ਾ ਹੀ ਕੀ ਲੱਗਣਾ, 273। ਤਾਂ ਇਹ ਕੀ ਆ ਗਿਆ ਆਪਣੇ ਕੋਲ 273 ਕੈਲਵਿਨ, ਤੇ ਜੇ ਜ਼ਿਆਦਾ ਹੀ ਡੀਪ ਜਾਣਾ ਤਾਂ 273 0.15 ਕੈਲਵਿਨ, ਪੁਆਇੰਟ ਲਾ ਲਓ, ਠੀਕ ਹੈ। ਇੱਥੋਂ ਆਪਣੇ ਕੋਲ ਕੀ ਨਿਕਲਿਆ ਆ, ਵਾਟਰ ਦਾ ਫਰੀਜ਼ਿੰਗ ਪੁਆਇੰਟ ਕੈਲਵਿਨ ਦੇ ਵਿੱਚ। ਹੁਣ ਬੋਇਲਿੰਗ ਪੁਆਇੰਟ ਕੀ ਹੈ, ਠੀਕ ਹੈ। ਬੋਇਲਿੰਗ ਪੁਆਇੰਟ ਆਪਣੇ ਕੋਲ ਕੀ ਦਿੱਤਾ ਹੁੰਦਾ, ਬੋਇਲਿੰਗ ਦਿੱਤਾ ਹੁੰਦਾ 100 ਡਿਗਰੀ ਸੈਲਸੀਅਸ। ਹੁਣ ਆਪਾਂ 0 ਦੀ ਥਾਂ ਕੀ ਲੱਗ ਜਾਣਾ, 100 ਡਿਗਰੀ ਸੈਲਸੀਅਸ ਤੇ 273, ਤਾਂ ਆਪਣੇ ਕੋਲ ਰਾਈਟ ਆਨਸਰ ਕੈਲਵਿਨ 'ਚ ਕਿੰਨਾ ਆ ਗਿਆ, 373 ਡਿਗਰੀ ਸੈਲਸੀਅਸ। ਹਾਂ ਇਦੋਂ ਮੈਨੂੰ ਦੱਸੋ ਸੌਖਾ ਕੀ ਹੋ ਸਕਦਾ, ਠੀਕ ਹੈ। ਇਦੋਂ ਸੌਖਾ ਹੋ ਕੀ ਸਕਦਾ, ਮੈਨੂੰ ਇੰਨਾ ਕੁ ਦੱਸ ਦਿਓ ਪਹਿਲਾਂ। ਹੁਣ ਦੇਖੋ ਮੰਨਿਆ ਜਾਂਦਾ ਹੈ, ਹੁਣ ਆ ਜਾਓ ਫਾਰਨਹਾਈਟ ਦੇ, ਜਿੰਦੇ ਵਿੱਚ ਬੱਚੇ ਛੋਟੀਆਂ ਕਲਾਸਾਂ ਤੋਂ ਲੈ ਕੇ ਵੱਡੀਆਂ ਕਲਾਸਾਂ ਤੱਕ ਕਨਫਿਊਜ਼ ਹੀ ਹੁੰਦੇ ਆ, ਠੀਕ ਹੈ। ਇਹ ਸਭ ਤੋਂ ਵੱਡੀ ਕਨਫਿਊਜ਼ਨ ਹੈ। 2 ਚੀਜ਼ਾਂ ਦੀ ਮੈਂ ਦੱਸ ਦਿੰਦਾ ਕਿਹੜੀਆਂ ਕਿਹੜੀਆਂ ਦੀ ਹੁੰਦੀ ਹੈ, ਕਿਲੋਮੀਟਰ ਤੇ ਮਾਈਲਸ ਦੀ। ਇੱਕ ਹੁੰਦੀ ਹੈ ਡਿਗਰੀ ਸੈਲਸੀਅਸ ਤੇ ਡਿਗਰੀ ਫਾਰਨਹਾਈਟ, ਜਾਂ 2 ਚੀਜ਼ਾਂ ਤਾਂ ਭਲਾਂ ਦੀ ਡਾਟਾ ਲੈਣ ਫਿਰ ਵੀ ਭੁੱਲ ਜਾਂਦੇ ਆ, ਠੀਕ ਹੈ। ਅੱਜ ਨਹੀਂ ਭੁੱਲਦੇ, ਅੱਜ ਤੋਂ ਬਾਅਦ। ਹੁਣ ਆਪਾਂ ਕੀ ਕਰਨਾ, ਨੋਰਮਲ ਬੋਡੀ ਟੈਂਪਰੇਚਰ ਕਿੰਨਾ ਹੁੰਦਾ, ਨੋਰਮਲ ਬੋਡੀ ਟੈਂਪਰੇਚਰ ਕਿੰਨਾ ਹੁੰਦਾ ਆਪਣਾ, ਮੰਨਿਆ ਜਾਂਦਾ ਹੈ ਨਾ ਕਿ 98.6 ਡਿਗਰੀ ਫਾਰਨਹਾਈਟ, ਠੀਕ ਹੈ। ਇੱਥੇ ਪੁਆਇੰਟ ਆਊਗਾ ਉੱਤੇ, ਡਿਗਰੀ ਲਾਤੀ ਮੈਂ, ਲੋਕ ਇੰਨਾ ਹੀ ਮੰਨਿਆ ਜਾਂਦਾ ਨਾ ਫਾਰਨਹਾਈਟ ਦੇ ਵਿੱਚ। ਤੇ ਜੇ ਆਪਾਂ ਨੂੰ ਪੁੱਛ ਲੈਣ ਉਹਦੇ ਵਿੱਚ ਸੈਲਸੀਅਸ ਦੇ ਵਿੱਚ 37 ਡਿਗਰੀ ਸੈਲਸੀਅਸ ਕਹਿ ਦਿੰਦੇ ਆ। ਹੁਣ ਦੇਖੋ
ਤੁਸੀਂ ਚੈੱਕ ਕਰਾਉਣ ਜਾਂਦੇ ਆ ਕਿ ਤੁਹਾਨੂੰ ਬੁਖਾਰ ਤਾਂ ਨਹੀਂ, ਡਾਕਟਰ ਕਹਿ ਦਿੰਦਾ ਜੀ 100 ਡਿਗਰੀ ਹੈ, ਠੀਕ ਹੈ, ਤੁਸੀਂ ਵੀ ਕਹਿ ਦਿੰਦੇ ਹੋ ਸਾਡੇ ਜਵਾਕ ਨੂੰ ਤਾਂ ਜੀ 100 ਬੁਖਾਰ ਹੋਇਆ ਪਿਆ। ਹੁਣ ਸੋਚੋ ਜੇ ਤੁਸੀਂ ਸੈਲਸੀਅਸ 'ਚ ਬਿਮਾਰ ਹੁੰਦੇ, ਠੀਕ ਹੈ, ਫਿਰ ਤਾਂ ਤੁਹਾਨੂੰ ਅੱਗ ਲੱਗਣ ਲੱਗ ਜਾਣੀ ਸੀ ਅੰਦਰੋਂ, ਠੀਕ ਹੈ, ਤੁਹਾਡੇ ਵਾਲ ਵੀ ਐ ਹੋ ਜਾਣਾ ਸੀ ਵੀ ਸਰੀਰ ਦੇ ਵਿੱਚ ਅੱਗਾਂ ਚੱਲੀ ਜਾਂਦੀਆਂ, ਠੀਕ ਹੈ, ਅੱਬਲ ਕੀ ਤਾਂ ਸਵਾਹ ਹੀ ਰਹਿ ਜਾਣੀ ਸੀ ਗੱਲੀ। ਉਹ ਹੁੰਦਾ ਫਾਰਨਹਾਈਟ ਦੇ ਵਿੱਚ, ਠੀਕ ਹੈ, ਉਹਦੇ ਵਿੱਚ ਮਰਕਰੀ ਹੁੰਦਾ ਨਾ, ਇਹਨਾਂ ਤੁਹਾਨੂੰ ਮੈਂ ਦੱਸਿਆ ਸੀਗਾ ਲਿਕੁਇਡ ਸਟੇਟ ਦੇ ਵਿੱਚ ਮੈਟਰ ਹੁੰਦਾ ਮਰਕਰੀ। ਹੁਣ ਦੇਖੋ ਉਹ ਫਾਰਨਹਾਈਟ ਦੇ ਵਿੱਚ ਹੁੰਦਾ ਕਿ 100 ਡਿਗਰੀ ਫਾਰਨਹਾਈਟ ਤੁਹਾਡਾ ਟੈਂਪਰੇਚਰ ਹੈ, ਠੀਕ ਹੈ, ਤਾਂ ਕਰਕੇ ਗਰਮ ਹੋ ਤੁਸੀਂ, 104 ਡਿਗਰੀ ਫਾਰਨਹਾਈਟ ਹੈ। ਹੁਣ ਤੁਸੀਂ ਕਹੋ ਜੀ ਮੰਮੀ ਮੈਨੂੰ ਨਹੀਂ ਪਤਾ, ਮੈਨੂੰ ਤਾਂ ਸੈਲਸੀਅਸ ਦਾ ਪਤਾ, ਮੈਨੂੰ ਤਾਂ ਫਾਰਨਹਾਈਟ ਨੂੰ ਸੈਲਸੀਅਸ 'ਚ ਕਨਵਰਟ ਕਰਕੇ ਦਿਓ ਤਾਂ ਮੈਂ ਜਾਣੂਗਾ, ਠੀਕ ਹੈ। ਹੁਣ ਉਹਦਾ ਫਾਰਮੂਲਾ ਸੁਣ ਲਓ, ਜਦੋਂ ਫਾਰਨਹਾਈਟ ਨੂੰ, ਠੀਕ ਹੈ, ਕਰਨਾ ਆਪਾਂ ਸੈਲਸੀਅਸ 9/5, ਉਸ ਤੋਂ ਬਾਅਦ ਕੀ ਹੈ ਡਿਗਰੀ ਸੈਲਸੀਅਸ ਪਲੱਸ 32। ਹੁਣ ਸੈਲਸੀਅਸ ਨੂੰ ਕਰਾਂਗੇ, ਹੁਣ ਤੁਹਾਨੂੰ ਮੈਂ ਇੰਨਾ ਕਹਿਤਾ ਕਿ ਨੋਰਮਲ ਬੋਡੀ ਟੈਂਪਰੇਚਰ 37 ਡਿਗਰੀ ਹੁੰਦਾ, ਉਹਨੂੰ ਆਪਾਂ ਬਣਾਉਣਾ ਹੈ ਫਾਰਨਹਾਈਟ ਦੇ ਵਿੱਚ, ਠੀਕ ਹੈ। ਕਿਵੇਂ ਬਣੂਗਾ 9/5 37 ਪਲੱਸ 32, ਇੰਨਾ ਕਲੀਅਰ ਹੋ ਗਿਆ। ਹੁਣ ਇਹਨੂੰ ਕੱਟ ਕੇ ਕਿੰਨਾ ਆ ਜਾਊਗਾ ਆਪਣੇ ਕੋਲੇ 7/35 ਮਗਰ 5 ਚੌਕਾ 20। ਹੁਣ ਇਹਨੂੰ ਜਦੋਂ ਗੁਣਾ ਕਰਾਂਗੇ ਉਹ ਕਿੰਨਾ ਆ ਜਾਊਗਾ 66.6 ਪਲੱਸ ਹੋ ਜੂ 32 ਨਾਲ, ਤਾਂ ਆਪਣਾ ਆਨਸਰ ਕਿੰਨਾ ਆ ਗਿਆ 98.6 ਡਿਗਰੀ ਫਾਰਨਹਾਈਟ, ਠੀਕ ਹੈ। ਸਰ ਇਹ ਤਾਂ ਕਰਾਤਾ, ਠੀਕ ਹੈ, ਬਹੁਤ ਸੋਹਣੀ ਚੀਜ਼ ਕਰਾਈ ਹੈ ਤੁਸੀਂ। ਹੁਣ ਸਾਨੂੰ ਨਹੀਂ ਪਤਾ, ਸਾਨੂੰ ਇਹੀ ਫਾਰਨਹਾਈਟ ਨੂੰ ਤੁਸੀਂ ਸੈਲਸੀਅਸ 'ਚ ਕਨਵਰਟ ਕਰਕੇ ਦੇਣਾ, ਠੀਕ ਹੈ, ਜਿਵੇਂ ਮਰਜ਼ੀ ਕਰਕੇ ਦਿਓ। ਕਿਵੇਂ ਕਰਾਂਗੇ, ਕਿਵੇਂ ਹੋਊਗਾ ਕਿਵੇਂ, ਹੁਣ ਦੇਖੋ ਕਰਕੇ ਤਾਂ ਦਿਖਾਉਂਦਾ ਕਿ ਟਾਈਮ ਬਹੁਤ ਜ਼ਿਆਦਾ ਲੱਗ ਜੂ, ਪਰ ਮੈਂ ਤੁਹਾਨੂੰ ਦੱਸ ਦਿੰਦਾ ਹੋਊਗਾ ਕਿਉਂਕਿ ਫਿਰ ਤਾਂ ਆਪਾਂ ਮੈਨੂੰ ਲੱਗਦਾ ਕਾਫੀ ਟਾਈਮ ਅੱਗੇ ਹੋ ਗਿਆ, ਹਜੇ ਵੈਪੋਰੇਸ਼ਨ ਵੀ ਪਿਆ। ਹੁਣ ਦੇਖੋ ਫਾਰਮੂਲਾ ਕੀ ਸੀ ਆਪਣੇ ਕੋਲੇ 9/5 ਡਿਗਰੀ ਸੈਲਸੀਅਸ 32, ਠੀਕ ਹੈ। ਇਹਨੂੰ ਸਿਰਫ ਤੁਸੀਂ ਕੀ ਕਰਨਾ ਦੂਸਰੀ ਸਾਈਡ ਲੈ ਆਉਣਾ, ਪਤਾ ਕੀ ਕਰਨਾ ਸੈਲਸੀਅਸ ਨਾ। ਹੁਣ ਇਹਨੂੰ ਇਹ ਇੱਧਰ ਆਇਆ, ਇੱਧਰ ਕੀ ਬਣ ਗਿਆ F-32। ਉਸ ਤੋਂ ਬਾਅਦ ਇਹ ਗੁਣਾ ਸੀਗਾ ਇਹਦੇ ਨਾਲ, ਇੱਧਰ ਆ ਕੇ ਕੀ ਹੋ ਗਿਆ ਉਲਟ ਕੇ ਗੁਣਾ ਇਹਦੇ ਨਾਲ ਹੋ ਗਿਆ, ਇਹ ਬਣ ਗਿਆ ਸੈਲਸੀਅਸ ਦਾ ਫਾਰਮੂਲਾ ਜਦੋਂ ਤੁਸੀਂ ਫਾਰਨਹਾਈਟ ਨੂੰ ਸੈਲਸੀਅਸ ਦੇ ਵਿੱਚ ਕਨਵਰਟ ਕਰਨਾ। ਹੁਣ ਕੀ ਹੈ 98.6 ਸੀਗਾ, -32 ਕਰੋਗੇ, ਗੁਣਾ 5/9 ਕਰੋਗੇ, ਇਹਨੂੰ ਸਾਰੇ ਨੂੰ ਕੱਟ ਕਟਾ ਕੇ ਆਪਣਾ ਆਂਸਰ ਆ ਜਾਊਗਾ 37 ਡਿਗਰੀ ਸੈਲਸੀਅਸ। ਕਲੀਅਰ ਹੈ, ਹੁਣ ਪਤਾ ਲੱਗ ਗਿਆ, ਵੈਰੀ ਗੁੱਡ, ਬਹੁਤ ਹੁਸ਼ਿਆਰ ਹੋ ਗਏ ਤੁਸੀਂ ਤਾਂ। ਹੁਣ ਜ਼ਿਆਦਾ ਨਹੀਂ ਡੀਪ ਜਾਊਂਗਾ, ਤੇ ਹੁਣ ਆਪਾਂ ਕੀ ਕਰਨਾ ਹੈ, ਤੁਸੀਂ ਸਰ ਮੰਨ ਕੇ ਚੱਲੋ ਸੈਲਸੀਅਸ ਨੂੰ ਕੈਲਵਿਨ 'ਚ ਤਾਂ ਕਰਤਾ ਸੀ, ਕੈਲਵਿਨ ਨੂੰ ਸੈਲਸੀਅਸ 'ਚ ਕਿਵੇਂ ਕਰਾਂਗੇ। ਹੁਣ ਮੰਨ ਕੇ ਚੱਲੋ 373 ਕੈਲਵਿਨ ਹੈ, ਇਹ ਕੀ ਹੈ ਬੋਇਲਿੰਗ ਪੁਆਇੰਟ ਹੈ ਵਾਟਰ ਦਾ, ਤੇ ਸਾਨੂੰ ਐਗਜ਼ਾਮੀਨਰ ਨੇ ਪੁੱਛਿਆ ਕਿ ਇਹਨੂੰ ਤੁਸੀਂ ਸੈਲਸੀਅਸ 'ਚ ਦੱਸੋ ਕਿੰਨਾ ਹੁੰਦਾ। ਤਾਂ ਆਪਣੇ ਕੋਲ ਫਾਰਮੂਲਾ ਕੀ ਸੀਗਾ, ਆਪਣੇ ਕੋਲ ਫਾਰਮੂਲਾ ਹੈਗਾ ਸੀਗਾ C + 273। ਸੈਲਸੀਅਸ ਪਤਾ ਕਰਨਾ, ਇੱਧਰ ਆ ਕੇ ਕੀ ਹੋ ਗਿਆ ਮਾਈਨਸ ਹੋ ਗਿਆ, ਆ ਦਿੱਤਾ ਹੋਇਆ ਆਪਾਂ ਨੂੰ 373 - 273 ਬਰਾਬਰ C। 100 ਡਿਗਰੀ ਆਉਂਦਾ ਕੀ ਆ ਗਿਆ ਬੋਇਲਿੰਗ ਪੁਆਇੰਟ ਆ ਗਿਆ ਵਾਟਰ ਦਾ। ਲਓ ਆ ਵੀ ਕਲੀਅਰ ਕੱਟ ਹੋ ਗਿਆ, ਠੀਕ ਹੈ, ਵੈਰੀ ਗੁੱਡ, ਬਹੁਤ ਸਿਆਣੇ ਹੋ ਤੁਸੀਂ। ਚਲੋ ਹੁਣ ਚੱਲਦੇ ਹਾਂ ਅੱਗੇ। ਹੁਣ ਇੱਕ ਚੀਜ਼ ਹੋਰ ਬਹੁਤ ਵਧੀਆ ਆ ਗਈ, ਬਹੁਤ ਵਧੀਆ ਚੀਜ਼ ਆ ਗਈ ਇੱਕ ਹੁਣ ਬੜੀ ਘੈਂਟ, ਜਿਹਨੂੰ ਤੁਸੀਂ ਕਹਿ ਦਿੰਦੇ ਫੁੱਲ ਘੈਂਟ ਚੀਜ਼ ਆ ਗਈ। ਦੋ ਹੀ ਕੰਸੈਪਟ ਰਹਿ ਗਏ, ਇੱਕ ਇਹ ਵਾਲਾ, ਇੱਕ ਅੱਗੇ ਵਾਲਾ। ਕੋਸ਼ਿਸ਼ ਕਰੂੰਗਾ ਜਲਦੀ ਸਮਝਾ ਦਾਂ। ਇੱਕ ਚੀਜ਼ ਹੁੰਦੀ ਹੈ ਲੇਟੈਂਟ ਹੀਟ, ਮੋਸਟ ਇੰਪੋਰਟੈਂਟ ਲੇਟੈਂਟ ਹੀਟ, ਠੀਕ ਹੈ। ਇੱਕ ਚੀਜ਼ ਮੈਨੂੰ ਦੱਸ ਕੇ ਜਾਇਓ ਟੈਂਪਰੇਚਰ ਦਾ SI ਯੂਨਿਟ ਕੀ ਹੁੰਦਾ। ਲਓ ਮੈਨੂੰ ਹੁਣੇ ਦਿਮਾਗ 'ਚ ਆਇਆ ਬੈਠੇ ਬੈਠੇ ਨੂੰ, ਫਿਰ ਤੁਸੀਂ ਕਹੋਗੇ ਕਰਾਇਆ ਨਹੀਂ। ਟੈਂਪਰੇਚਰ ਦਾ ਆਪਣੇ ਕੋਲੇ SI ਯੂਨਿਟ ਕੀ ਹੁੰਦਾ, ਹੁਣੇ ਵੀਡੀਓ ਪੌਜ਼ ਕਰਕੇ ਵੀ ਤੁਸੀਂ ਦੱਸ ਸਕਦੇ ਹੋ, ਤੇ ਜੇ ਲਾਈਵ ਦੇਖ ਰਹੇ ਹੋ ਤਾਂ ਇਹ ਵੀ ਦੱਸ ਸਕਦੇ ਹੋ। ਆਪਣਾ SI ਯੂਨਿਟ ਕੀ ਹੁੰਦਾ ਕੈਲਵਿਨ, ਠੀਕ ਹੈ, ਜਿਹੜਾ ਮੈਂ ਤੁਹਾਨੂੰ ਹੁਣੇ ਕਰਾਇਆ ਸੀਗਾ। ਅਸੀਂ ਇਹਨਾਂ ਦੋਵਾਂ ਨੂੰ ਫਾਰਨਹਾਈਟ ਨੂੰ ਤੇ ਸੈਲਸੀਅਸ ਨੂੰ ਕੈਲਵਿਨ ਨਾਲ ਜੋੜਿਆ ਜਾਂਦਾ। ਚਲੋ ਇਹ ਛੋਟਾ ਜਿਹਾ ਟੌਪਿਕ ਸੀ, ਜਿਹੜਾ ਟੌਪਿਕ ਕਹਿ ਰਿਹਾ ਕੁਐਸਚਨ ਸੀਗਾ, ਜਿਹੜਾ ਤੁਹਾਡਾ ਡਾਊਟ ਕਲੀਅਰ ਕਰਤਾ। ਹੁਣ ਆ ਜਾਓ ਲੇਟੈਂਟ ਹੀਟ ਤੇ। ਡੈਫੀਨੇਸ਼ਨ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣ ਲੱਗਿਆ, ਧਿਆਨ ਨਾਲ ਸੁਣ ਲਿਓ, ਸਿਰਫ ਧਿਆਨ ਦੇਣਾ, ਹੋਰ ਕੁਝ ਵੀ ਨਹੀਂ ਕਰਨਾ, ਕੁਝ ਵੀ ਨਹੀਂ ਕਰਨਾ, ਠੀਕ ਹੈ। ਹੁਣ ਦੇਖੋ, ਹੁਣ ਨਾ ਤੁਸੀਂ ਪਾਣੀ ਨੂੰ ਉਬਾਲਣ ਲੱਗੇ ਹੋ,
ठीक है। पानी उबलने लगे हो, पानी का टैंपरेचर से मान लो 20 डिग्री सैल्सियस, ਤੁਸੀਂ ਉਹਨੂੰ ਬਰਤਨ 'ਚ ਰੱਖਤਾ। ਧਿਆਨ ਨਾਲ ਸੁਣੀ ਚੱਲਿਓ, ਐਗਜ਼ਾਮਪਲ ਦੇਣ ਲੱਗਿਆ ਤੁਹਾਨੂੰ, ਆ ਕਨਸੈਪਟ ਹੁਣੇ ਕਲੀਅਰ ਹੋ ਜਾਣਾ। ਉਹਨੂੰ ਬਰਤਨ 'ਚ ਰੱਖਤਾ, ਥੱਲੋਂ ਕੀ ਦੇਣ ਲੱਗ ਗਏ, ਹੀਟ। ਮਤਲਬ ਕੀ ਹੈ, ਐਲਪੀਜੀ ਗੈਸ ਚਲਾਤੀ। ਠੀਕ ਹੈ, ਬਰਤਨ ਦੇ ਥੱਲੇ ਐਲਪੀਜੀ ਗੈਸ ਚਲਾਤੀ, ਉਹਨੂੰ ਗੈਸ ਤੇ ਰੱਖਤਾ, ਵਿੱਚ ਕੀ ਪਾਤਾ, ਪਾਣੀ। ਹੌਲੀ ਹੌਲੀ ਵਿੱਚ ਆਪਾਂ ਰੱਖਤਾ ਥਰਮਾਮੀਟਰ। ਠੀਕ ਹੈ, ਥਰਮਾਮੀਟਰ ਰੱਖਤਾ। ਜਿਵੇਂ ਜਿਵੇਂ ਟਾਈਮ ਬੀਤੂਗਾ ਥਰਮਾਮੀਟਰ ਦੇ ਵਿੱਚ ਟੈਂਪਰੇਚਰ ਵੱਧਦਾ ਜਾਊਗਾ, ਓਬਵੀਅਸ ਹੈ ਵਧੂਗਾ ਹੀ। ਠੀਕ ਹੈ, ਟੈਂਪਰੇਚਰ ਵੱਧਦਾ ਗਿਆ ਵੱਧਦਾ ਗਿਆ ਵੱਧਦਾ ਗਿਆ ਵੱਧਦਾ ਗਿਆ, 100 ਡਿਗਰੀ ਸੈਲਸੀਅਸ ਤੇ ਜਾ ਕੇ ਰੁਕ ਗਿਆ। ਫਿਰ ਰੱਖੀ ਰੱਖੋ ਭਲਾਂ ਦੀ ਤੁਸੀਂ 3 ਘੰਟੇ, 100 ਡਿਗਰੀ ਸੈਲਸੀਅਸ ਤੋਂ ਨਹੀਂ ਵਧੂਗਾ। ਠੀਕ ਹੈ, ਉਹਨੇ 100 ਡਿਗਰੀ ਸੈਲਸੀਅਸ ਤੇ ਹੀ ਰਹੂਗਾ। ਹੁਣ ਦੇਖੋ ਸਰ, ਗੈਸ ਸਾਡੀ ਖਰਾਬ ਹੋਈ ਜਾਂਦੀ ਆ, ਟੈਂਪਰੇਚਰ ਅਸੀਂ ਵਧਾਉਣਾ, ਵੱਧਦਾ ਨਹੀਂ ਪਿਆ, ਕੀ ਗੱਲ ਹੋ ਗਈ? ਕਿਤੇ ਟੈਂਪਰੇਚਰ ਦਾ ਕਹਿ ਲਓ ਬਟਨ ਤਾਂ ਨਹੀਂ ਖਰਾਬ ਹੋ ਗਿਆ? ਨਹੀਂ। ਹੁਣ 100 ਡਿਗਰੀ ਸੈਲਸੀਅਸ ਕੀ ਹੈ, ਵਾਟਰ ਦਾ ਬੋਇਲਿੰਗ ਪੁਆਇੰਟ ਹੈ। ਠੀਕ ਹੈ, ਹੁਣ ਮਤਲਬ 100 ਡਿਗਰੀ ਸੈਲਸੀਅਸ ਤੇ ਜਦੋਂ ਪਹੁੰਚ ਗਿਆ, ਉਹ ਕੀ ਬਣਨ ਲੱਗ ਜਾਊਗਾ, ਗੈਸ। ਹੀਟ ਉਹਨੂੰ ਮਿਲੀ ਜਾਂਦੀ ਹੈ। ਠੀਕ ਹੈ, ਹੀਟ ਦਾ ਜਦੋਂ ਗੈਸ ਚੱਲੀ ਜਾਂਦੀ ਹੈ, ਹੀਟ ਤਾਂ ਉਹਨੂੰ ਮਿਲਣੀ ਹੈ। ਓਬਵੀਅਸ ਜੀ ਗੱਲ ਹੈ ਕਿ ਹੀਟ ਜੇ ਤੁਸੀਂ ਦਿੱਤੀ ਹੋਈ ਹੈ ਤਾਂ ਹੀਟ ਦਾ ਥੱਲੋਂ ਗੈਸ ਚੱਲੀ ਜਾਂਦਾ ਹੈ, ਗੈਸ ਲੱਗੀ ਜਾਂਦੀ ਹੈ, ਹੀਟ ਮਿਲੀ ਜਾਂਦੀ ਹੈ, ਪਰ 100 ਡਿਗਰੀ ਤੋਂ ਨਹੀਂ ਵੱਧਦਾ ਪਿਆ। 100 ਡਿਗਰੀ ਤੋਂ ਬਾਅਦ ਉਹ ਕੀ ਬਣੀ ਜਾਂਦਾ, ਗੈਸ। ਤਾਂ ਸਰ ਹੁਣ ਜਿਹੜੀ ਉਹ ਹੀਟ ਹੈ, ਪਹਿਲਾਂ ਤਾਂ ਉਹ ਕੀ ਕਰੀ ਜਾਂਦੀ ਸੀ, ਟੈਂਪਰੇਚਰ ਇਨਕਰੀਜ਼ ਕਰੀ ਜਾਂਦੀ ਸੀ, ਉਹ ਇਸ ਕੰਮ ਆਈ ਜਾਂਦੀ ਸੀ। ਕਿਉਂਕਿ ਪਹਿਲਾਂ 20 ਸੀ, 30 ਹੋ ਗਿਆ, 40 ਹੋ ਗਿਆ, 50 60 70 80 90 100, ਟੈਂਪਰੇਚਰ ਇਨਕਰੀਜ਼ ਕਰੀ ਜਾਂਦੀ ਸੀ ਹੀਟ। ਫਿਰ ਚਲੋ ਮੰਨ ਲਿਆ ਵੀ ਗੈਸ ਬਣ ਗਈ, ਥੱਲੋਂ ਗੈਸ ਚੱਲੀ ਜਾਂਦੀ ਹੈ, ਤਾਂ ਉਹ ਹੀਟ ਕਿੱਥੇ ਗਈ, ਜਿਹੜੀ ਉਹ ਟੈਂਪਰੇਚਰ ਵਧਾਈ ਜਾਂਦੀ ਸੀ। ਉਹ ਟੈਂਪਰੇਚਰ ਵਧਾਉਣ ਵਾਲੀ ਹੀਟ ਹੁਣ ਕੀ ਕਰੀ ਜਾਂਦੀ ਹੈ, ਲਿਕੁਇਡ ਦੇ ਵਿੱਚ ਜਿਹੜੇ ਪਾਰਟੀਕਲ ਸੀ ਨਾ, ਜਿਹੜੇ ਥੋੜੇ ਥੋੜੇ ਖੁੱਲੇ ਹੋਏ ਸੀ, ਉਹਨਾਂ ਨੂੰ ਖੋਲ ਕੇ ਗੈਸ ਬਣਾਈ ਜਾਂਦੀ ਹੈ। ਤਾਂ ਜਿਹੜੀ ਉਹ ਹੀਟ ਹੈ, ਉਹ ਪਾਰਟੀਕਲਸ ਦੇ ਵਿੱਚ ਜਾਈ ਜਾਂਦੀ ਹੈ। ਠੀਕ ਹੈ, ਉਹ ਲੁਕ ਗਈ ਜਾ ਕੇ। ਠੀਕ ਹੈ, ਲੁਕ ਗਈ ਨਾ, ਉਹਨੂੰ ਕੀ ਕਵਾਂਗੇ, ਲੇਟੈਂਟ ਹੀਟ। ਇਹਨੂੰ ਆਪਾਂ ਸਿੱਧੀ ਪੰਜਾਬੀ ਭਾਸ਼ਾ 'ਚ ਕਹਿ ਦਿੰਦੇ ਆ ਹਿਡਨ, ਲੁਕੀ ਹੋਈ ਹੀਟ ਹੁੰਦੀ ਹੈ। ਕਲੀਅਰ ਹੋ ਗਿਆ ਹੁਣ? ਪਾਣੀ ਕੀ ਬਣੀ ਜਾਂਦਾ, ਗੈਸ, ਤੇ ਜਿਹੜੀ ਹੀਟ ਪਾਣੀ ਤੋਂ ਗੈਸ ਬਣਾਈ ਜਾਂਦੀ ਹੈ, ਉਹਨੂੰ ਕਵਾਂਗੇ ਲੇਟੈਂਟ ਹੀਟ। ਮਤਲਬ ਉਹਦੇ ਪਾਰਟੀਕਲਸ ਨੂੰ ਓਪਨ ਕਰੀ ਜਾਂਦੀ ਹੈ। ਪਾਣੀ ਗਰਮ ਹੋ ਜੂ 100 ਡਿਗਰੀ ਤੇ, ਫਿਰ ਭਾਪ ਬਣਨ ਲੱਗ ਜੂਗਾ, ਤਾਪਮਾਨ 100 ਡਿਗਰੀ ਤੇ ਹੀ ਰਹੂਗਾ। ਹੁਣ ਕਲੀਅਰ ਹੋ ਗਿਆ? ਚਲੋ ਵੈਰੀ ਗੁੱਡ, ਬਹੁਤ ਸਿਆਣੇ ਹੋ ਤੁਸੀਂ ਤਾਂ, ਬਾਲਾ ਹੀ ਕੁਛ ਤੁਹਾਨੂੰ ਤਾਂ ਆਉਂਦਾ। ਇਹ ਸੀ ਲੇਟੈਂਟ ਹੀਟ ਦਾ ਕੰਸੈਪਟ। ਇਹਦੇ ਵਿੱਚ 2 ਚੀਜ਼ਾਂ ਹੈ ਜਿਹੜੀਆਂ ਕਿ ਪੁੱਛੀਆਂ ਜਾਣਗੀਆਂ ਪੇਪਰ 'ਚ, ਪੱਕਾ ਚਾਂਸ ਹੈ ਕਿ ਉਹ ਪੁੱਛੀਆਂ ਜਾਣਗੀਆਂ। ਠੀਕ ਹੈ, ਕਿਹੜੀਆਂ? ਲੇਟੈਂਟ ਹੀਟ ਆਫ ਫਿਊਜ਼ਨ। ਹੁਣ ਜੇ ਫਿਊਜ਼ਨ ਨਹੀਂ ਤੁਹਾਨੂੰ ਪਤਾ ਤਾਂ ਫਿਰ ਮੇਰੇ ਪੜ੍ਹਾਈ ਦਾ ਕੋਈ ਫਾਇਦਾ ਨਹੀਂ। ਫਿਊਜ਼ਨ ਕੀ ਹੁੰਦਾ, ਸੋਲਿਡ ਤੋਂ ਜਦੋਂ ਕੋਈ ਚੀਜ਼ ਬਣਦੀ ਹੈ ਲਿਕੁਇਡ ਦੇ ਵਿੱਚ, ਉਹਨੂੰ ਕਹਿੰਦੇ ਆ ਫਿਊਜ਼ਨ। ਸਰ ਇਹਦੀ ਡੈਫੀਨੇਸ਼ਨ ਕੀ ਹੋਗੀ, ਕਿਉਂ ਲਿਖਾਈ ਹੈ? ਲੇਟੈਂਟ ਹੀਟ ਆਫ ਫਿਊਜ਼ਨ ਕੀ ਹੁੰਦਾ, ਜਦੋਂ ਆਹ ਇਹਦੀ ਪ੍ਰੋਪਰ ਡੈਫੀਨੇਸ਼ਨ ਹੈ ਤੇ ਪੱਕਾ ਹੀ ਤੁਹਾਨੂੰ ਹਰ ਜਗ੍ਹਾ ਤੇ ਮਿਲੂਗੀ। ਅਮਾਉਂਟ ਆਫ, ਜਿੱਥੇ ਆ ਜੇ ਨਾ ਜਿਹੜੀ ਡੈਫੀਨੇਸ਼ਨ ਹੁਣ ਮੈਂ ਲਿਖਾਣ ਲੱਗਿਆ, ਜਿੱਥੇ ਡੈਫੀਨੇਸ਼ਨ ਆ ਜੇ ਚੁੱਪ ਕਰਕੇ ਆਨਸਰ ਲਾਇਆ ਨਾ, ਲੇਟੈਂਟ ਹੀਟ ਆਫ ਫਿਊਜ਼ਨ। ਠੀਕ ਹੈ, ਅਮਾਉਂਟ ਆਫ ਹੀਟ ਰਿਕੁਆਇਰਡ, ਠੀਕ ਹੈ, ਟੂ ਕਨਵਰਟ 1 kg। आज इस चीज का ध्यान रखना है बस, उसे 1 kg लिखा होगा, 1 kg ऑफ गिवन सॉलिड इनटू लिक्विड। ਹੁਣ ਇਹਦਾ ਕੀ ਮਤਲਬ, ਆਪਾਂ ਨੂੰ ਕਿੰਨੀ ਹੀਟ ਚਾਹੀਦੀ ਹੈ 1 kg ਸੋਲਿਡ ਨੂੰ ਲਿਕੁਇਡ ਬਣਾਉਣ ਦੇ ਵਿੱਚ, ਉਹਨੂੰ ਕਹਿੰਦੇ ਆ ਲੇਟੈਂਟ ਹੀਟ ਆਫ ਫਿਊਜ਼ਨ। ਠੀਕ ਹੈ, ਇਹਦਾ ਨੂਮੈਰਿਕ ਨਹੀਂ ਕੋਈ ਹੈਗਾ, ਸਿਰਫ ਤੇ ਸਿਰਫ ਇਹ ਡੈਫੀਨੇਸ਼ਨ ਯਾਦ ਰੱਖਣੀ ਹੈ ਕਿ ਤੁਹਾਨੂੰ ਉੱਥੇ ਪੁੱਛ ਲੇ ਕਿ ਅਮਾਉਂਟ ਆਫ ਹੀਟ ਰਿਕੁਆਇਰਡ ਟੂ ਕਨਵਰਟ 1 kg ਆਫ ਗਿਵਨ ਸੋਲਿਡ ਇਨਟੂ ਲਿਕੁਇਡ, ਕੀ ਕਹਿੰਦੇ ਆ ਉਹਨੂੰ ਕਹਿੰਦੇ ਲੇਟੈਂਟ ਹੀਟ ਆਫ ਫਿਊਜ਼ਨ। ਮਤਲਬ ਸੋਲਿਡ ਤੋਂ ਲਿਕੁਇਡ ਬਣਾਉਣ ਵਾਸਤੇ, ਬਰਫ਼ ਤੋਂ ਪਾਣੀ ਬਣਾਉਣ ਵਾਸਤੇ ਆਪਾਂ ਨੂੰ ਜਿਹੜੀ ਹੀਟ ਚਾਹੀਦੀ ਹੈ ਨਾ, ਇਹਨਾਂ ਦੋਵਾਂ ਦੇ ਪ੍ਰੋਸੈਸ ਵਿੱਚ, ਠੀਕ ਹੈ, ਉਹਨੂੰ ਕਹਿੰਦੇ ਆ ਲੇਟੈਂਟ ਹੀਟ ਆਫ ਫਿਊਜ਼ਨ। ਕਲੀਅਰ ਹੋ ਗਿਆ? 1 kg ਦਾ ਧਿਆਨ ਰੱਖਣਾ, ਉਹਦੇ 500 ਗ੍ਰਾਮ ਆ ਗਿਆ, ਉਹ ਗਲਤ ਹੈ, 1 kg ਆਊਗਾ। ਠੀਕ ਹੈ, ਹੁਣ ਆ ਗਈ ਅੱਗੋਂ 2 ਹੀ ਹੈ, 2 ਹੀ ਦੱਸੂਗਾ।
लेटेंट हीट ऑफ वेपोराइजेशन। वेपोराइजेशन ये हुणे भी नहीं पता तो मेरे पढ़ाई का फिर भी कोई फायदा नहीं। ਹੁਣ ਇਹਦਾ ਮਤਲਬ ਕੀ ਹੁੰਦਾ ਹੈ ਲਿਕੁਇਡ ਟੂ ਗੈਸ। ਹੁਣ ਇੱਥੇ ਥੋੜੇ ਜਿਹੇ ਬੱਚੇ ਕਨਫਿਊਜ਼ ਹੋਣਗੇ, ਮੈਂ ਚੀਜ਼ ਦੱਸਣ ਜਾ ਰਿਹਾ, ਧਿਆਨ ਨਾਲ ਸੁਣ ਲਿਓ। ਲਿਕੁਇਡ ਟੂ ਗੈਸ ਵੈਪੋਰਾਈਜੇਸ਼ਨ ਹੋ ਗਿਆ, ਡਨ, ਸਹੀ ਹੈ। ਹੁਣ ਇੱਥੇ ਦੇਖੋ ਮੈਂ ਇਹਦੀ ਡੈਫੀਨੇਸ਼ਨ ਲਿਖਣ ਲੱਗਿਆ, ਸਿਰਫ ਇੱਕ ਹੀ ਚੀਜ਼ ਚੇਂਜ ਹੋਊਗੀ, ਬਾਕੀ ਸੇਮ ਹੈ। ਅਮਾਊਂਟ ਆਫ ਹੀਟ required to convert, ठीक है, 1 kg of given liquid to gas। ਹੁਣ ਸਰ ਪਾਣੀ ਨੂੰ ਆਪਾਂ kg ਚ ਕਿਵੇਂ ਮਾਪ ਸਕਦੇ ਹਾਂ ਜਿਹੜਾ ਤੁਸੀਂ kg ਲਿਖਤਾ, ਇਹੀ ਕਨਫਿਊਜ਼ਨ। ਹੁਣ ਦੇਖੋ ਮੈਂ ਮੰਨ ਲਿਆ 1 ਲੀਟਰ ਨਾਲ ਮਾਪਦੇ ਹੋ, ਤੁਸੀਂ ਸਹੀ ਹੋ। ਜੇ ਬਾਲਟੀ ਦੇ ਵਿੱਚ ਪਾਣੀ ਰੱਖ ਕੇ ਕੰਡੇ ਦੇ ਰੱਖਾਂਗੇ ਤਾਂ ਉਹ ਕਾਹਦੇ ਚ ਆਊਗਾ, 2 kg 3 kg, ਤਾਂ ਕਰਕੇ ਇੱਥੇ ਲਿਖਿਆ, ਤਾਂ ਕਰਕੇ ਇਹਨੂੰ 1 kg ਚ ਕਾਊਂਟ ਕਰਨਾ। ਤੁਸੀਂ ਅਮਾਊਂਟ ਆਫ ਹੀਟ, ਕਿੰਨੀ ਹੀਟ ਚਾਹੀਦੀ ਹੈ 1 ਕਿਲੋ ਲਿਕੁਇਡ ਨੂੰ ਗੈਸ ਚ ਕਨਵਰਟ ਕਰਨ ਵਾਸਤੇ, ਉਹਨੂੰ ਕਹਿੰਦੇ ਲੇਟੈਂਟ ਹੀਟ ਆਫ ਵੈਪੋਰਾਈਜੇਸ਼ਨ। ਲੇਟੈਂਟ ਹੀਟ ਕੀ ਹੁੰਦੀ ਹੈ, ਕੋਈ ਚੀਜ਼ ਹਿਡਨ ਹੀਟ ਜਿਹੜੀ ਲੋਕੇ ਕੰਮ ਕਰ ਰਹੀ ਹੈ, ਪਾਰਟੀਕਲਸ ਨੂੰ ਤੋੜ ਰਹੀ ਹੈ, ਠੀਕ ਹੈ। ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਹੀਟ ਦਾ ਮਤਲਬ ਕੀ ਹੁੰਦਾ, ਜਦੋਂ ਹੀਟ ਦੇਵਾਂਗੇ ਤਾਂ ਉਹ ਚੀਜ਼ ਫੈਲ ਜੂਗੀ, ਤੇ ਹੁਣ ਤੁਸੀਂ ਲਿਕੁਇਡ ਚ ਹੀਟ ਦੋਗੇ ਤਾਂ ਉਹ ਗੈਸ ਬਣ ਜੂ ਫੈਲ ਕੇ, ਜੇ ਸੋਲਿਡ ਚ ਦੋਗੇ ਤਾਂ ਉਹ ਕੀ ਬਣ ਜੂ, ਲਿਕੁਇਡ। ਕਲੀਅਰ ਹੋ ਗਿਆ। ਹੁਣ ਚਲਦੇ ਹਾਂ ਅੱਗੇ। ਹੁਣ ਆ ਗਈ ਆਪਣੀ, ਬਸ ਇੱਕ ਪੁਆਇੰਟ ਰਹਿ ਗਿਆ ਹੁਣ। ਮੈਨੂੰ ਪਤਾ ਤੁਸੀਂ ਬੋਲ ਰਹੇ ਹੋ, ਮੈਂ ਸੋਚੋ ਮੈਂ ਲਗਾਤਾਰ ਬੋਲੀ ਜਾਂਦਾ ਸਿਰਫ ਤੁਹਾਡੇ ਲਈ, ਕਿ ਤੁਹਾਨੂੰ ਇਹ ਨਾ ਹੋਵੇ ਲਮਕਾਵਾ ਨਾ, ਬਸ ਜਿਹੜੀ ਚੀਜ਼ ਇੱਕ ਚੀਜ਼ ਚ ਨਿਬੜ ਜੇ ਉਹਨੂੰ ਨਿਬੇੜ ਕੇ ਤੇ ਤੁਹਾਨੂੰ ਇੱਕ ਪੁਆਇੰਟ ਦੇ ਦਾਂ ਕਿ ਹਾਂਜੀ ਬਸ ਆ ਚੈਪਟਰ ਕਰੋ, ਇਹ ਦੁਬਾਰਾ ਕੁਝ ਕਰਨ ਦੀ ਲੋੜ ਨਹੀਂ। ਮੈਲਟਿੰਗ ਤੇ ਬੋਲਿੰਗ ਕੀ ਹੁੰਦੀ ਹੈ, ਪ੍ਰੋਸੈਸ ਆਫ, ਇਹ ਤਾਂ ਵੈਸੇ ਲਿਖਣ ਲੱਗਿਆ ਮੈਂ, ਯਾਦ ਕਰ ਲਿਓ, ਬਸ ਯਾਦ ਕਰਨ ਦੀ ਵੀ ਲੋੜ, ਇਹਦਾ ਪਤਾ ਹੀ ਹੈ ਤੁਹਾਨੂੰ। ਮੈਲਟ ਦਾ ਮਤਲਬ ਕੀ ਹੁੰਦਾ, ਕੋਈ ਚੀਜ਼ ਮੈਲਟ ਹੁੰਦੀ ਹੈ, ਸੋਲਿਡ ਤੋਂ ਲਿਕੁਇਡ ਬਣੀ ਜਾਂਦੀ ਹੈ। ਸੋ ਸਿੰਪਲ ਜੀ ਗੱਲ ਹੀ ਹੈ। ਕੁਛ ਇਹਦੇ ਜਿਹੜਾ ਸਾਇੰਸ ਪੜ੍ਹਨੀ ਆਪਾਂ ਜ਼ਿਆਦਾ ਇਹਦੇ ਵਿੱਚ, ਜਾਂ ਕੋਈ ਮੰਤਰ ਪੜ੍ਹਨੇ ਆ। ਪ੍ਰੋਸੈਸ ਆਫ ਕਨਵਰਜਨ, ਕੀ ਕਨਵਰਟ ਹੋਈ ਜਾਂਦਾ, ਆਫ ਸੋਲਿਡ ਟੂ ਲਿਕੁਇਡ। ਇੱਕ ਚੀਜ਼ ਯਾਦ ਰੱਖਣੀ ਹੈ, ਤਾਂ ਲਿਖਿਆ ਹੈ ਔਨ ਹੀਟਿੰਗ ਐਟ ਮੈਲਟਿੰਗ ਪੁਆਇੰਟ, ਠੀਕ ਹੈ। ਹੁਣ ਇਹ ਕਿਉਂ ਲਿਖਿਆ, ਇਹਦਾ ਮਤਲਬ ਇਹ ਹੈ ਦਾ ਟੈਂਪਰੇਚਰ, ਮੈਨੂੰ ਪਤਾ ਪੰਜਾਬੀ ਵਾਲੇ ਅੱਧੇ ਤਾਂ ਚਲੇ ਹੀ ਗਏ ਹੋਣੇ ਆ, ਜਾਇਆ ਨਾ ਕਰੋ, ਮੈਂ ਬੈਠਾ ਦੱਸਣ ਨੂੰ। ਟੈਂਪਰੇਚਰ ਐਟ ਵਿਚ, ਇਹ ਕੁਐਸਚਨ ਬਣਿਆ ਬਣਾਇਆ ਹੀ ਆਣਾ, ਲਿਖਾ ਲਓ ਮੇਰੇ ਤੋਂ, ਫਿਰ ਕਹੋਗੇ ਸਰ ਸਾਨੂੰ ਉਦੋਂ ਬਸ ਗਲਤੀ ਹੋ ਗਈ, ਪੈਰ ਤੇ ਕੁਹਾੜੀ ਮਾਰ ਲਈ, ਅਸੀਂ ਯਾਦ ਨਹੀਂ ਕੀਤਾ, ਇਹ ਹੋ ਗਿਆ। ਹੁਣ ਦੇਖੋ ਸਟਾਰਟ ਮੈਲਟਿੰਗ। ਹੁਣ ਇਹਦਾ ਮਤਲਬ ਕੀ ਹੈ, ਇੱਕ ਟੈਂਪਰੇਚਰ ਹੈ ਜਿੰਦੇ ਤੇ ਸੋਲਿਡ ਕੀ ਬਣ ਗਿਆ, ਮੈਲਟਿੰਗ ਬਣ ਗਿਆ, ਠੀਕ ਹੈ, ਮੈਲਟ ਹੋ ਗਿਆ, ਮਤਲਬ ਉਹਨੂੰ ਕੀ ਕਹਿੰਦੇ ਆ, ਮੈਲਟਿੰਗ ਪੁਆਇੰਟ। ਉਹਨੂੰ ਕਹਿੰਦੇ ਮੈਲਟਿੰਗ ਪੁਆਇੰਟ। ਜਦੋਂ ਕੋਈ ਸੋਲਿਡ ਲਿਕੁਇਡ ਬਣੀ ਜਾਂਦਾ ਉਹ ਮੈਲਟ ਹੋਈ ਜਾਂਦਾ, ਜਿਹੜਾ ਟੈਂਪਰੇਚਰ ਤੇ ਹੋਈ ਜਾਂਦਾ ਉਹਨੂੰ ਕਹਿੰਦੇ ਆ ਮੈਲਟਿੰਗ ਪੁਆਇੰਟ ਆਉਂਦਾ। ਹੁਣ ਜਿਵੇਂ 100 ਡਿਗਰੀ ਤੇ, ਉਹ ਸੌਰੀ ਚਲੋ ਐ ਲਾ ਲਓ 100 ਡਿਗਰੀ ਤੇ ਆਪਣੇ ਕੀ ਹੈ, ਜਦੋਂ ਬੰਦਾ ਨਾ ਕੀ ਹੁੰਦਾ, ਵਾਟਰ ਕੀ ਬੰਦਾ ਲਿਕੁਇਡ ਟੂ ਗੈਸ, ਤਾਂ ਉਹਨੂੰ ਕੀ ਕਹਿੰਦੇ ਆ, ਉਹਦਾ ਬੋਇਲਿੰਗ ਪੁਆਇੰਟ। ਉਹੀ ਇਹਦੇ ਚ ਕੰਸੈਪਟ ਹੈ ਬਸ, ਠੀਕ ਹੈ। ਮੈਂ ਸਿੱਧਾ ਬੋਇਲਿੰਗ ਪੁਆਇੰਟ ਹੀ ਲਿਖ ਦਿੰਦਾ, ਜ਼ਿਆਦਾ ਨਹੀਂ ਤੁਹਾਨੂੰ ਉਲਝਾਉਂਦਾ। ਦਾ ਟੈਂਪਰੇਚਰ at which given solid start boiling। ਹੁਣ ਇਹ ਨਾ ਕਹਿ ਦਿਓ ਕਿ ਸਰ ਲਿਕੁਇਡ ਤੇ ਸਟਾਰਟ ਬੋਇਲਿੰਗ ਆਣਾ ਸੀ, ਤੇ ਸੋਲਿਡ ਵੀ ਬੋਇਲ ਹੋ ਸਕਦਾ। ਜਿਹੜੀ ਮੈਂ ਤੁਹਾਨੂੰ ਡਰਾਈ ਆਈਸ ਦੱਸੀ ਸੀਗੀ, ਇਹ ਸੋਲਿਡ ਸੀ ਤੇ ਇਹ ਕੀ ਹੋ ਗਈ, ਬੋਇਲ ਹੋ ਗਈ, ਠੀਕ ਹੈ। ਇੰਨਾ ਮੈਂ ਉਹੀ ਕਹਿ ਰਿਹਾ ਕਿ ਹਰੇਕ ਚੀਜ਼ ਦਾ ਕੋਈ ਨਾ ਕੋਈ ਮੀਨਿੰਗ ਦਊਂਗਾ, ਐਵੇਂ ਨਹੀਂ ਲਿਖੀ ਜਾਂਦਾ। ਡਰਾਈ ਆਈਸ ਕੀ ਹੋ ਗਈ ਸੀ, ਬੋਇਲ ਹੋ ਕੇ ਕੀ ਬਣ ਗਈ ਸੀ, ਗੈਸ ਬਣ ਗਈ ਸੀ ਨਾ, ਉਹੀ ਚੀਜ਼ ਹੈ, ਉਹਨੂੰ ਕਹਿੰਦੇ ਆ ਉਹਦਾ ਬੋਇਲਿੰਗ ਪੁਆਇੰਟ। ਹੁਣ ਆ ਗਿਆ ਅੱਗੋਂ ਲਾਸਟ ਕੰਸੈਪਟ, ਅੱਜ ਦਾ ਨਹੀਂ, ਇਸ ਚੈਪਟਰ ਦਾ ਹੀ ਲਾਸਟ ਹੈ। ਇਹ ਤੋਂ ਬਾਅਦ ਤੁਹਾਨੂੰ ਕੁਝ ਵੀ ਨਹੀਂ ਆਉਂਦਾ ਇਸ ਚੈਪਟਰ ਵਿੱਚੋਂ, ਠੀਕ ਹੈ। ਧਿਆਨ ਨਾਲ ਸਮਝਣਾ, ਬਹੁਤ ਵਧੀਆ ਤੇ ਬਹੁਤ ਸੌਖਾ ਤੇ ਬਹੁਤ ਇੰਪੋਰਟੈਂਟ ਚੈਪਟਰ ਹੈ। ਚਲੋ ਮੇਰਾ ਗਲਾ ਹੁਣ ਆਇਆ ਹੋਇਆ ਪਿਆ ਕਿ ਬਸ ਪ੍ਰਭੂ ਜੀ ਰਾਮ ਰਾਮ ਕਰੋ। ਹੁਣ ਇਵੈਪੋਰੇਸ਼ਨ, ਮੋਸਟ ਇੰਪੋਰਟੈਂਟ ਕੰਸੈਪਟ ਹੈ ਇਵੈਪੋਰੇਸ਼ਨ। ਹੁਣ ਦੇਖੋ ਸਿੱਧਾ ਤੁਹਾਨੂੰ ਮੈਂ ਇੱਕ ਚੀਜ਼ ਦੱਸਣ ਲੱਗਿਆ, ਜੇ ਉਸ ਤੋਂ ਬਾਅਦ ਤੁਹਾਨੂੰ ਇਹਦੇ ਵਿੱਚੋਂ ਪੜ੍ਹਨ ਦੀ ਲੋੜ ਨਹੀਂ, ਠੀਕ ਹੈ। ਇਹਦੇ ਵਿੱਚੋਂ ਕੁਝ ਵੀ ਪੜ੍ਹਨ ਦੀ ਕੀ ਹੈ, ਲੋੜ ਨਹੀਂ ਪੈਣੀ ਤੁਹਾਨੂੰ। ਲਓ
ਨਾਲੇ ਤਾਂ ਤੁਹਾਡੀ ਹੋ ਜੂਗੀ ਡਿਫਰੈਂਸ, ਤੇ ਨਾਲੇ ਤੁਹਾਨੂੰ ਸਾਰਾ ਸਮਝ ਆ ਜਾਣਾ ਇਵੈਪੋਰੇਸ਼ਨ ਹੁੰਦੀ ਕੀ ਹੈ। ਇਵੈਪੋਰੇਸ਼ਨ ਬੱਚੇ ਪਤਾ ਕੀ ਕਰਦੇ ਆ ਕਿ ਜੇ ਮੰਨ ਲਓ ਤੁਸੀਂ ਹੀਟ ਦੇਤੀ, ਪਾਣੀ ਭਾਫ ਬਣ ਕੇ ਉੱਡੀ ਜਾਂਦਾ, ਗੈਸ ਤੇ ਰੱਖ ਕੇ ਉਹਨੂੰ ਕਹਿਣਗੇ ਜੀ ਇਹ ਤਾਂ ਵੈਪੋਰੇਟ ਹੋਈ ਜਾਂਦਾ। ਇਹ ਬੜਾ ਸੋਹਣਾ ਆਪਣੇ ਕਹਾਵਤ ਬਣਾ ਰੱਖੀ ਹੈ ਇੱਥੇ, ਪਰ ਉਹ ਗਲਤ ਹੈ। ਠੀਕ ਹੈ, ਉਹ ਕੀ ਹੈ, ਗਲਤ ਹੈ। ਹੁਣ ਦੇਖੋ ਇਵੈਪੋਰੇਸ਼ਨ ਹੁੰਦਾ ਕੀ ਹੈ, ਹੁੰਦਾ ਇਹ ਵੀ ਮਤਲਬ ਹੁੰਦਾ ਤਾਂ ਇਹ ਵੀ ਉਹੀ ਹੈ ਕਿ ਲਿਕੁਇਡ ਤੋਂ ਗੈਸ ਬਣਦੀ ਹੈ। ਠੀਕ ਹੈ, ਇਹ ਵੀ ਕੀ ਹੈ, ਲਿਕੁਇਡ ਤੋਂ ਗੈਸ ਬਣਦੀ ਹੈ, ਹੁੰਦੀ ਇਹ ਵੀ ਲਿਕੁਇਡ ਤੋਂ ਗੈਸ ਬਣਦੀ ਹੈ, ਕਿਉਂਕਿ ਜਦੋਂ ਪਾਣੀ ਨੂੰ ਉਬਾਲਾਂਗੇ ਤਾਂ ਉਹ ਵੀ ਗੈਸ ਬਣੂਗੀ, ਜੇ ਵੈਪੋਰੇਟ ਹੋਊਗਾ ਤਾਂ ਲਿਕੁਇਡ ਤੋਂ ਗੈਸ ਬਣੂਗੀ। ਫਿਰ ਡਿਫਰੈਂਸ ਕੀ ਹੈ ਇਹਨਾਂ ਦੇ ਵਿੱਚ? ਡਿਫਰੈਂਸ ਇਹ ਹੈ ਕਿ ਇਹ ਕੀ ਹੈ, ਇਹ ਹੈਗਾ ਬਲਕ ਫਿਨੋਮੀਨਾ। ਠੀਕ ਹੈ, ਤੇ ਇਹ ਕੀ ਹੈ, ਸਰਫੇਸ ਫਿਨੋਮੀਨਾ। ਸਰ ਇਹਦਾ ਕੀ ਹੁਣ ਮਤਲਬ ਹੈ, ਐਵੇਂ ਤੁਸੀਂ ਝਾੜੀ ਇਹਨੇ ਸਾਰਾ ਕੁਝ, ਉਹ ਵੀ ਦੱਸਣਾ, ਸਾਰਾ ਕੁਝ ਦੱਸਣਾ। ਬਲਕ ਦੇ ਮਤਲਬ ਕੀ ਹੁੰਦੀ ਹੈ, ਕੋਈ ਚੀਜ਼ ਇਕੱਠੀ ਬਲਕ ਦੇ ਵਿੱਚ ਮਿਲਣੀ। ਠੀਕ ਹੈ, ਬਲਕ ਦੇ ਵਿੱਚ ਮਿਲਣੀ। ਹੁਣ ਜੇ ਮੰਨ ਕੇ ਚੱਲੋ ਤੁਸੀਂ ਬਰਤਨ ਨੂੰ ਥੱਲੋਂ ਹੀਟ ਦਓਗੇ ਤਾਂ ਪਾਣੀ ਦੇ ਚਾਰੇ ਪਾਸਿਓਂ ਕੀ ਮਿਲੂਗੀ, ਉਹਨੂੰ ਹੀਟ ਮਿਲੂਗੀ। ਠੀਕ ਹੈ, ਜਦੋਂ ਹੀਟ ਮਿਲੀ ਸਾਰੇ ਪਾਰਟੀਕਲ ਖੁੱਲ ਜਾਣਗੇ ਜਿਹੜੇ ਲਿਕੁਇਡ ਦੇ ਆ, ਤਾਂ ਉਹ ਕੀ ਬਣ ਜਾਣਗੇ, ਗੈਸ ਬਣ ਜਾਣਗੇ। ਇਹਨੂੰ ਕਹਿੰਦੇ ਬਲਕ ਫਿਨੋਮੀਨਾ, ਮਤਲਬ ਸਾਰੇ ਪਾਸਿਓਂ ਉਹਨੂੰ ਪਾਣੀ ਨੂੰ ਹੀਟ ਮਿਲ ਕੇ ਉਹਨੇ ਉੱਡ ਜਾਣਾ ਭਾਫ ਬਣ ਕੇ। ਹੁਣ ਬੰਦੀ ਇਹਦੇ ਚ ਵੀ ਭਾਫ ਹੈ, ਪਰ ਇਹ ਕੀ ਹੈ, ਸਰਫੇਸ ਫਿਨੋਮੀਨਾ। ਹੁਣ ਜਿਵੇਂ ਤੁਸੀਂ ਨਾ ਦੀ ਕਰਕੇ ਦੇਖ ਲਿਓ, ਤੇ ਜਦੋਂ ਤੁਸੀਂ ਬਰਤਨ ਦੇ ਵਿੱਚ ਪਾਣੀ ਪਾ ਕੇ ਰੱਖ ਦੋਗੇ ਨਾ, 3-4 ਦਿਨ ਬਾਅਦ ਉਹ ਘਟਿਆ ਪਿਆ ਹੋਊਗਾ। ਉਹਨਾਂ ਨੂੰ ਮੱਖੀਆਂ ਦਾ ਪੀਣ ਹੋ ਰਹੀਆਂ, ਉਹ 3-4 ਦਿਨਾਂ ਬਾਅਦ ਜਦੋਂ ਧੁੱਪੇ ਉਹਨੂੰ ਰੱਖ ਦੋਗੇ ਘਟਿਆ ਪਿਆ ਹੋਊਗਾ, ਉਹ ਹੈ ਇਵੈਪੋਰੇਸ਼ਨ। ਤੇ ਸਰਫੇਸ ਦਾ ਮਤਲਬ ਕੀ ਹੈ ਕਿ ਉਹਨੂੰ ਉੱਪਰੋਂ ਜਿੰਨੀ ਜਿੰਨੀ ਹੀਟ ਮਿਲੀ ਨਾ, ਉਹਨੂੰ 3-4 ਦਿਨਾਂ ਚ ਇਕੱਠੀ ਕਰੀ ਗਿਆ। ਉਹ ਕਹਿੰਦਾ ਵੀ ਇੱਧਰੋਂ ਵੀ ਆਣ ਦੋ, ਇੱਧਰੋਂ ਵੀ ਆਣ ਦੋ, ਦੂਜੇ ਪਾਸੇ ਵੀ ਲੈ ਲਈ। ਠੀਕ ਹੈ, ਪਾਣੀ ਇਕੱਠੀ ਕਰੀ ਗਿਆ, ਜਿਹੜਾ ਬਰਤਨ ਵਾਲਾ ਪਾਣੀ ਸੀਗਾ, ਧੁੱਪ ਤੋਂ ਇਕੱਠੀ ਹੋਈ ਹੀਟ ਧੁੱਪ ਹੀਟ ਹੀ ਦਿੰਦੀ ਹੈ ਨਾ, ਹੋਰ ਤਾਂ ਨਹੀਂ ਕੁਛ ਕਰਦੀ। ਤੇ ਜਿਹੜਾ ਉੱਪਰ ਵਾਲਾ ਪਾਣੀ ਸੀ ਨਾ, ਸਰਫੇਸ ਦਾ ਮਤਲਬ ਹੁੰਦਾ ਸਤਹ। ਠੀਕ ਹੈ, ਸਤਹ ਆਈ ਥਿੰਕ ਐ ਪੈਂਦਾ। ਠੀਕ ਹੈ, ਜਿਹੜਾ ਸਤਹ ਵਾਲਾ ਪਾਣੀ ਹੁੰਦਾ ਨਾ, ਉਹਨੇ ਕੀ ਕੀਤਾ, ਉਨੀ ਕੁ ਹੀਟ ਇਕੱਠੀ ਕਰ ਲਈ ਜਿੰਨੇ ਕਿ ਚੋਂ ਭਾਫ ਬਣ ਸਕੇ। ਠੀਕ ਹੈ, ਤਾਂ ਕਰਕੇ ਉੱਪਰ ਵਾਲਾ ਪਾਣੀ ਕੀ ਹੈ, ਬਿਨਾਂ ਕਿਸੇ એનર્ਜੀ ਦਿੱਤੇ, ਆਪਾਂ ਕੋਈ ਇਹਨੂੰ એનર્ਜੀ ਤਾਂ ਨਹੀਂ ਦਿੱਤੀਗੀ, ਉਹਨੇ ਤਾਂ ਜਿਹੜੀ ਐਟਮੋਸਫੇਅਰ ਦੇ ਵਿੱਚ ਹੀਟ ਸੀ, એનર્ਜੀ ਸੀ, ਉਹ ਲਈ ਹੈ। ਆਪਾਂ ਨੂੰ ਕੋਈ ਨਹੀਂ ਦਿੱਤੀ। ਇਹਨੂੰ ਇਹ ਵੀ ਕਹਿ ਸਕਦੇ ਹੋ ਕਿ ਇਹਦੇ ਵਿੱਚ ਕੋਈ ਹੀਟ ਦੀ ਲੋੜ, એનર્ਜੀ ਦੀ ਲੋੜ ਨਹੀਂ ਹੁੰਦੀ। ਠੀਕ ਹੈ, ਇਹਦੇ ਵਿੱਚ એનર્ਜੀ ਦੀ ਲੋੜ ਹੁੰਦੀ ਹੈ, ਕਿਹੜੀ, ਐਲਪੀਜੀ ਦੇਤੀ ਜਾਂ ਕੋਈ ਹੀਟ ਦੇਤੀ ਉਹਨੂੰ। ਠੀਕ ਹੈ, ਕੋਈ ਬਾਲਣ ਲਾਤਾ ਉਹਦੇ ਥੱਲੇ, ਪਰ ਇਹਦੇ ਵਿੱਚ ਕੀ ਹੈ, ਇਹਨੇ ਐਟਮੋਸਫੇਅਰ ਤੋਂ એનર્ਜੀ ਲਈ, ਹੀਟ ਲਈ। ਠੀਕ ਹੈ, ਤਾਂ ਇਹ ਕੀ ਹੈ, ਉੱਤੋਂ ਉੱਡ ਗਿਆ, ਉਹਨੂੰ ਕੀ ਕਹਿੰਦੇ ਆ, ਸਰਫੇਸ ਫਿਨੋਮੀਨਾ। ਤੇ ਜਦੋਂ ਐਂ ਹੀ ਕਰਕੇ ਐਟਮੋਸਫੇਰਿਕ ਤੇ ਜਿਹੜਾ ਲਿਕੁਇਡ ਹੈ ਗੈਸ ਬਣ ਜਾਂਦਾ, ਉਹਨੂੰ ਕਹਿੰਦੇ ਇਵੈਪੋਰੇਸ਼ਨ। ਉਹ ਇਵੈਪੋਰੇਟ ਹੋ ਗਿਆ। ਅੱਜ ਸਮਝ ਲੱਗ ਗਈ? ਠੀਕ ਹੈ, ਅੱਜ ਪਤਾ ਲੱਗ ਗਿਆ ਕਿ ਕਿਹੜੀ ਚੀਜ਼ ਦੇ ਵਿੱਚ। ਹੁਣ ਦੇਖੋ ਬੋਇਲਿੰਗ ਦੇ ਵਿੱਚ ਕੀ ਹੈ, ਆਪਾਂ એનર્ਜੀ ਦੇ ਰਹੇ ਹਾਂ ਥੱਲੋਂ, ਤਾਂ ਕਰਕੇ ਕੀ ਹੈ, ਜਿਹੜਾ ਇੰਟਰਮੋਲੀਕੂਲਰ ਫੋਰਸ ਹੈ ਉਹ ਸਾਰੇ ਪਾਸੇ ਟੁੱਟੀ ਜਾਂਦਾ। ਮੈਂ ਸਮਝਾਤਾ ਨਾ, ਤੇ ਓਨੀ ਕੀ ਹੈ, એનર્ਜੀ ਨਹੀਂ ਹੈਗੀ ਇਵੈਪੋਰੇਸ਼ਨ ਦੇ ਵਿੱਚ, ਓਨੀ ਕੀ ਹੈ, એનર્ਜੀ ਨਹੀਂ ਹੈਗੀ ਕਿ ਉਹ ਸਾਰੇ ਮੋਲੀਕੂਲਰ ਨੂੰ ਤੋੜ ਸਕੇ। ਪਰ ਉਹ ਵਿਚਾਰਾ ਇਕੱਠੀ ਓਨੀ ਕੀ ਕਰਦਾ ਕਿ ਜਿੰਨੇ ਕਿ ਨਾ ਉਹਦਾ ਖਰਚਾ ਪਾਣੀ ਪੂਰਾ ਹੋ ਜਾਏ। ਚਲੋ, ਹੁਣ ਇੱਕ ਹੋਰ ਡਿਫਰੈਂਸ ਕੀ ਹੈ, ਜਿਹੜਾ ਬੋਇਲਿੰਗ ਹੈ ਨਾ, ਉਹ ਕੀ ਹੈ, ਵਿਗਰਸ ਪ੍ਰੋਸੈਸ ਹੈ। ਮਤਲਬ ਵਿਗਰਸ ਦਾ ਕਿ ਬੜੀ ਹੀ ਤੇਜ਼ੀ ਨਾਲ ਹੁੰਦਾ ਹੈ। ਠੀਕ ਹੈ, ਤੇਜ਼ੀ ਨਾਲ ਕਿਵੇਂ ਹੁੰਦਾ, ਜਦੋਂ ਉਹਨੂੰ ਸਾਰੇ ਪਾਸੋਂ ਹੀਟ ਮਿਲ ਗਈ, ਉਹਨੇ ਸਾਰੇ ਪਾਣੀ ਨੇ ਇਕੱਠੇ ਨਹੀਂ ਉੱਡ ਜਾਣਾ, ਤੇਜ਼ੀ ਉੱਡ ਜਾਣਾ। ਇਹ ਵੀ ਕਹਿ ਲਓ ਕਿ ਮੰਨ ਕੇ ਚਲੋ ਜੇ ਹੀਟ ਜ਼ਿਆਦਾ ਹੈ ਤਾਂ 10 ਮਿੰਟ ਚ ਉੱਡ ਜੂਗਾ, ਜੇ ਹੀਟ ਘੱਟ ਹੈ ਤਾਂ ਵੱਧ ਤੋਂ ਵੱਧ 20-25 ਮਿੰਟ ਲਾ ਲੂਗਾ, ਪਰ ਉੱਡ ਉਹਨੇ ਅੱਧੇ ਘੰਟੇ ਚ ਜਾਣਾ। ਪਰ ਜਿਹੜਾ ਇਵੈਪੋਰੇਸ਼ਨ ਹੈ ਨਾ, ਇਹ ਕੀ ਹੈ, ਇਹ ਗ੍ਰੈਜੂਅਲ ਪ੍ਰੋਸੈਸ ਹੈ। ਇਵੈਪੋਰੇਸ਼ਨ ਈ ਨਾਲ ਡਿਨੋਟ ਕਰ ਦਿੰਦਾ ਮੈਂ, ਗ੍ਰੈਜੂਅਲ। ਇਹ ਕੀ ਹੈ, ਗ੍ਰੈਜੂਅਲ ਪ੍ਰੋਸੈਸ ਹੈ। ਇਹ ਗ੍ਰੈਜੂਅਲ ਦਾ ਮਤਲਬ ਇਹ ਹੁੰਦਾ ਆਰਾਮ ਨਾਲ, 2 ਦਿਨ ਲੈਂਦਾ, 3 ਦਿਨ ਲੈਂਦਾ। ਜੇ ਮੀਂਹ ਪੈ ਗਿਆ ਤਾਂ ਵਿਚਾਰੇ ਚ ਹੋਰ ਪਾਣੀ ਭਰ ਜਾਣਾ, ਕਿੱਥੋਂ ਹੀਟ ਲਊਗਾ। ਇਹ ਕੀ ਹੈ, ਗ੍ਰੈਜੂਅਲ ਪ੍ਰੋਸੈਸ ਹੈ, ਆਰਾਮ ਨਾਲ ਹੁੰਦਾ ਹੈ। ਠੀਕ ਹੈ, ਮਜ਼ੇ ਨਾਲ। ਹੁਣ ਆ ਗਿਆ ਅੱਗੋਂ, ਇੱਕ ਚੀਜ਼ ਯਾਦ ਰੱਖਿਓ, ਜਿੱਥੇ ਇਵੈਪੋਰੇਸ਼ਨ ਹੋਊਗਾ ਨਾ, ਮੈਂ ਤੁਹਾਨੂੰ ਐਗਜ਼ਾਮਪਲ ਦਊਂਗਾ, ਪਰ ਇੱਕ ਚੀਜ਼ ਦਿਮਾਗ 'ਚ ਬਿਠਾ ਲਓ ਬਸ, ਜਿੱਥੇ ਇਵੈਪੋਰੇਸ਼ਨ ਹੋਊਗਾ ਨਾ, ਉੱਥੇ ਕੀ ਹੈ, ਕੂਲਿੰਗ ਹੋਊਗੀ। ਹੁਣ ਸਰ ਇਹ ਤਾਂ ਹੀਟ ਲਈ ਜਾਂਦਾ, ਕੂਲਿੰਗ ਕਿਵੇਂ ਹੋਊ, ਇਹੀ ਐਗਜ਼ਾਮਪਲ ਮੈਂ ਤੁਹਾਨੂੰ ਦੇਣੀ ਹੈ, ਇਹੀ ਕਨਫਿਊਜ਼ਨ ਦੂਰ ਕਰਨੀ ਹੈ। ਠੀਕ ਹੈ, ਇਹੀ ਕਨਫਿਊਜ਼ਨ ਦੂਰ ਕਰਨੀ ਹੈ ਬਸ। 2-3 ਐਗਜ਼ਾਮਪਲ ਹੈ, ਇਸ ਤੋਂ ਬਾਅਦ ਆਪਣਾ ਚੈਪਟਰ ਖਤਮ, ਸਾਰੇ ਦਾ ਸਾਰਾ ਚੈਪਟਰ ਹੀ ਖਤਮ ਹੋ ਜਾਣਾ। ਗੱਲਾਂ ਦੀ ਸਾਰੀਆਂ ਬੁੱਕ ਫਰੋਲ ਲਿਓ, ਇਸ ਤੋਂ ਵੱਧ ਚੀਜ਼ਾਂ ਨਹੀਂ ਮਿਲਣੀਆਂ। ਠੀਕ ਹੈ, ਹੁਣ ਵੇਖੋ, ਹੁਣ ਮੈਂ ਤੁਹਾਨੂੰ ਕਿਹਾ ਕਿ ਇਹ ਕੂਲਿੰਗ ਕਰਦਾ,
ਠੀਕ ਹੈ। ਕੂਲਿੰਗ ਕਰਦਾ ਮਤਲਬ ਜਿੱਥੇ ਵੈਪੋਰੇਸ਼ਨ ਹੋਊਗੀ ਉੱਥੇ ਕੀ ਹੋ ਜੂਗੀ, ਉਸ ਜਗ੍ਹਾ ਤੇ ਕੂਲਿੰਗ ਹੋਊਗੀ। ਠੀਕ ਹੈ। ਕਿਵੇਂ, ਹੁਣ ਐਗਜ਼ਾਮਪਲ ਮੰਨ ਲਓ ਤੁਸੀਂ ਨਾ ਪਸੀਨਾ ਆ ਗਿਆ, ਸਭ ਤੋਂ ਸੌਖੀ ਐਗਜ਼ਾਮਪਲ ਹੈ, ਤੁਹਾਨੂੰ ਪਸੀਨਾ ਆ ਗਿਆ ਜੀ। ਕੀ ਹੋਇਆ, ਆਪਣੇ ਬੋਡੀ ਦੇ ਵਿੱਚ ਕੀ ਹੁੰਦੇ ਆ, ਇੱਕ ਸ਼ੇਕ ਹੁੰਦੇ ਆ ਨਾ ਸਾਰੀ ਜਗ੍ਹਾ ਤੇ, ਜਿਹਨੂੰ ਤੁਸੀਂ ਹੋਲਸ ਕਹਿ ਦਿੰਦੇ ਆ। ਠੀਕ ਹੈ। ਆਪਣੇ ਕਹਿੰਦੇ ਹੋਲ ਹੁੰਦੇ ਆ, ਨਿੱਕੇ ਨਿੱਕੇ ਮਸ਼ੀਨ, ਜਿਵੇਂ ਜਿਨ੍ਹਾਂ ਨੂੰ ਆਪਾਂ ਨੰਗੀ ਅੱਖ ਨਾਲ ਤਾਂ ਵੇਖ ਨਹੀਂ ਸਕਦੇ, ਬੋਡੀ ਦੇ ਵਿੱਚ ਹੁੰਦੇ ਆ, ਜਿੰਨਾ ਰਾਹੀਂ ਪਸੀਨਾ ਕੀ ਹੈ ਬਾਹਰ ਆਉਂਦਾ। ਹੁਣ ਤੁਸੀਂ ਐਕਸਰਸਾਈਜ਼ ਕੀਤੀ, ਠੀਕ ਹੈ, ਪਸੀਨਾ ਆਇਆ, ਪਸੀਨੇ ਨੇ ਕੀ ਕੀਤਾ, ਤੁਹਾਡੇ ਅੰਦਰ ਊਰਜਾ ਪੈਦਾ ਹੋ ਗਈ ਨਾ, ਉਹਦੇ ਵਿੱਚੋਂ ਥੋੜੀ ਥੋੜੀ ਊਰਜਾ ਲੈ ਲਈ। ਹੈ ਤਾਂ ਪਸੀਨਾ ਕੀ ਹੈ, ਪਸੀਨਾ ਲਿਕੁਇਡ ਹੈ ਨਾ, ਠੀਕ ਹੈ, ਧਿਆਨ ਨਾਲ ਸਮਝ ਲਓ, ਪਸੀਨਾ ਲਿਕੁਇਡ ਹੈ, ਉਹਨੂੰ ਕਿਸੇ ਨੇ એનર્ਜੀ ਨਹੀਂ ਦਿੱਤੀ, ਤੁਸੀਂ ਵੀ ਨਹੀਂ ਦਿੱਤੀ। ਤੁਹਾਡੇ ਬੋਡੀ ਦੇ ਵਿੱਚ ਨਾ ਇੱਕ એનર્ਜੀ, ਜਿਹੜਾ ਕਹ ਲਓ એનર્ਜੀ ਊਰਜਾ ਹੈਗੀ ਸੀ, ਉੱਥੋਂ ਲਈ ਉਹਨੇ, ਹੌਲੀ 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 એનર્ਜੀ ਲਈ ਉਹਨੇ, 5-10 ਮਿੰਟ 15 ਮਿੰਟ 20 ਮਿੰਟ, ਜਦੋਂ ਕੀ ਹੋਇਆ, ਉਹ ਕੀ ਲਿਕੁਇਡ ਤੋਂ ਕੀ ਬਣ ਗਿਆ, ਪਸੀਨਾ ਉੱਡ ਗਿਆ। ਤੇ ਜਦੋਂ ਪਸੀਨਾ ਉੱਡਦਾ ਤੇ ਤੁਹਾਨੂੰ ਪਤਾ ਨਾ ਕੀ ਹੁੰਦਾ, ਉਦੋਂ ਐ ਲੱਗਦਾ ਵੀ ਪੱਖੇ ਦੀ ਹਵਾ ਵੀ ਐ ਲੱਗੀ ਜਾਂਦੀ ਐ ਜਮਾਂ ਠੰਡੀ ਠੰਡੀ। ਠੀਕ ਹੈ। ਉਹਨੂੰ ਕੀ ਕਹਿੰਦੇ ਆ, ਇਵੈਪੋਰੇਸ਼ਨ। ਤੇ ਉਹ ਕਰੀ ਕੀ ਜਾਂਦਾ, ਉਹ ਕਰੀ ਜਾਂਦਾ ਬੋਡੀ ਦੇ ਵਿੱਚ ਕੂਲਿੰਗ। ਜਿੱਥੋਂ ਜਿੱਥੋਂ ਪਸੀਨਾ ਉੱਡ ਗਿਆ ਉੱਥੇ ਤੇ ਕੂਲਿੰਗ ਹੋ ਜਾਊਗੀ। ਹੁਣ ਕਲੀਅਰ ਹੋ ਗਿਆ। ਉਸ ਤੋਂ ਬਾਅਦ ਇੱਕ ਦੋ ਪੁਆਇੰਟ ਨੋਟ ਕਰ ਲਓ ਬਸ, ਫਿਰ ਉਦੋਂ ਬਾਅਦ ਟਾਟਾ ਬਾਏ ਬਾਏ। ਹੁਣ ਨਹੀਂ ਤਾਂ ਤੁਸੀਂ ਕਹਿਣਾ ਸਰ ਵਾਰੀ ਵਾਰੀ ਗਈ ਨੇ, ਲਾਸਟ ਤਾਂ ਹਜੇ ਕਰਦੇ ਤਾਂ ਹੈ ਨਹੀਂਗੇ। ਲਓ ਹੁਣ ਆਪਾਂ ਜਿਹੜੇ ਮੇਨ ਕੀ ਹੈ ਫੈਕਟਰ, ਇਫੈਕਟਿੰਗ ਰੇਟ ਆਫ ਇਵੈਪੋਰੇਸ਼ਨ। ਹੁਣ ਇਹਦਾ ਕੀ ਮਤਲਬ ਹੈ, ਇਹਦਾ ਕੀ ਮਤਲਬ ਹੈ, ਇਹਦਾ ਮਤਲਬ ਇਹ ਹੈ ਕਿ ਇਵੈਪੋਰੇਸ਼ਨ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਇਫੈਕਟ ਕਰਦੀਆਂ। ਇਵੈਪੋਰੇਸ਼ਨ ਦਾ ਤੁਹਾਨੂੰ ਪਤਾ ਕਿ ਆਪਾਂ ਕੁਝ ਵੀ ਨਹੀਂ ਕਰਨਾ, ਆਪਣੇ ਆਪ ਹੁੰਦਾ। ਇਹਨੂੰ ਚੀਜ਼ਾਂ ਕਿਹੜੀਆਂ ਕਿਹੜੀਆਂ ਇਫੈਕਟ ਕਰਦੀਆਂ। ਨੰਬਰ 1 ਤੇ ਹੈ ਟੈਂਪਰੇਚਰ। ਠੀਕ ਹੈ, ਐਕਸਪਲੇਨ ਕਰੂੰਗਾ, ਪੂਰਾ ਐਕਸਪਲੇਨ ਕਰੂੰਗਾ। ਦੂਜੇ ਦੇ ਕੀ ਹੈ, ਵਿੰਡ ਸਪੀਡ। ਤੀਜੇ ਦੇ ਕੀ ਹੈ, ਸਰਫੇਸ ਏਰੀਆ। ਠੀਕ ਹੈ। ਚੌਥੇ ਦੇ ਕੀ ਹੈ, ਹਿਊਮਿਡਿਟੀ। ਚੌਥੇ ਦੇ ਕੀ ਹੈ ਆਪਣੇ ਕੋਲੇ, ਹਿਊਮਿਡਿਟੀ। ਹੁਣ ਇਹਨਾਂ ਦੇ ਕੀ ਮਤਲਬ, ਇਹ ਸਿਰਫ ਇਹੀ ਚਾਰ ਚੀਜ਼ਾਂ ਜਿਹੜੀਆਂ ਇਵੈਪੋਰੇਸ਼ਨ ਨੂੰ ਪ੍ਰਭਾਵਿਤ ਕਰਦੀਆਂ, ਵਧਾਉਂਦੀਆਂ ਜਾਂ ਘਟਾਉਂਦੀਆਂ। ਹੁਣ ਜੇ ਮੰਨ ਕੇ ਚੱਲੋ ਟੈਂਪਰੇਚਰ ਜ਼ਿਆਦਾ ਹੋਇਆ ਹਵਾ ਦੇ, ਧੁੱਪ ਨਾਲ, ਠੀਕ ਹੈ, ਤਾਂ ਇਵੈਪੋਰੇਸ਼ਨ ਕੀ ਹੋਊਗਾ, ਤੇਜ਼ ਹੋਊਗਾ, ਓਬਵੀਅਸ ਹੈ। ਤੇ ਇੱਥੋਂ ਹੀ ਪਤਾ ਲੱਗਦਾ ਕਿ ਜਿਵੇਂ ਜਿਵੇਂ ਟੈਂਪਰੇਚਰ ਵਧੂਗਾ, ਇਵੈਪੋਰੇਸ਼ਨ ਰੇਟ ਆਫ ਇਵੈਪੋਰੇਸ਼ਨ ਵੀ ਕੀ ਹੈ, ਮੈਕਸਿਮਮ ਇਨਕਰੀਜ਼ ਹੋਊਗਾ। ਇੱਕ ਪੁਆਇੰਟ ਹੋ ਗਿਆ। ਵਿੰਡ ਸਪੀਡ, ਹੁਣ ਮੰਨ ਲਓ ਤੁਸੀਂ ਲੇਡੀਜ਼ ਕੀ ਹੈ, ਕੱਪੜੇ ਜਾਂ ਜੈਂਟਸ ਵੀ ਹੈ, ਕੱਪੜੇ ਸੁੱਕਣੇ ਪਾਉਂਦੇ ਆ ਨਾ ਤਣੀ ਤੇ, ਜੇ ਹਵਾ ਤੇਜ਼ ਹੋਊਗੀ, ਠੀਕ ਹੈ, ਉੱਤੇ ਪਾਉਣੇ ਆ, ਓਬਵੀਅਸ ਹੈ, ਟੈਂਪਰੇਚਰ ਦੇ ਵਿੱਚ ਪਾਉਂਗੇ। ਜੇ ਟੈਂਪਰੇਚਰ ਦੇ ਵਿੱਚ ਹਵਾ ਤੇਜ਼ ਹੋਊਗੀ ਤਾਂ ਕੱਪੜੇ ਕੀ ਹੈ, ਛੇਤੀ ਛੇਤੀ ਕੀ ਹੈ, ਸੁੱਕਣਗੇ। ਤਾਂ ਕਰਕੇ ਜੇ ਵਿੰਡ ਸਪੀਡ ਵੀ ਤੇਜ਼ ਹੈ ਤਾਂ ਇਵੈਪੋਰੇਸ਼ਨ ਵੀ ਕੀ ਹੈ, ਤੇਜ਼ੀ ਨਾਲ ਹੋਊਗਾ। ਹੁਣ ਆ ਜੋ ਸਰਫੇਸ ਏਰੀਆ ਤੇ, ਹੁਣ ਇੱਥੇ ਕੱਪੜਿਆਂ ਦੀ ਐਗਜ਼ਾਮਪਲ ਫਿਰ ਲੈ ਲੈਂਦੇ ਆ। ਕੱਪੜੇ ਤੁਸੀਂ ਕੀ ਹੈ, ਕਹਿੰਦੇ ਨਹੀਂ ਹੁੰਦੇ ਮੁੰਡਿਆ ਖਿਲਾਰ ਕੇ ਕੱਪੜੇ ਪਾਈ, ਠੀਕ ਹੈ, ਖਿਲਾਰ ਕੇ ਕੱਪੜੇ ਪਾਉਣ ਦਾ ਮਤਲਬ ਕੀ ਹੈ, ਉਹਨੂੰ ਸਰਫੇਸ ਏਰੀਆ ਜ਼ਿਆਦਾ ਚਾਹੀਦਾ, ਥਾਂ ਜ਼ਿਆਦਾ ਦਿਓਗੇ। ਜੇ ਖਿਲਾਰ ਕੇ ਕੱਪੜੇ ਪਾਓਗੇ ਤਾਂ ਛੇਤੀ ਸੁੱਕਣਗੇ। ਜੇ ਉਹਨੂੰ ਕੀ ਹੈ, ਥੋੜੇ ਜਿਹੀ ਜਗ੍ਹਾ ਤੇ ਤੁਸੀਂ ਇਕੱਠਾ ਜਿਹਾ ਕਰਕੇ ਕੱਪੜਾ ਪਾਤਾ, ਤੇ ਜਿਹੜਾ ਇੱਕ ਖਿਲਾਰ ਕੇ ਪਾਤਾ, ਖਿਲਾਰਨ ਵਾਲਾ ਇੱਕ ਕਹਿ ਲਓ 2-4 ਘੰਟੇ ਸੁੱਕ ਜੂਗਾ, ਦੂਜੇ ਨੂੰ 2 ਦਿਨ ਲੱਗ ਜਾਣੇ ਆ। ਠੀਕ ਹੈ, ਇੱਥੇ ਸਰਫੇਸ ਏਰੀਆ। ਹੁਣ ਇਹ ਤਿੰਨੇ ਚੀਜ਼ਾਂ ਤਾਂ ਸੀਗੀਆਂ ਡਾਇਰੈਕਟਲੀ ਪ੍ਰਪੋਰਸ਼ਨ, ਜੇ ਵਧਾਵਾਂਗੇ ਤਾਂ ਵਧਣਗੀਆਂ, ਜੇ ਘਟਾਵਾਂਗੇ ਤਾਂ ਇਵੈਪੋਰੇਸ਼ਨ ਘਟੂਗਾ। ਇਸ ਚੀਜ਼ ਨੂੰ ਦਿਮਾਗ 'ਚ ਬਿਠਾ ਲਓ। ਜੇ ਟੈਂਪਰੇਚਰ ਇਨਕਰੀਜ਼ ਕਰਾਂਗੇ ਤਾਂ ਇਵੈਪੋਰੇਸ਼ਨ ਜ਼ਿਆਦਾ ਹੋਊਗਾ, ਵਿੰਡ ਸਪੀਡ ਇਨਕਰੀਜ਼ ਕਰਾਂਗੇ ਤਾਂ ਇਵੈਪੋਰੇਸ਼ਨ ਜ਼ਿਆਦਾ ਹੋਊਗਾ, ਸਰਫੇਸ ਏਰੀਆ ਇਨਕਰੀਜ਼ ਕਰਾਂਗੇ ਤਾਂ ਇਵੈਪੋਰੇਸ਼ਨ ਜ਼ਿਆਦਾ ਹੋਊਗਾ। ਹੁਣ ਉਲਟ ਕਿਹੜੀ ਚੀਜ਼ ਹੈ, ਹਿਊਮਿਡਿਟੀ। ਇਹ ਹੁੰਦੀ ਹੈ ਨਮੀ। ਠੀਕ ਹੈ। ਹੁਣ ਦੇਖੋ ਜੇ ਹਵਾ ਦੇ ਵਿੱਚ ਨਮੀ ਜ਼ਿਆਦਾ ਹੈ, ਠੀਕ ਹੈ, ਇਵੈਪੋਰੇਸ਼ਨ ਵੀ ਕੀ ਕਰਦਾ, ਪਾਣੀ ਨੂੰ ਹੀ ਡਾਉਂਦਾ ਨਾ। ਤਾਂ ਜੇ ਹਵਾ 'ਚ ਪਹਿਲਾਂ ਹੀ ਨਮੀ ਜ਼ਿਆਦਾ ਤਾਂ ਉਹਨੇ ਹੋਰ ਇਵੈਪੋਰੇਸ਼ਨ ਲੈ ਕੇ ਕੀ ਕਰਨਾ। ਜੇ ਨਮੀ ਜ਼ਿਆਦਾ ਹੋਊ ਤਾਂ ਇਵੈਪੋਰੇਸ਼ਨ ਘੱਟ ਹੋਊਗਾ, ਤੇ ਜੇ ਨਮੀ ਘੱਟ ਹੋਊਗੀ ਤਾਂ ਇਵੈਪੋਰੇਸ਼ਨ ਜ਼ਿਆਦਾ ਹੋਊਗਾ। ਬਸ ਇਹੀ ਕਨਸੈਪਟ ਯਾਦ ਰੱਖਣਾ ਹੈ। ਇਹਦੇ ਵਿੱਚ ਕੀ ਹੈ, ਜਿਹਨੂੰ ਨਮੀ ਨੂੰ ਕੀ ਕਹਿੰਦੇ, ਵਾਟਰ ਵੇਪਰ ਵੀ ਕਹਿ ਦਿੰਦੇ ਆ। ਵਾਟਰ ਵੇਪਰ ਹਵਾ ਦੇ ਵਿੱਚ ਜ਼ਿਆਦਾ ਹੁੰਦੇ ਆ, ਠੀਕ ਹੈ, ਵਾਟਰ ਵੇਪਰ ਕੀ ਹੁੰਦੇ ਆ, ਜ਼ਿਆਦਾ ਹੁੰਦੇ ਆ ਹਵਾ ਦੇ ਵਿੱਚ। ਤੇ ਡਿਪੈਂਡ ਕਰਦਾ, ਜੇ ਜ਼ਿਆਦਾ ਹੋਣਗੇ ਤਾਂ ਹਿਊਮਿਡਿਟੀ ਜ਼ਿਆਦਾ ਹੋਊਗੀ, ਜੇ ਹਿਊਮਿਡਿਟੀ ਜ਼ਿਆਦਾ ਹੋਊਗੀ ਤਾਂ ਇਵੈਪੋਰੇਸ਼ਨ ਘੱਟ ਹੋਊਗਾ। ਬਸ ਇੰਨਾ ਯਾਦ ਰੱਖਣਾ। ਤੇ ਇਸ ਤੋਂ ਬਾਅਦ ਹੁਣ ਮੰਨ ਕੇ ਚੱਲੋ ਤੁਹਾਡਾ ਚੈਪਟਰ ਕੰਪਲੀਟ ਹੋ ਗਿਆ। ਇੱਕ ਚੀਜ਼ ਯਾਦ ਰੱਖ ਲਿਓ ਬਸ ਇਹਦੇ ਵਿੱਚ, ਕਿ ਇੱਕ ਵੀ ਪੁਆਇੰਟ ਨਹੀਂ ਮਿਸ ਕਰਨਾ।
ਠੀਕ ਹੈ, ਤੁਹਾਡਾ ਸਾਰਾ ਚੈਪਟਰ ਖਰਾਬ ਹੋ ਜਾਊਗਾ ਜੇ ਇੱਕ ਵੀ ਪੁਆਇੰਟ ਮਿਸ ਕਰਤਾ ਤਾਂ। ਹੁਣ ਜਿਵੇਂ ਸੈਨੀਟਾਈਜ਼ਰ ਹੈ, ਉਹਨਾਂ ਦੀ ਐਗਜ਼ਾਮਪਲ ਲੈ ਲਓ। ਸੈਨੀਟਾਈਜ਼ਰ ਜਦੋਂ ਆਤੇ ਰੱਖਦੇ ਆ ਉਹ ਕੀ ਹੋ ਜਾਂਦਾ, ਉੱਡ ਜਾਂਦਾ ਨਾ, ਉਹ ਕਾਦੇ ਕਰਕੇ ਹੁੰਦਾ, ਇਵੈਪੋਰੇਸ਼ਨ। ਠੀਕ ਹੈ, ਹੁਣ ਇੱਕ ਚੀਜ਼ ਯਾਦ ਰੱਖਣੀ ਆ, ਉਹ ਜਿੱਥੇ ਤੁਸੀਂ ਕਨਫਿਊਜ਼ ਹੋਵੋਗੇ। ਹੁਣ ਇਵੈਪੋਰੇਸ਼ਨ ਦੇ ਵਿੱਚ ਕੀ ਹੈ, ਲਿਕੁਇਡ ਹੈ ਨਾ, ਸੈਨੀਟਾਈਜ਼ਰ ਲਿਕੁਇਡ ਹੈ, ਇਹ ਕੀ ਬਣ ਗਿਆ, ਗੈਸ ਬਣ ਗਿਆ। ਠੀਕ ਹੈ, ਉੱਥੇ ਪ੍ਰੋਸੈਸ ਹੋਈ ਜਾਂਦਾ ਵੈਪੋਰਾਈਜੇਸ਼ਨ। ਠੀਕ ਹੈ, ਪਰ ਹੈ ਕਿਹੜਾ, ਉਹਨੂੰ ਕਹਿੰਦੇ ਆ ਇਵੈਪੋਰੇਸ਼ਨ। ਠੀਕ ਹੈ, ਵੈਪੋਰਾਈਜੇਸ਼ਨ ਹੋ ਜਾਂਦਾ। ਠੀਕ ਹੈ, ਤੇ ਸੈਨੀਟਾਈਜ਼ਰ ਕਿਉਂ ਹੁੰਦਾ, ਕਿਉਂਕਿ ਇਹ ਜਲਦੀ ਵੈਪੋਰਾਈਜ਼ ਹੋ ਜਾਂਦਾ। ਠੀਕ ਹੈ, ਜਲਦੀ ਇਹ ਬੋਇਲ ਹੋ ਜਾਂਦਾ ਜਾਂ ਜਲਦੀ ਉੱਡ ਜਾਂਦਾ ਇਕੱਲੇ ਐਟਮੋਸਫੇਰਿਕ ਟੈਂਪਰੇਚਰ ਦੇ ਨਾਲ ਹੀ, ਉਹ ਹੁੰਦੀ ਹੈ ਵੈਪੋਰੇਸ਼ਨ। ਜਿਵੇਂ ਪੈਟਰੋਲ ਹੈ, ਪੈਟਰੋਲ ਹੱਥੇ ਰੱਖਦੇ ਆ ਉਹ ਵੀ ਉੱਡ ਜਾਂਦਾ। ਅਲਕੋਹਲ ਹੈ, ਠੀਕ ਹੈ, ਉਸ ਤੋਂ ਬਾਅਦ ਆਪਣਾ ਆ ਗਿਆ ਨੇਲ ਰਿਮੂਵਰ, ਜਿਹਦੇ ਵਿੱਚ ਐਸੀਟੋਨ ਹੁੰਦਾ, ਉਹ ਸਭ ਤੋਂ ਤੇਜ਼ ਇਵੈਪੋਰੇਟ ਕਰਦਾ। ਉਸ ਤੋਂ ਬਾਅਦ ਐਥਨਲ ਪੌਡ ਘੜਾ, ਘੜੇ ਦੇ ਆਸ-ਪਾਸ ਕੀ ਹੈ, ਜਦੋਂ ਤੁਸੀਂ ਦੇਖਦੇ ਆ ਪਾਣੀ ਨਾਲ ਬਾਹਰ ਆਇਆ ਪਿਆ ਹੁੰਦਾ ਨਾ, ਤੇ ਉਹ ਜਿਹੜੇ ਪਾਣੀ ਦੇ ਡੋਟਸ ਹੁੰਦੇ ਆ ਜਦੋਂ ਉੱਡਦੇ ਆ, ਠੀਕ ਹੈ, ਤੇ ਘੜੇ ਦਾ ਪਾਣੀ ਅੰਦਰਲਾ ਕੀ ਹੋ ਜਾਂਦਾ, ਠੰਡਾ ਹੋ ਜਾਂਦਾ। ਤਾਂ ਇੱਥੋਂ ਪਤਾ ਲੱਗਦਾ ਕਿ ਵੈਪੋਰੇਸ਼ਨ ਕੀ ਕਰਦਾ, ਕੂਲਿੰਗ ਕਰਦਾ। ਤਾਂ ਹੀ ਘੜੇ ਦੇ ਵਿੱਚ ਪਾਣੀ ਠੰਡਾ ਰਹਿੰਦਾ। ਕਾਹਦੇ ਕਰਕੇ ਰਹਿੰਦਾ, ਉਹ ਇਵੈਪੋਰੇਸ਼ਨ ਦੇ ਕਰਕੇ ਰਹਿੰਦਾ। ਇਹ ਵੀ ਕਲੀਅਰ ਹੋ ਗਿਆ। ਘੜੇ ਨੂੰ ਆਪਾਂ ਕੀ ਕਹਿ ਦਿੰਦੇ ਆ, ਐਥਰਨ ਪੌਡ ਕਹਿ ਦਿੰਦੇ ਆ। ਬਸ ਇਹ ਤੋਂ ਬਾਅਦ ਚੈਪਟਰ ਕੁਝ ਵੀ ਹੈ ਨਹੀਂ। ਮੈਨੂੰ ਦੱਸ ਕੇ ਜਾਇਓ ਕਿਵੇਂ ਦਾ ਲੱਗਿਆ ਚੈਪਟਰ। ਮੈਂ ਆਪਣਾ 101% ਦੇਤਾ ਕਿ ਤੁਹਾਨੂੰ ਪੂਰੇ ਔਖੇ ਚੈਪਟਰ ਨੂੰ ਸੌਖੇ ਤਰੀਕੇ ਨਾਲ ਕਰਾਵਾਂ। ਇੱਕ ਵੀ ਚੀਜ਼ ਨਹੀਂ ਜਿਹੜੀ ਮੈਂ ਵਿੱਚੋਂ ਛੱਡੀ ਹੋਣੀ ਹੈ, ਇੱਕ ਪੁਆਇੰਟ ਵੀ, ਠੀਕ ਹੈ, ਜਿਹੜਾ ਮੈਂ ਛੱਡਿਆ। ਸਿਰਫ ਉਹੀ ਬੱਚਾ ਧਿਆਨ ਨਾਲ ਜਿਹੜਾ ਸਮਝੂਗਾ ਉਹੀ ਇਹਨੂੰ ਕਲੀਅਰ ਕਰ ਪਾਊਗਾ। ਅਦਰਵਾਈਜ਼ ਮੈਂ ਨਹੀਂ ਕਹਿ ਸਕਦਾ ਕਿ ਜੇ ਤੁਸੀਂ ਪਹਿਲੇ 5 ਮਿੰਟ ਵੇਖ ਲਏ, ਦੂਸਰੇ 2 ਮਿੰਟ ਵੇਖ ਲਏ ਤਾਂ ਤੁਸੀਂ ਕਲੀਅਰ ਕਰ ਲਓਗੇ। ਬਸ ਇਹੀ ਹੈ ਕਿ ਟਾਈਮ ਦਓਗੇ। ਜੇ ਮੈਂ ਹੁਣ ਦੇਖੋ ਮੈਂ ਲਗਾਤਾਰ ਬੋਲ ਰਿਹਾ ਤਾਂ ਮਤਲਬ ਮੈਂ ਟਾਈਮ ਦੇ ਰਿਹਾ ਤੁਹਾਡੇ ਵਾਸਤੇ। ਜ਼ਰੂਰ ਜੇ ਪਸੰਦ ਆਏ ਤਾਂ ਲਾਈਕ ਸ਼ੇਅਰ, ਇੱਕ ਕਮੈਂਟ ਜ਼ਰੂਰ ਕਰ ਦਿਓ ਕਿ ਤੁਹਾਨੂੰ ਸਮਝ ਲੱਗੀ ਹੈ ਜਾਂ ਵੇ ਕਿਵੇਂ ਲੱਗਿਆ, ਤਾਂ ਇਹ ਚੀਜ਼ ਜ਼ਰੂਰ ਦੱਸ ਦਿਓ। ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮੇਂ ਦੇਣ ਲਈ।